ਹੈਲੋ एवरीवन असुविधा ਦੇ 13ਵੇਂ ਭਾਸ਼ਣ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਦਾ ਵਿਸ਼ਾ ਜੋ ਕਿ ਪਹਿਲਾਂ ਹੀ ਫੇਸਬੁੱਕ ਤੇ ਅਸੀਂ ਸ਼ੇਅਰ ਕੀਤਾ ਹੋਇਆ ਹੈਗਾ ਤੇ ਅੱਜ ਅਸੀਂ ਗੱਲ ਕਰਾਂਗੇ ਜੈਂਡਰ ਦੀ ਘਾੜਤ ਅਤੇ ਮਰਦਾਨਗੀ ਦਾ ਸਵਾਲ ਇਸ ਵਿਸ਼ੇ ਬਾਰੇ ਤੇ ਇਹਦੇ ਨਾਲ ਗੱਲਬਾਤ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਨੇ ਇਵਲੀਨ ਕੌਰ ਸਿਡਾਨਾ ਜੋ ਕਿ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਡੇਵਿਸ ਤੋਂ PhD ਕਰ ਰਹੇ ਨੇ ਸੋਸ਼ੀਓ ਕਲਚਰਲ ਐਂਥਰੋਪੋਲੋਜੀ ਦੇ ਵਿੱਚ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਸਮਾਰਟ ਸਿਟੀਜ਼ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਹੋਇਆ ਹੈਗਾ ਉਹਦੇ ਵਿੱਚ ਜਿਹੜੀਆਂ ਹਿਸਟੋਰੀਕਲ ਸਿਟੀਜ਼ ਨੇ ਉਹਨਾਂ ਨੂੰ ਚੇਂਜ ਕਰਕੇ ਕਿਸ ਤਰੀਕੇ ਦੇ ਨਾਲ ਸਮਾਰਟ ਸਿਟੀਜ਼ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਤੇ ਉਹਦੀਆਂ ਅਲੱਗ-ਅਲੱਗ ਕੀ ਡਾਇਮੈਂਸ਼ਨਸ ਹੈਗੀਆਂ ਨੇ ਇਹਨਾਂ ਦਾ PhD ਦਾ ਕੰਮ ਉਸ ਵਿਸ਼ੇ ਤੇ ਹੈਗਾ ਤੇ ਇਸ ਤੋਂ ਇਲਾਵਾ ਇਹਨਾਂ ਨੂੰ ਬਹੁਤ ਪਸੰਦ ਹੈ ਕਿ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਾਕ ਕਰਕੇ ਉਹਨਾਂ ਸ਼ਹਿਰਾਂ ਨੂੰ ਐਕਸਪਲੋਰ ਕਰਨਾ ਤੇ ਇਸੇ ਦੇ ਅੰਤਰਗਤ ਹੀ ਉਹਨਾਂ ਨੇ ਕਈ ਸਾਰੇ ਸ਼ਹਿਰਾਂ ਨੂੰ ਐਕਸਪਲੋਰ ਕੀਤਾ ਜਿਨ੍ਹਾਂ ਦੇ ਵਿੱਚ ਦਿੱਲੀ, ਕੋਲਕਾਤਾ ਤੇ ਸੈਨ ਫਰਾਂਸਿਸਕੋ, ਪੁਣੇ ਤੇ ਇਹ ਹੈਗੇ ਨੇ ਤੇ ਅੱਜ ਕੱਲ ਮੇਰੇ ਖਿਆਲ ਉਹ ਸ਼ਿਮਲਾ ਐਕਸਪਲੋਰ ਕਰ ਰਹੇ ਨੇ ਤੇ ਅੱਜ ਸਾਡੇ ਨਾਲ ਇਹਨਾਂ ਨੇ ਗੱਲਬਾਤ ਕਰਨੀ ਹੈ ਜੈਂਡਰ ਦੀ ਘਾੜਤ ਅਤੇ ਮਰਦਾਨਗੀ ਦਾ ਸਵਾਲ ਤੇ ਜਿਵੇਂ ਕਿ ਅਸੀਂ ਆਪਣੇ ਪਿਛਲੇ ਜਿਹੜਾ ਭਾਸ਼ਣ ਸੀਗਾ ਉਹ ਜਾਂ ਸੰਵਾਦ ਦੀ ਲੜੀ ਜਿਵੇਂ ਨੀਤੂ ਕਹਿੰਦੇ ਨੇ ਉਹਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਦੋਂ ਅਸੀਂ ਜੈਂਡਰ ਦੀ ਕੰਸਟਰਕਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਿਰਫ ਫੈਮਿਨਿਨਿਟੀ ਦਾ ਜਾਂ ਫਿਰ ਔਰਤਪੁਣੇ ਦਾ ਮਸਲਾ ਨਹੀਂ ਆਉਂਦਾ ਉਹਦੇ ਵਿੱਚ ਜਿਹੜਾ ਮਰਦਾਨਗੀ ਦਾ ਜਿਹੜਾ ਸਵਾਲ ਹੈ ਉਹ ਵੀ ਉਨਾ ਹੀ ਇੰਪੋਰਟੈਂਟ ਹੈਗਾ ਤੇ ਜੇ ਅਸੀਂ ਇਹਨਾਂ ਜੈਂਡਰ ਦੇ ਸਵਾਲਾਂ ਦੇ ਜਿਹੜੀ ਲਿੰਗਕ ਅਸਮਾਨਤਾ ਹੈਗੀ ਹੈ ਉਹਨਾਂ ਮਸਲਿਆਂ ਨੂੰ ਜਦੋਂ ਅਸੀਂ ਮੁਖਾਤਬ ਹੁੰਦੇ ਹੈਗੇ ਤਾਂ ਫਿਰ ਇਹ ਨਹੀਂ ਹੋ ਸਕਦਾ ਕਿ ਅਸੀਂ ਸਿਰਫ ਔਰਤਪੁਣੇ ਬਾਰੇ ਗੱਲ ਕਰੀਏ ਜਾਂ ਉਹਦੇ ਅਲੱਗ-ਅਲੱਗ ਪਹਿਲੂਆਂ ਬਾਰੇ ਗੱਲ ਕਰੀਏ ਉਹਦੇ ਵਿੱਚ ਜਿਹੜਾ ਮਰਦਾਨਗੀ ਦਾ ਸਵਾਲ ਹੈ ਉਹਦੇ ਬਾਰੇ ਗੱਲ ਕਰਨੀ ਵੀ ਉਨੀ ਹੀ ਜ਼ਰੂਰੀ ਹੋ ਜਾਂਦੀ ਹੈਗੀ ਤੇ ਜਦੋਂ ਅਸੀਂ ਔਰਤਪੁਣੇ ਦੀ ਬਣਤਰ ਦੀ ਗੱਲ ਕਰਦੇ ਹਾਂ ਤਾਂ ਫਿਰ ਮੈਨੂੰ ਲੱਗਦਾ ਕਿ ਮਰਦਾਨਗੀ ਦੀ ਜਿਹੜੀ ਵੀ ਦਾ ਸਵਾਲ ਜਾਂ ਮਰਦਾਨਗੀ ਦਾ ਜਿਹੜਾ ਕਨਸੈਪਟ ਹੈਗਾ ਉਹ ਵੀ ਸਾਡੇ ਸਮਾਜ ਦੀ ਦਿੱਤੀ ਹੋਈ ਬਣਤਰ ਹੀ ਹੈਗੀ ਆ ਜਦੋਂ ਉਹਦੀ ਬਣਤਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਬਹੁਤ ਪ੍ਰੋਮੀਨੈਂਟ ਸਾਡੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਚ ਅਗਰੈਸ਼ਨ, ਕੰਟਰੋਲ ਜਾਂ ਡੋਮੀਨੈਂਸ ਜਿਹੜੀ ਇਹ ਕੁਝ ਮਸਲੇ ਨੇ ਜਿਹੜੇ ਬਹੁਤ ਪ੍ਰੋਮੀਨੈਂਟ ਰਹਿੰਦੇ ਨੇ ਪਰ ਉਹਦੇ ਚ ਇੱਕ ਚੀਜ਼ ਇਹ ਹੈਗੀ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਮੈਸਕੂਲਿਨਿਟੀ ਦੀ ਜਾਂ ਮਰਦਾਨਗੀ ਦੀ ਗੱਲ ਕਰਦੇ ਹਾਂ ਫਿਰ ਉਹਦੇ ਚ ਅਗਰੈਸ਼ਨ ਜਾਂ ਉਹਦੇ ਵਿੱਚ ਡੋਮੀਨੈਂਸ ਦੀ ਗੱਲ ਆਉਂਦੀ ਹੈਗੀ ਆ ਤਾਂ ਕੀ ਇਹ ਸਿਰਫ ਇਹ ਹੈ ਕਿ ਜਦੋਂ ਅਸੀਂ ਡੋਮੀਨੈਂਸ ਜਾਂ ਅਗਰੈਸ਼ਨ ਦੀ ਗੱਲ ਕਰਾਂਗੇ ਤਾਂ ਹੋਰ ਕੀ ਮਸਲੇ ਨੇ ਜਿਹੜੇ ਇਹਦਾ ਪਾਰਟ ਬਣਦੇ ਨੇ ਤੇ ਉਹਦਾ ਜਿਹੜਾ ਪ੍ਰੈਸ਼ਰ ਹੈਗਾ ਕਿ ਉਹ ਸਿਰਫ ਔਰਤਾਂ ਦੇ ਉੱਪਰ ਹੀ ਹੈਗਾ ਜਾਂ ਫਿਰ ਕਿਉਂਕਿ ਜਦੋਂ ਅਸੀਂ ਇਹ ਕਹਿਤਾ ਕਿ ਮਰਦਾਨਗੀ ਦੀ ਇੱਕ ਘਾੜਤ ਹੈਗੀ ਹੈ ਤਾਂ ਇਹਦਾ ਮਤਲਬ ਇਹ ਹੈਗਾ ਕਿ ਉਹ ਇੱਕ ਰੋਲ ਪਲੇਇੰਗ ਬਣ ਜਾਂਦੀ ਹੈਗੀ ਉਹ ਰੋਲ ਪਲੇਇੰਗ ਸਾਰੀ ਉਮਰ ਚੱਲਦੀ ਰਹਿੰਦੀ ਹੈ ਜਿਹਦਾ ਪ੍ਰੈਸ਼ਰ ਸਿਰਫ ਔਰਤਾਂ ਤੇ ਨਹੀਂ ਮਰਦਾਂ ਤੇ ਵੀ ਉਨਾ ਹੀ ਹੁੰਦਾ ਹੈਗਾ ਤਾਂ ਉਹਦੇ ਅਲੱਗ-ਅਲੱਗ ਪਹਿਲੂਆਂ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਇਵਲੀਨ ਨੂੰ ਸੱਦਾ ਦਿੱਤਾ ਇਵਲੀਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੁਵਿਧਾ ਦੇ ਪਲੇਟਫਾਰਮ ਤੇ ਮੈਂ ਹੁਣ ਤੁਹਾਨੂੰ ਮਾਈਕ ਦੇ ਰਹੀ ਹਾਂ ਤੇ ਤੁਸੀਂ ਆਪਣੀ ਗੱਲਬਾਤ ਸ਼ੁਰੂ ਕਰੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸੁਮਨ ਥੈਂਕ ਯੂ ਅਸੁਵਿਧਾ ਨੂੰ ਵੀ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਮਰਦਾਨਗੀ ਬਾਰੇ ਗੱਲ ਕਰਨ ਦਾ ਤੇ ਮਰਦਾਨਗੀ ਤੇ ਜਦੋਂ ਮੈਂ ਸੋਚਣਾ ਸ਼ੁਰੂ ਕੀਤਾ ਤੇ ਮੈਂ ਇਹ ਸੋਚਦੀ ਪਈ ਸੀ ਕਿ ਕੀ ਆਉਂਦਾ ਹੈ ਮਨ 'ਚ ਜਦੋਂ ਅਸੀਂ ਮਰਦਾਨਗੀ ਬਾਰੇ ਸੋਚਦੇ ਹਾਂ ਜਾਂ ਫਿਰ ਕਦੇ ਵੇਖਿਆ ਮੂਵੀਜ਼ 'ਚ ਵੇਖਿਆ ਜਾਂ ਕਦੀ ਸੋਸ਼ਲ ਮੀਡੀਆ ਵਗੈਰਾ 'ਚ ਵੇਖਿਆ ਤੇ ਉਹ ਇੱਕ ਜਿਵੇਂ ਫਿਜ਼ੀਕਲ ਸਟਰੈਂਥ ਜਾਂ ਫਿਰ ਤੁਸੀਂ ਕਹਿ ਲਓ ਕਿ ਜਿਵੇਂ ਡੋਮੀਨੈਂਸ ਹੋ ਗਿਆ ਜਾਂ ਫਿਰ ਵਾਇਲੈਂਸ ਹੋ ਗਿਆ ਜਾਂ ਫਿਰ ਛੇੜਨਾ ਹੋ ਗਿਆ ਜਾਂ ਫਿਰ ਗੇੜੀ ਹੋ ਗਿਆ ਜਿਹੜੇ ਪਬਲਿਕ ਸਪੇਸ ਤੁਸੀਂ ਜੋ ਕਲੇਮ ਹੈ ਮੇਲਸ ਦਾ ਉਹ ਹੋ ਗਿਆ ਤੇ ਇਸ ਬਹੁਤ ਸਾਰੇ ਚੀਜ਼ਾਂ ਬਹੁਤ ਸਾਰੇ ਪੱਖ ਮੇਰੇ ਮਨ 'ਚ ਆਉਣ ਲੱਗ ਪਏ ਤੇ ਮੈਂ ਇਹ ਵੀ ਸੋਚਣ ਲੱਗ ਪਈ ਕਿ ਮੈਂ ਸੋਸ਼ੀਓਲੋਜੀ ਪੜ੍ਹਦੀ ਪਈ ਹਾਂ ਮੈਂ ਸੋਸ਼ੀਓਲੋਜੀ ਕੀਤੀ ਹੈ ਐਂਥਰੋਪੋਲੋਜੀ ਪੜ੍ਹੀ ਤੇ ਫਿਰ ਵੀ ਮੇਰੇ ਮਨ 'ਚ ਇਹੀ ਸਾਮਾਨਯ ਜਿਹੜੇ ਹੈਗੇ ਨੇ ਮਾਨਕ ਉਹ ਕਿਉਂ ਆਉਂਦੇ ਪਏ ਨੇ ਕਿ ਮੈਨੂੰ ਏਦਾਂ ਕਿਉਂ ਲੱਗਿਆ ਕਿ ਇਹੀ ਕਾਮਨ ਸੈਂਸ ਜਿਹੜੀ ਹੈ ਉਹ ਅੰਡਰਸਟੈਂਡਿੰਗ ਹੈ ਮਰਦਾਨਗੀ ਦੀ ਉਹ ਕਾਮਨ ਸੈਂਸ ਹੈ ਮਰਦਾਨਗੀ ਦੀ ਤੇ ਹੁਣ ਇੱਥੇ ਅਸੀਂ ਇਹਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ
ਕਾਮਨ ਸੈਂਸ ਆਪਣੇ ਆਪ 'ਚ ਜਿਹੜੀ ਹੈ ਉਹ ਕ੍ਰੀਏਟ ਹੁੰਦੀ ਹੈ, ਉਹ ਬਣਦੀ ਹੈ ਤੇ ਉਹਦੇ ਵਿੱਚ ਕਈ ਸਾਰੇ ਫੈਕਟਰਸ ਹੁੰਦੇ ਨੇ, ਆਰਥਿਕ, ਇਤਿਹਾਸਿਕ, ਸਾਂਸਕ੍ਰਿਤਿਕ ਦੇ ਨਾਲ ਸੋਸ਼ਲ, ਸਮਾਜਿਕ ਜਿਹੜੇ ਵੀ ਫੈਕਟਰਸ ਹੁੰਦੇ ਨੇ ਤੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਫੈਕਟਰ ਨੇ ਉਹ ਸਾਡੀ ਕਾਮਨ ਸੈਂਸ ਨੂੰ ਬਣਾਉਂਦੇ ਨੇ, ਸਾਡੇ ਜਿਹੜੇ ਇਮੀਡੀਏਟ ਐਟੀਟਿਊਡ ਹੈ, ਬਿਹੇਵੀਅਰ ਹੈ, ਉਹਨੂੰ ਬਣਾਉਂਦੇ ਨੇ। ਤੇ ਜੇ ਅਸੀਂ ਫਿਜ਼ੀਕਲ ਸਟਰੈਂਥ ਦੀ ਗੱਲ ਕਰੀਏ ਜਾਂ ਅਸੀਂ ਹਿੰਸਾ ਦੀ ਗੱਲ ਕਰੀਏ ਜਾਂ ਅਸੀਂ ਸਮਾਜ ਦੇ ਬਾਕੀ ਪਹਿਲੂਆਂ ਦੀ ਗੱਲ ਕਰੀਏ ਜਿਹਦੇ ਨਾਲ ਮਰਦਾਨਗੀ ਜੁੜੀ ਹੋਈ ਹੈ ਤੇ ਉਹ ਜਿਹੜੇ ਨੇ ਉਹ ਕ੍ਰੀਏਟ ਹੋਏ ਨੇ ਓਵਰ ਟਾਈਮ, ਉਹ ਬਣੇ ਨੇ ਤੇ ਇਹਨੂੰ ਹੁਣ ਅਸੀਂ ਅੱਜ ਅਨਪੈਕ ਕਰਾਂਗੇ। ਅਤੇ ਸਭ ਤੋਂ ਪਹਿਲਾਂ ਇੱਕ ਗੱਲ ਜਿਹੜੀ ਸਮਝਣ ਦੀ ਲੋੜ ਹੈ ਕਿ ਸਮਾਜ ਵਿੱਚ ਜਿਹੜੀਆਂ ਚੀਜ਼ਾਂ ਬਦਲਦੀਆਂ ਨੇ ਤੇ ਅਸੀਂ ਕੁਐਸਚਨ ਪੁੱਛਦੇ ਹਾਂ ਕਿ ਸਮਾਜ ਵਿੱਚ ਕੀ ਬਦਲਾਵ ਆਇਆ ਤੇ ਜੈਂਡਰ ਰੋਲਸ 'ਚ ਕੀ ਬਦਲਾਵ ਆਇਆ, ਪਰ ਸਾਨੂੰ ਇਹ ਵੀ ਹੁਣ ਪੁੱਛਣ ਦੀ ਲੋੜ ਹੈ ਕਿ ਸਮਾਜ ਵਿੱਚ ਸਿਰਫ ਬਦਲਾਵ ਤੱਕ ਆਉਣਾ ਹੀ ਹੈ, ਸਮਾਜ ਬਦਲ ਹੀ ਰਿਹਾ ਹੈ ਜਿੰਨਾ ਵੀ ਓਵਰ ਟਾਈਮ ਅਸੀਂ ਵੇਖੀਏ, ਪਰ ਸਮਾਜ ਵਿੱਚ ਕੁਝ ਚੀਜ਼ਾਂ ਇੱਕੋ ਜਿਹੀਆਂ ਕਿਉਂ ਬਣੀਆਂ ਹੋਈਆਂ ਨੇ। ਇਨਇਕੁਆਲਿਟੀ ਜਿਹੜੀ ਹੈ, ਅਸਮਾਨਤਾ ਜਿਹੜੀ ਹੈ, ਲਿੰਗਕ ਇਨਇਕੁਆਲਿਟੀ ਹੋ ਗਈ ਤੇ ਬਾਕੀ ਜਿਹੜੀਆਂ ਪਾਵਰ ਇਕੁਏਸ਼ਨਸ ਨੇ, ਜਿਹੜੇ ਰੋਲਸ ਨੇ, ਉਹੀ ਇਸ ਅਸਮਾਨਤਾ ਕਿਉਂ ਕੰਟੀਨਿਊ ਹੋ ਰਹੀ ਹੈ, ਕਿਉਂ ਜਾਰੀ ਹੈ। ਤੇ ਇਹ ਵੀ ਇੱਕ ਕੁਐਸਚਨ ਹੁਣ ਇੱਥੇ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਪਹਿਲਾਂ ਜਿਹੜਾ ਇਨਇਕੁਅਲ ਰੋਲ ਸੀ ਕਿ ਮੇਲ ਨੂੰ ਸੁਪੀਰੀਅਰ ਮੰਨਿਆ ਜਾਂਦਾ ਸੀ, ਫੀਮੇਲ ਨੂੰ ਇਨਫੀਰੀਅਰ ਮੰਨਿਆ ਜਾਂਦਾ ਸੀ, ਉਹ ਕਿਉਂ ਕੰਟੀਨਿਊ ਹੋ ਰਿਹਾ ਹੈ, ਜਾਂ ਮਰਦਾਨਗੀ ਦੇ ਨਾਲ ਸਿਰਫ ਫਿਜ਼ੀਕਲ ਸਟਰੈਂਥ ਕਿਉਂ ਜੁੜੀ, ਨਾ ਸਿਰਫ ਹਿੰਸਾ ਹੀ ਕਿਉਂ ਜੁੜੀ ਹੋਈ। ਤੇ ਇਹ ਜਿਹੜੀ ਕੰਟੀਨਿਊਟੀ ਹੈ ਕੁਝ ਚੀਜ਼ਾਂ ਦੀ, ਕੁਝ ਸਾਡੇ ਸੋਸ਼ਲ ਪੋਜੀਸ਼ਨਸ ਦੀ, ਸਟੇਟਸ ਦੀ, ਤੇ ਉਹਨੂੰ ਸਮਝਣ ਦੀ ਲੋੜ ਹੈ। ਤੇ ਉਹਦੇ ਵਿੱਚ ਕਈ ਤਰ੍ਹਾਂ ਤੇ ਪਾਵਰ ਐਕਟ ਕਰਦੀ, ਕਈ ਤਰ੍ਹਾਂ ਦੇ ਜਿਹੜੇ ਪ੍ਰਭਾਵ ਨੇ ਉਹ ਐਕਟ ਕਰਦੇ ਨੇ ਕਿ ਉਹ ਫੈਮਿਲੀ ਵੀ ਹੋ ਸਕਦੀ ਹੈ, ਉਹ ਆਰਡੀਨਰੀ ਬਿਹੇਵੀਅਰ ਵੀ ਹੋ ਸਕਦਾ ਤੇ ਸਰਕਾਰ ਵੀ ਹੋ ਸਕਦੀ ਹੈ। ਸਰਕਾਰੀ ਲੈਵਲ ਤੇ ਵੀ ਕਾਫੀ ਚੀਜ਼ਾਂ ਹੋਈਆਂ ਨੇ ਜਿਹਨੇ ਉਹ ਇੱਕ ਪਰਟੀਕੂਲਰ ਐਟੀਟਿਊਡ, ਪਰਟੀਕੂਲਰ ਬਿਹੇਵੀਅਰ ਨੂੰ बढ़ावा ਦਿੱਤਾ, ਪ੍ਰਿਵਿਲੇਜ ਕੀਤਾ ਤੇ ਉਹ ਇੱਕ ਕੰਟੀਨਿਊਇੰਗ ਫੈਕਟਰ ਬਣੇ ਨੇ। ਤੇ ਸਭ ਤੋਂ ਪਹਿਲਾਂ ਮੈਂ ਇੱਕ ਐਗਜ਼ਾਮਪਲ ਤੋਂ ਸ਼ੁਰੂ ਕਰਨਾ ਚਾਹਾਂਗੀ ਕਿ ਮੈਂ ਜਦੋਂ +1 ਸੀਗੀ, ਮੈਂ ਜਲੰਧਰ ਸੀਗੀ, ਮੇਰੇ ਫਾਦਰ ਉੱਥੇ ਪੋਸਟਡ ਸੀ ਤੇ ਮੈਂ ਟਿਊਸ਼ਨ ਲੈ ਰਹੀ ਸੀ ਤੇ ਟਿਊਸ਼ਨ ਲਈ ਮੈਂ ਆਪਣੀ ਦੋਸਤ ਨਾਲ ਜਾਂਦੀ ਸੀ ਸਵੇਰੇ ਸਵੇਰੇ, ਜਿਹੜੀ ਵੀ ਸਾਡੀ ਟਿਊਸ਼ਨ ਹੁੰਦੀਆਂ ਸੀ ਤੇ ਅਸੀਂ ਸਕੂਟੀ ਤੇ ਜਾਂਦੇ ਪਏ ਸੀ ਤੇ ਮੁੰਡੇ ਸਾਨੂੰ ਫੋਲੋ ਕਰਨ ਲੱਗ ਪਏ ਤੇ ਉਹ ਕਾਫੀ ਦੂਰ ਤੱਕ ਸਾਨੂੰ ਫੋਲੋ ਕਰਦੇ ਰਹੇ। ਉਹ ਵਿੰਟਰ ਦਾ ਟਾਈਮ ਸੀ ਤੇ ਕਾਫੀ ਅੰਧੇਰਾ ਵੀ ਸੀ ਤੇ ਉਹ ਥੋੜੀ ਸੁਨਸਾਨ ਜੀ ਜਗ੍ਹਾ ਤੇ ਆ ਕੇ ਸਾਡੇ ਅੱਗੇ ਆ ਕੇ ਉਹਨਾਂ ਨੇ ਆਪਣੀ ਬਾਈਕ ਰੋਕਤੀ ਤੇ ਮੇਰੀ ਜਿਹੜੀ ਫਰੈਂਡ ਸੀ ਉਹ ਥੋੜਾ ਜਿਹਾ ਹਿੰਮਤ ਕਰਕੇ ਉਹਨੇ ਕਿਹਾ ਕਿ ਤੁਸੀਂ ਸਾਨੂੰ ਕੁਝ ਛੇੜਦੇ ਹੋ, ਆਪਣੀ ਭੈਣ ਨੂੰ ਕਿਉਂ ਛੇੜਦੇ। ਤੇ ਉਹ ਮੁੰਡਾ ਜਿਹੜਾ ਬਾਈਕ ਤੇ ਅੱਗੇ ਬੈਠਿਆ ਹੋਇਆ ਸੀ, ਉਹਨੇ ਆਪਣੀ ਬਾਈਕ ਬੰਦ ਕੀਤੀ ਤੇ ਉਹ ਸਾਡੇ ਸਾਹਮਣੇ ਆਇਆ ਤੇ ਸਾਨੂੰ ਉਂਗਲ ਵਿਖਾ ਕੇ ਕਹਿੰਦਾ ਹੈ ਭੈਣ ਤੇ ਨਾ ਜਾਈ। ਤੇ ਮੈਂ ਇਹਨੂੰ ਐਗਜ਼ਾਮਪਲ ਇਸ ਲਈ ਲੈ ਰਹੀ ਹਾਂ ਕਿ ਇਹ ਬਹੁਤ ਸਮਾਨਯ ਇਨਸੀਡੈਂਟ ਹੈ, ਬਹੁਤ ਕੁੜੀਆਂ ਨਾਲ ਹੋਇਆ ਹੈ, ਬਹੁਤ ਔਰਤਾਂ ਨਾਲ ਹੋਇਆ ਹੈ। ਇਸ ਤੋਂ ਵੀ ਜ਼ਿਆਦਾ ਬਹੁਤ ਕੁਝ ਹੋਇਆ ਹੈ ਪਬਲਿਕ ਸਪੇਸ ਦੇ ਵਿੱਚ, ਪਬਲਿਕ ਜਦੋਂ ਵੀ ਉਹ ਬਾਹਰ ਜਾਂਦੀਆਂ ਨੇ ਤੇ ਇਹ ਤੁਸੀਂ ਇਹ ਵੇਖੋ ਕਿ ਉਹੀ ਜਿਹੜਾ ਬੰਦਾ ਹੈ ਜਿਹੜਾ ਆਪਣੇ ਘਰ 'ਚ ਆਪਣੀ ਭੈਣ ਦਾ ਪ੍ਰੋਟੈਕਟਰ ਹੈ, ਜਿਹੜਾ ਉਹਦੀ ਆਨਰ ਦੀ ਰੱਖਿਆ ਕਰਦਾ ਹੈ, ਉਹੀ ਬਾਹਰ ਜਾ ਕੇ ਵਾਇਲੇਟਰ ਹੈ। ਤੇ ਇਹ ਨਹੀਂ ਹੈ ਕਿ ਜਿਹੜਾ ਪ੍ਰੋਟੈਕਟਰ ਹੈ ਉਹ ਵਾਇਲੇਟਰ ਨਹੀਂ ਹੋ ਸਕਦਾ, ਜਾਂ ਇਹ ਦੋ ਵੱਖਰੇ ਕੈਰੈਕਟਰਸ ਨੇ ਜਾਂ ਉਹ ਵੱਖਰੇ ਟਾਈਪ ਦੀ ਮੈਸਕੂਲਿਨਿਟੀਜ਼ ਨੇ, ਇਹ ਦੋਨੋਂ ਇਕੱਠੀਆਂ ਆਉਂਦੀਆਂ ਨੇ ਕਿਉਂਕਿ ਜਿਹੜਾ ਅੰਡਰਸਟੈਂਡਿੰਗ ਆਫ ਆਨਰ ਹੈ ਇੱਥੇ ਉਹ ਸੇਮ ਹੈ ਕਿ ਜਿਹੜੀ ਕੁੜੀ ਬਾਹਰ ਹੈ ਉਹਦਾ ਆਨਰ ਵੀ ਉਹੀ ਬੰਦੇ ਹੱਥ ਹੈ ਜੇ ਉਹ ਬਾਹਰ ਹੈ, ਤੇ ਜਿਹੜੀ ਕੁੜੀ ਘਰ ਦੇ ਅੰਦਰ ਹੈ ਉਹਦਾ ਵੀ ਆਨਰ ਜਿਹੜਾ ਹੈ ਉਹ ਉਸੇ ਹੀ ਬੰਦੇ ਹੱਥ ਹੈ ਜੋ ਉਹਦੇ ਫੈਮਿਲੀ ਮੈਂਬਰਸ ਨੇ, ਜਿਹੜੇ ਮੇਲ ਮੈਂਬਰਸ ਨੇ, ਹਸਬੈਂਡ, ਬ੍ਰਦਰ ਜਾਂ ਫਿਰ ਫਾਦਰ, ਪਰ ਉਹਦੇ ਆਪਣੇ ਹੱਥ ਨਹੀਂ ਹੈ। ਇਸ ਤਰ੍ਹਾਂ ਤੋਂ ਅਸੀਂ ਇਹ ਵੀ ਸਮਝਦੇ ਹਾਂ ਕਿ ਜਿਹੜੀ ਆਈਡੈਂਟਿਟੀ ਹੈ ਉਹ ਸਿਰਫ ਸਾਡੀ ਆਪਣੀ ਜਿਹੜੀ ਹੈ ਉਹ ਅਸੀਂ ਐਕਵਾਇਰ ਨਹੀਂ ਕਰਦੇ, ਜਾਂ ਅਸੀਂ ਜਿਹੜੇ ਆਪਣੀ ਫੈਮਿਲੀ ਦੇ ਐਟੀਟਿਊਡਸ ਤੋਂ ਜਾਂ ਫਿਰ ਬਾਹਰ ਨੂੰ ਜਿੰਨਾ ਵੀ ਰੀਇਨਫੋਰਸ ਹੁੰਦਾ ਹੈ ਸਾਡਾ ਬਿਹੇਵੀਅਰ, ਉਹਦੇ ਤੋਂ ਤਾਂ ਅਸੀਂ ਗੇਨ ਕਰਦੇ, ਅਸੀਂ ਪਲੇ ਵੀ ਹੈ ਜਿਹੜੇ ਬਾਹਰ ਜਾ ਕੇ
ਬਹੁਤ ਸਾਰੇ ਮੁੰਡੇ ਕਰਦੇ ਨੇ ਇਹੋ ਜਿਹੇ ਕੰਮ ਤੇ ਉਹਨਾਂ ਨੂੰ ਉੱਥੇ ਕੁਐਸਚਨ ਨਹੀਂ ਕਰਿਆ ਜਾਂਦਾ ਜਾਂ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਜਾਂ ਉਹਨਾਂ ਨੂੰ ਕਿਹਾ ਨਹੀਂ ਜਾਂਦਾ ਕਿ ਇਹ ਗਲਤ ਹੈ ਤੇ ਇੱਕ ਤਰ੍ਹਾਂ ਦਾ ਰੀਇਨਫੋਰਸਮੈਂਟ ਹੁੰਦਾ ਹੈ ਤੇ ਉਹ ਆਈਡੈਂਟੀਟੀ ਜਿਹੜੀ ਮਰਦਾਨਗੀ ਦੀ ਆਈਡੈਂਟੀਟੀ ਹੈ ਉਹ ਉੱਥੇ ਉਹ ਸਿੱਖਦੇ ਵੀ ਨਹੀਂ ਉਹ ਉੱਥੇ ਸਿਰਫ ਪਲੇ ਆਊਟ ਨਹੀਂ ਹੁੰਦੀ ਉਹ ਸਿਰਫ ਪਰਫਾਰਮ ਨਹੀਂ ਹੁੰਦੀ ਉਹ ਉੱਥੇ ਉਹ ਆਈਡੈਂਟੀਟੀ ਇੱਕ ਤਰ੍ਹਾਂ ਦੀ ਉਹਦੀ ਸਿੱਖ ਵੀ ਚੱਲਦੀ ਪਈ ਹੈ ਉੱਥੇ ਪਬਲਿਕ ਸਪੇਸ 'ਚ ਪਬਲਿਕ ਸਪੇਸ ਦੇ ਉੱਤੇ ਅਮਨਦੀਪ ਜੀ ਦਾ ਇੱਕ ਬਹੁਤ ਵਧੀਆ ਟਾਕ ਹੋਇਆ ਸੀ ਪਿੱਛੇ ਅਸੁਵਿਧਾ ਵਿੱਚ ਹੀ ਤੇ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੀ ਬਟ ਪਬਲਿਕ ਸਪੇਸ ਦਾ ਜਿਹੜਾ ਰੋਲ ਹੈ ਇਸ ਆਈਡੈਂਟੀਟੀ ਕ੍ਰੀਏਸ਼ਨ ਉਹ ਕਾਫੀ ਇੰਪੋਰਟੈਂਟ ਹੈ ਜੇ ਤੁਸੀਂ ਵੇਖੋ ਤੇ ਜਿਹੜੇ ਮਰਦ ਨੇ ਜਿਹੜਾ ਮੇਲ ਮੈਂਬਰਸ ਹੈ ਮੇਲ ਯੂਥ ਹੈ ਉਹ ਜਦੋਂ ਪਬਲਿਕ ਸਪੇਸ 'ਚ ਜਾਂਦਾ ਹੈ ਤੇ ਉਸੇ ਉਹਨੂੰ ਉਹਨਾਂ ਦਾ ਜਿਵੇਂ ਹੱਕ ਮੰਨਿਆ ਜਾਂਦਾ ਕਿ ਉੱਥੇ ਜਾਣਾ ਉਹਨਾਂ ਦਾ ਹੱਕ ਹੈ ਤੇ ਜੇ ਕੁੜੀਆਂ ਜਾਂਦੀਆਂ ਨੇ ਜਾਂ ਜੇ ਔਰਤਾਂ ਮਹਿਲਾ ਜਾਂਦੀਆਂ ਨੇ ਤੇ ਉਹ ਸਮਝਿਆ ਜਾਂਦਾ ਕਿ ਇਹ ਉਹਨਾਂ ਨੂੰ ਫਾਈਟ ਕਰਨਾ ਪਏਗਾ ਉਹ ਕਲੇਮ ਲਈ ਉਹ ਹੱਕ ਲਈ ਉਹਨਾਂ ਨੂੰ ਉੱਥੇ ਜਿਵੇਂ ਮਿਹਨਤ ਕਰਨੀ ਪਏਗੀ ਕਿ ਉਹ ਉਹਨਾਂ ਦੀ ਨੈਚੁਰਲ ਜਗ੍ਹਾ ਨਹੀਂ ਤੇ ਪਬਲਿਕ ਸਪੇਸ ਜਿਹੜੀ ਹੈ ਉਹ ਮਰਦਾਂ ਦੀ ਨੈਚੁਰਲ ਜਗ੍ਹਾ ਹੈ ਉਹ ਜਿਹੜਾ ਉਹ ਸਫੀਅਰ ਹੈ ਉਹ ਉਹਨਾਂ ਦਾ ਨੈਚੁਰਲ ਸਪੇਸ ਹੈ ਤੇ ਉਹ ਜਿਹੜਾ ਬਿਹੇਵੀਅਰ ਹੈ ਉਹ ਜਿਹੜਾ ਅੰਡਰਸਟੈਂਡਿੰਗ ਹੈ ਉਹ ਸਿਰਫ ਇੰਡੀਵਿਜੂਅਲ ਮੇਲ ਮੈਂਬਰਸ ਦਾ ਨਹੀਂ ਹੁੰਦਾ ਉਹ ਇੱਕ ਤਰ੍ਹਾਂ ਦਾ ਉਹਨਾਂ ਦੀ ਆਪਸ ਦਾ ਡਾਇਲੋਗ ਵੀ ਹੈ ਉਹਨਾਂ ਦੀ ਆਪਸ ਦੀ ਕਨਵਰਸੇਸ਼ਨ ਵੀ ਹੈ ਕਿ ਮੇਲ ਬੌਂਡਿੰਗ ਕਿਸ ਤਰ੍ਹਾਂ ਹੁੰਦੀ ਹੈ ਉਹ ਆਪਸ 'ਚ ਗੱਲਾਂ ਕਿਸ ਤਰ੍ਹਾਂ ਕਰਦੇ ਨੇ ਤੇ ਉਹਦੇ ਨਾਲ ਵੀ ਰੀਇਨਫੋਰਸ ਹੁੰਦਾ ਹੈ ਪੀਅਰਸ ਨਾਲ ਵੀ ਰੀਇਨਫੋਰਸ ਹੁੰਦਾ ਹੈ ਉਹ ਜਿਸ ਤਰ੍ਹਾਂ ਆਇਡੈਂਟੀਟੀ ਜਿਹੜੇ ਆਪਣੀ ਮਰਦਾਨਗੀ ਜਿਹੜੀ ਰਿਪਰੈਜ਼ੈਂਟ ਕਰਦੇ ਨੇ ਜਿਹੜੇ ਉਹ ਡਿਸਪਲੇ ਕਰਦੇ ਨੇ ਪਰਫਾਰਮ ਕਰਦੇ ਨੇ ਉਹਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੈ ਉਹਨੂੰ ਕਿਸ ਤਰ੍ਹਾਂ ਦੀ ਐਕਸੈਪਟੈਂਸ ਮਿਲਦੀ ਹੈ ਉਹ ਪੂਰਾ ਇੱਕ ਕਲੈਕਟਿਵ ਅੰਡਰਸਟੈਂਡਿੰਗ ਹੈ ਮਰਦਾਨਗੀ ਦੀ ਆਈਡੈਂਟਿਟੀ ਦੀ ਕਿ ਜਿਹੜਾ ਇੱਕ ਆਪਸ 'ਚ ਜਿਵੇਂ ਦੋ ਦੋਸਤ ਹੈ ਤੇ ਉਹ ਆਪਸ 'ਚ ਗੱਲ ਕਰਦੇ ਪਏ ਨੇ ਕਿਸੇ ਕੁੜੀ ਬਾਰੇ ਕੋਈ ਸੜਕ ਤੇ ਚੱਲਦੀ ਪਈ ਹੈ ਜਾਂ ਫਿਰ ਆਪਸ 'ਚ ਇੱਕ ਦੂਜੇ ਦੀ ਕਿਸੇ ਦੀ ਗਰਲਫ੍ਰੈਂਡ ਬਾਰੇ ਗੱਲ ਕਰਦੇ ਪਏ ਨੇ ਕਿ ਕੀ ਰਿਸ਼ਤਾ ਹੈ ਤੇ ਉਹ ਕਿਸ ਤਰ੍ਹਾਂ ਇੱਕ ਦੂਜੇ ਨੂੰ ਨੀਵਾਂ ਵਿਖਾ ਕੇ ਆਪਣਾ ਜਿਹੜੀ ਮਰਦਾਨਗੀ ਉਹ ਪਰਫਾਰਮ ਕਰਦੇ ਨੇ ਉਹ ਮਤਲਬ ਇੱਕ ਐਸਟੈਬਲਿਸ਼ ਕਰਦੇ ਨੇ ਕਿ ਕੌਣ ਜ਼ਿਆਦਾ ਮਰਦ ਹੈ ਦੋਨਾਂ ਵਿੱਚ ਤੇ ਉਹ ਜਿਹੜਾ ਹੈ ਉਹ ਉਹਨਾਂ ਗੱਲਾਂ ਵਿੱਚ ਆਉਂਦਾ ਹੈ ਜਿਵੇਂ ਕਿ ਉਹ ਕਿਸ ਤਰ੍ਹਾਂ ਔਰਤ ਬਾਰੇ ਗੱਲ ਕਰਦੇ ਪਏ ਨੇ ਕਿਸ ਤਰ੍ਹਾਂ ਕੁੜੀ ਬਾਰੇ ਗੱਲ ਕਰਦੇ ਪਏ ਨੇ ਕਿਸ ਤਰ੍ਹਾਂ ਕਿਸੇ ਨੂੰ ਛੇੜਦੇ ਪਏ ਨੇ ਕਿਸੇ ਨੂੰ ਵਾਇਲੇਟ ਕਰਦੇ ਪਏ ਨੇ ਤੇ ਜਿਹੜਾ ਜ਼ਿਆਦਾ ਵਾਇਲੇਟ ਕਰਦਾ ਹੈ ਉਹ ਜ਼ਿਆਦਾ ਮਰਦ ਮੰਨਿਆ ਜਾਂਦਾ ਹੈ ਤੇ ਇਹ ਵੀ ਇੱਕ ਪਬਲਿਕ ਸਪੇਸ ਦੀ ਇੱਕ ਪਬਲਿਕ ਜਿਸ ਤਰ੍ਹਾਂ ਅਸੀਂ ਮੰਨਦੇ ਹਾਂ ਉਹਦੀ ਵੀ ਘਾੜਤ ਹੈ ਕਿ ਉਹ ਕਿਸ ਤਰ੍ਹਾਂ ਰੀਇਨਫੋਰਸ ਕਰਦਾ ਹੈ ਇਹ ਅੰਡਰਸਟੈਂਡਿੰਗ ਦੀ ਕਿ ਇਹ ਜਿਹੜਾ ਬਿਹੇਵੀਅਰ ਹੈ ਜਿਹੜਾ ਵਾਇਲੇਸ਼ਨ ਹੈ ਇਹ ਐਕਸੈਪਟਡ ਹੈ ਤੇ ਇਹੀ ਮਾਨਕ ਹੈ ਇਹੀ ਨੋਰਮ ਹੈ ਇਹਨੂੰ ਹੀ ਹੁਣ ਜਿਹੜਾ ਹੈ ਉਹ ਮਰਦਾਨਗੀ ਦਾ ਜਿਵੇਂ ਪੈਰਾਮੀਟਰ ਹੈ ਤੇ ਸਿਰਫ ਇਹ ਨਹੀਂ ਹੈ ਕਿ ਉਹ ਆਪਸ ਜਿਵੇਂ ਸਿਰਫ ਡਾਇਲੋਗ ਹੀ ਹੁੰਦਾ ਹੈ ਦੋਸਤਾਂ ਦਾ ਜਾਂ ਪੀਅਰਸ ਦਾ ਜਾਂ ਕਲੈਕਟਿਵਲੀ ਮੇਲ ਬੌਂਡਿੰਗ ਵਿੱਚ ਉਹ ਵਾਇਲੈਂਸ ਦੇ ਨਾਲ ਵੀ ਹੁੰਦਾ ਹੈ ਤੇ ਉਹ ਹਿੰਸਾ ਦੇ ਨਾਲ ਵੀ ਐਸਟੈਬਲਿਸ਼ ਹੁੰਦਾ ਹੈ ਜਿਵੇਂ ਤੁਸੀਂ ਬਹੁਤ ਸਾਰੇ ਕੇਸਿਸ ਵੇਖੇ ਹੋਣੇ ਜਿਹੜੇ ਗੈਂਗ ਰੇਪ ਕੇਸਿਸ ਹੁੰਦੇ ਨੇ ਉਹ ਇੱਕ ਤਰ੍ਹਾਂ ਦੀ ਰੇਪ ਜਿਹੜਾ ਹੈ ਉਹ ਕਨਵਰਸੇਸ਼ਨ ਉਹ ਬੰਦਿਆਂ ਦੇ ਵਿੱਚ ਹੁੰਦੀ ਪਈ ਉਹ ਔਰਤ ਸਿਰਫ ਇੱਕ ਚੀਜ਼ ਬਣ ਕੇ ਰਹਿ ਜਾਂਦੀ ਹੈ ਕਿ ਉਹਦਾ ਕੁਝ ਵੀ ਜੇ ਉਹਦੀ ਜਿਹੜੀ ਪੋਜੀਸ਼ਨ ਹੈ ਉੱਥੇ ਉਹ ਵਾਇਲੇਟ ਹੁੰਦੀ ਹੈ ਉਹ ਵਿਕਟਿਮ ਹੁੰਦੀ ਹੈ ਲੇਕਿਨ ਉਹਦਾ ਪੋਜੀਸ਼ਨ ਜਿਵੇਂ ਇਨਸੀਡੈਂਟਲ ਹੈ ਇਹਦੇ ਵਿੱਚ ਕਿ ਉਹ ਇੱਕ ਸਿਰਫ ਇੱਕ ਚੀਜ਼ ਬਣ ਕੇ ਰਹਿ ਗਈ ਜਿਹੜਾ ਇੱਕ ਆਪਸ ਵਿੱਚ ਜਿਹੜਾ ਮਰਦਾਂ ਦਾ ਕਨਵਰਸੇਸ਼ਨ ਹੈ ਉਹ ਹੁੰਦਾ ਹੈ ਰੀਇਨਫੋਰਸ ਕਰਨ ਦਾ ਕਿ ਨਹੀਂ ਇੱਕ ਤੇ ਅਸੀਂ ਆਰਡਰ ਐਸਟੈਬਲਿਸ਼ ਕੀਤਾ ਕਿ ਇਹ ਜਿਹੜੀ ਔਰਤ ਹੈ ਉਹਦੀ ਪੋਜੀਸ਼ਨ ਲੋ ਹੈ ਤੇ ਦੂਜਾ ਇਹ ਹੈ ਕਿ ਇਹ ਹਿੰਸਾ ਨਾਲ ਇਹ ਵੀ ਐਸਟੈਬਲਿਸ਼ ਹੁੰਦਾ ਹੈ ਕਿ ਉਹਨਾਂ ਵਿੱਚ ਕੌਣ ਜ਼ਿਆਦਾ ਮਰਦ ਹੈ ਤੇ ਜੇ ਤੁਸੀਂ ਨਹੀਂ ਰੇਪ ਕਰ ਸਕਦੇ ਜੇ ਤੁਸੀਂ ਉਹ ਗੈਂਗ ਰੇਪ ਵਾਲਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਜੇ ਤੁਸੀਂ ਨਹੀਂ ਕਰ ਸਕਦੇ ਤੇ ਉਹ ਤੁਸੀਂ ਕੰਮ ਘੱਟ ਮਰਦ ਹੋ ਇਹ ਜਿਹੜਾ ਵਾਇਲੈਂਸ ਦੇ ਥਰੂ ਇੱਕ ਤਰ੍ਹਾਂ ਦੀ ਜੋ ਕਲੈਕਟਿਵ ਮਰਦਾਨਗੀ ਦੀ ਅੰਡਰਸਟੈਂਡਿੰਗ ਉਹ ਕ੍ਰੀਏਟ ਹੁੰਦੀ ਤੇ ਇਹ ਨਹੀਂ ਕਿ ਸਿਰਫ ਔਰਤਾਂ ਦੇ ਖਿਲਾਫ ਹੀ ਇਹ ਤਰ੍ਹਾਂ ਦੇ ਜਿਹੜੇ ਹਿੰਸਾ ਹੁੰਦੀ ਹੈ ਇਹੋ ਜਿਹਾ ਹੁੰਦਾ ਤੁਸੀਂ ਬॉयਜ਼ ਹੋਸਟਲਸ ਦੇਖ ਲਓ ਤੁਸੀਂ ਬਹੁਤ ਸਾਰੇ ਆਪਸ ਵਿੱਚ ਜਿਹੜਾ ਫਰੈਂਡਸ ਹੁੰਦੇ ਨੇ ਮੇਲ ਫਰੈਂਡਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਆਪਸ ਵਿੱਚ ਜਿਹੜਾ ਵੀ ਥੋੜਾ ਜਿਹਾ ਜਿਸ ਵਿੱਚ ਤੁਸੀਂ ਕਹਿ ਲਓ ਕਿ ਐਕਸਪ੍ਰੈਸਿਵ ਬੰਦਾ ਹੈ ਜਾਂ ਉਹ ਉਹਨਾਂ ਫਿਜ਼ੀਕਲ ਸਟਰੈਂਥ ਨੂੰ ਨਹੀਂ ਸਟ੍ਰੈਸ ਕਰਦਾ ਹੈ ਜਾਂ ਫਿਰ
ਉਹਨਾਂ ਤੁਸੀਂ ਕਹਿ ਲਓ ਕਿ ਉਹ ਲੜਦਾ ਨਹੀਂ ਹੈ ਜਾਂ ਫਿਰ ਇਮੋਸ਼ਨਲ ਹੈ, ਤੇ ਉਹਨੂੰ ਵੀ ਇੱਕ ਐਫੈਮੀਨੇਟ ਕੈਰੈਕਟਰ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਜਾਂਦਾ, ਉਹਨੂੰ ਵੀ ਘੱਟ ਮਰਦ ਸਮਝਿਆ ਜਾਂਦਾ। ਤੇ ਇਸ ਤਰ੍ਹਾਂ ਇੱਕ ਮਤਲਬ ਰੋਲ ਪਲੇਇੰਗ ਹੁੰਦੀ ਹੈ ਮਰਦਾਨਗੀ ਦੀ ਅੰਡਰਸਟੈਂਡਿੰਗ ਵਿੱਚ, ਦੀ ਆਈਡੈਂਟਿਟੀ ਕ੍ਰੀਏਸ਼ਨ ਵਿੱਚ। ਹਾਲਾਂਕਿ ਹੈ ਬਹੁਤ ਨਿੱਜੀ ਪਹਿਚਾਣ ਹੈ, ਤੁਹਾਡੇ ਲਿੰਗਕ ਪਹਿਚਾਣ ਹੈ ਤੁਹਾਡੀ, ਜਿਹੜੀ ਇੱਕ ਤਰ੍ਹਾਂ ਦੀ ਪਰਸਨਲ ਆਈਡੈਂਟਿਟੀ ਹੈ, ਪਰ ਫਿਰ ਵੀ ਬਹੁਤ ਕਲੈਕਟਿਵਲੀ ਕ੍ਰੀਏਟਡ ਹੈ, ਬਹੁਤ ਸਮਾਜਿਕ ਤੌਰ ਤੇ ਕ੍ਰੀਏਟਡ ਹੈ, ਇਹਦੇ ਮਾਨਕ ਸਮਾਜਿਕ ਤੌਰ ਤੇ ਕ੍ਰੀਏਟਡ ਹੈ। ਤੇ ਅਸੀਂ ਇਹ ਵੀ ਇਸ ਤੋਂ ਸਮਝ ਸਕਦੇ ਹਾਂ ਕਿ ਜੇ ਇਹ ਜਿਹੜੀ ਆਈਡੈਂਟਿਟੀ ਹੈ, ਜਿਹੜੀ ਮੈਸਕੂਲਿਨ ਆਈਡੈਂਟਿਟੀ ਹੈ, ਲਿੰਗਕ ਜਿਹੜੀ ਪਹਿਚਾਣ ਹੈ, ਉਹ ਜੇ ਇੰਨੀ ਡਾਇਨਾਮਿਕ ਹੈ ਤੇ ਉਹ ਹੁਣ ਹਜੇ ਤੱਕ ਚੇਂਜ ਕਿਉਂ ਨਹੀਂ, ਮਤਲਬ ਕਿ ਜੇ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਉਹ ਰੀਇਨਫੋਰਸ ਹੁੰਦੀ ਹੈ, ਤੇ ਅਸੀਂ ਹੁਣ ਰੀਇਨਫੋਰਸ ਜੇ ਕਰਨਾ ਬੰਦ ਕਰ ਦਈਏ ਤਾਂ ਇੰਨਾ ਕਿਉਂ ਹੈ ਕਿ ਇਹ ਮਰਦਾਨਗੀ ਜਿਹੜਾ ਐਸਟੈਬਲਿਸ਼ ਹੋਇਆ ਹੈ, ਮਾਨਕ ਜਿਹੜੇ ਪੈਰਾਮੀਟਰਸ ਨੇ, ਇਹ ਕਿਉਂ ਚੱਲਦੇ ਪਏ ਨੇ। ਤੇ ਇਹਦੇ ਵਿੱਚ ਮੈਂ ਜਿਵੇਂ ਪ੍ਰੇਮ ਚੌਧਰੀ ਜੀ ਦਾ ਕੰਮ ਲੈ ਕੇ ਆਉਣਾ ਚਾਹਾਂਗੀ। ਉਹਨਾਂ ਨੇ ਕਾਫੀ ਕੰਮ ਕੀਤਾ ਹੈ ਮੈਸਕੂਲਿਨਿਟੀ, ਕਾਸਟ ਤੇ ਮਤਲਬ ਈਵਨ ਲਵ ਮੈਰਿਜਸ ਤੇ ਨਾਰਥ ਇੰਡੀਆ ਵਿੱਚ ਲਵ ਮੈਰਿਜਸ ਕਿਸ ਤਰ੍ਹਾਂ ਹੁੰਦੀਆਂ ਨੇ। ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਬ੍ਰਿਟਿਸ਼ ਜਿਹੜੇ ਆਰਕਾਈਵਸ ਨੇ, ਆਰਮੀ ਦੇ ਜਿਹੜੇ ਆਰਕਾਈਵ ਨੇ, ਉਹਨੂੰ ਉਹਨਾਂ ਨੇ ਸਟੱਡੀ ਕੀਤਾ। ਤੇ ਉਹ ਕਹਿੰਦੇ ਨੇ ਕਿ ਇੱਕ ਤਾਂ ਜਿਹੜਾ ਨਾਰਦਰਨ ਇੰਡੀਆ ਵਿੱਚ ਹੈ, ਜੇ ਤੁਸੀਂ ਵੇਖੋ ਕਿ ਉੱਥੇ ਜਿਹੜੀ ਮੈਸਕੂਲਿਨਿਟੀ ਜਿਹੜੀ ਹੈ ਹਿੰਸਾ ਨਾਲ ਜੁੜੀ ਹੋਈ ਹੈ ਜਾਂ ਅਗਰੈਸ਼ਨ ਨਾਲ ਜੁੜੀ ਹੋਈ ਹੈ, ਫਿਜ਼ੀਕਲ ਸਟਰੈਂਥ ਨਾਲ ਜੁੜੀ ਹੋਈ ਹੈ। ਤੇ ਇਹਦੇ ਇਤਿਹਾਸਿਕ ਪੱਖ ਨੇ ਕਿ ਇਹਦੇ ਵਿੱਚ ਜਿਹੜੇ ਨੇ, ਇੱਕ ਤਾਂ ਇਹ ਜਿਹੜਾ ਏਰੀਆ ਸੀ ਪੰਜਾਬ ਜੋ ਪਹਿਲਾਂ ਦਾ ਪੰਜਾਬ ਸੀ, ਉਹਦੇ ਵਿੱਚ ਹਰਿਆਣਾ ਦੇ ਵੀ ਕਾਫੀ ਪਾਰਟਸ ਆਉਂਦੇ ਸੀ ਤੇ ਹਿਮਾਚਲ ਵੀ ਆਉਂਦਾ ਸੀ, ਬਟ ਹਿਮਾਚਲ ਦਾ ਟਰੇਨ ਇਹੋ ਜਿਹਾ ਸੀ ਕਿ ਉੱਥੇ ਜ਼ਿਆਦਾ ਅਟੈਕਸ ਨਹੀਂ ਹੋਏ ਜਿੰਨਾ ਕਿ ਪੰਜਾਬ ਤੇ ਹਰਿਆਣਾ ਦੇ ਇਲਾਕੇ 'ਚ ਹੋਏ। ਤੇ ਪੁਰਾਣਾ ਪੰਜਾਬ ਤੇ ਉਹ ਜਿਹੜਾ ਸੀ ਅੱਧਾ ਤੇ ਉਹ ਪਾਕਿਸਤਾਨ ਵਿੱਚ ਹੀ ਹੈ ਹੁਣ, ਪਰ ਉਹਦੇ ਜਿੰਨੇ ਵੀ ਅਟੈਕਸ ਹੋਏ ਨੇ ਤੇ ਜਿੰਨੇ ਵੀ ਮਤਲਬ ਆਂਦੇ ਰਹੇ ਨੇ ਜਿਹੜੇ ਵੀ ਕਿੰਗਸ ਵਗੈਰਾ ਤੇ ਰੂਲਰਸ, ਤੇ ਉਹ ਕੌਨਕੁਐਸਟ ਇੱਕ ਹੁੰਦੀ ਸੀ ਕਿ ਇਸ ਇਲਾਕੇ ਨੂੰ ਅਸੀਂ ਤਹਿਸ ਨਹਿਸ ਕਰ ਦਾਂਗੇ, ਇਹਦਾ ਜਿਹੜੇ ਪ੍ਰੋਸਪੈਰਿਟੀ ਆ ਉਹ ਸਾਡੀ ਉਹ ਲੈ ਕੇ ਚਲੇ ਜਾਵਾਂਗੇ। ਤੇ ਇੱਕ ਵੂਮਨ ਦਾ ਵੀ ਜਿਹੜਾ ਪੁਲਿਸ ਸੀ ਉਹ ਇੱਕ ਕੌਨਕੁਐਸਟ ਦੇ ਤੌਰ ਤੇ ਸੀ ਕਿ ਉਹ ਵੀ ਪ੍ਰੋਪਰਟੀ ਤਰ੍ਹਾਂ ਹੀ ਟ੍ਰੀਟ ਹੁੰਦੀਆਂ ਸੀ, ਕਿ ਉਹ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਉਹਨਾਂ ਦਾ ਓਨਰ ਜਿਹੜਾ ਸੀ, ਉਹ ਜੇ ਉਹਨਾਂ ਦਾ ਜੋ ਵੀ ਹੁੰਦਾ ਸੀ ਰੇਪ ਵਗੈਰਾ ਜਾਂ ਫਿਰ ਉਹਨਾਂ ਨੂੰ ਐਬਡਕਟ ਕੀਤਾ ਜਾਂਦਾ ਸੀ, ਤੇ ਉਹ ਜਿਹੜਾ ਸੀ ਉਹਦੇ ਨਾਲ ਇੱਕ ਜਿਹੜੀ ਪੋਜੀਸ਼ਨ ਸੀ ਕਿ ਮਰਦਾਂ ਨੂੰ ਲੜਨਾ ਪਏਗਾ ਇਹੋ ਜਿਹੀ ਕੌਨਕੁਐਸਟ ਦੇ ਖਿਲਾਫ, ਤੇ ਨਾਲ ਔਰਤਾਂ ਨੂੰ ਪ੍ਰੋਟੈਕਟ ਕਰਨਾ ਪਏਗਾ, ਚਾਹੇ ਸੁਸਾਈਡ ਹੀ ਕਿਉਂ ਨਾ ਕਰਨਾ ਪੜੇ, ਚਾਹੇ ਉਹਨਾਂ ਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪੜੇ। ਤੇ ਇਹ ਜਿਹੜਾ ਸੀ ਇਹ ਸੀਗਾ ਬ੍ਰਿਟਿਸ਼ਰਸ ਦੇ ਆਉਣ ਤੋਂ ਪਹਿਲਾਂ। ਕਾਫੀ ਕਿੰਗਸ ਆਏ ਨਾਰਦਰਨ ਇੰਡੀਆ ਵਿੱਚ, ਕਾਫੀ ਅਟੈਕਸ ਹੋਏ ਨੇ। ਤੇ ਇਹ ਜਿਹੜਾ ਸੀ ਜਦੋਂ ਬ੍ਰਿਟਿਸ਼ਰਸ ਆਏ, ਜਦੋਂ ਪਹਿਲਾਂ ਉਹ ਆਏ ਸੀ ਤਾਂ ਪਹਿਲਾਂ ਕੰਪਨੀ ਦਾ ਰਾਜ ਸੀ, ਈਸਟ ਇੰਡੀਆ ਕੰਪਨੀ ਜੋ ਸੀ। ਤੇ ਉਹ ਜਦੋਂ ਉਹਦੇ ਬਾਅਦ ਉਹਨਾਂ ਦੀ ਜਿਹੜੀ ਆਰਥਿਕ ਜਿਹੜੀ ਵੀ ਮਜ਼ਬੂਤ ਹੁੰਦੀ ਗਈ ਪੋਜੀਸ਼ਨ, ਤੇ 1857 ਦਾ ਜਦੋਂ ਰਿਵੋਲਟ ਹੋਇਆ ਤੇ ਜਾਟ ਪੈਜ਼ੈਂਟਸ ਜਿਹੜੇ ਸੀਗੇ, ਜਿਹੜਾ ਹਰਿਆਣਾ ਦਾ ਇਲਾਕਾ ਹੈ ਉਹਦੇ ਵਿੱਚ ਜਿਹੜੇ ਸੀਗੇ, ਉਹਨਾਂ ਨੇ ਬ੍ਰਿਟਿਸ਼ਰਸ ਦੀ ਕਾਫੀ ਮਦਦ ਕੀਤੀ, ਕਾਫੀ ਉਹਨਾਂ ਨੂੰ ਹੈਲਪ ਕੀਤਾ 1857 ਦੇ ਰਿਵੋਲਟ ਨੂੰ ਦਬਾਉਣ ਲਈ। ਤੇ ਉਹਨਾਂ ਨੇ ਫਿਰ ਬ੍ਰਿਟਿਸ਼ਰਸ ਨੇ ਇਹ ਕਰਨਾ ਸ਼ੁਰੂ ਕੀਤਾ ਕਿ ਉਹਨਾਂ ਨੇ ਜਿਹੜੀ ਆਰਮੀ ਬਣਾਈ, ਕਿ ਉਹਦੇ ਬਾਅਦ 1857 ਰਿਵੋਲਟ ਦੇ ਬਾਅਦ ਤੇ ਜਿਹੜਾ ਸੀ ਡਾਇਰੈਕਟਲੀ ਬ੍ਰਿਟੇਨ ਦਾ ਹੀ ਹਕੂਮਤ ਹੁਣ ਸ਼ੁਰੂ ਹੋ ਗਈ ਸੀ ਭਾਰਤ ਵਿੱਚ। ਤੇ ਉਹਨਾਂ ਨੇ ਜਿਹੜੀ ਆਰਮੀ ਐਸਟੈਬਲਿਸ਼ ਕੀਤੀ, ਆਰਮੀ ਬਣਾਈ, ਉਹਦੇ ਵਿੱਚ ਉਹਨਾਂ ਨੇ ਜਾਟ ਪੈਜ਼ੈਂਟਸ ਨੂੰ ਰਿਕਰੂਟ ਕਰਨਾ ਸ਼ੁਰੂ ਕੀਤਾ, ਕਿ ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਇਹ ਜਿਹੜੀਆਂ ਨੇ ਇਹ ਲੜਨ ਵਾਲੀਆਂ ਕਾਸਟਸ ਨੇ, ਕਿ ਜਿਹੜੇ ਜਾਟ ਪੈਜ਼ੈਂਟਸ ਨੇ ਜਾਂ ਫਿਰ ਜਿਹੜੇ ਜੱਟ ਫਾਰਮਰਸ ਨੇ, ਇਹ ਜਿਹੜੇ ਨੇ ਇਹ ਲੜਦੇ ਨੇ, ਜੱਟ ਪੈਜ਼ੈਂਟਸ ਨੇ ਇਹ ਲੜਦੇ ਨੇ, ਇਹ ਵਾਰਿੰਗ ਕਾਸਟ ਨੇ, ਇਹਨਾਂ ਤੋਂ ਰਿਕਰੂਟ ਕਰਨਾ ਸ਼ੁਰੂ ਕੀਤਾ। ਤੇ
ਉਹਨਾਂ ਦੇ ਲਈ ਇਹ ਬਹੁਤ ਜ਼ਰੂਰੀ ਸੀ, ਕਿਉਂਕਿ 1857 ਦਾ ਰਿਵੋਲਟ ਹੋ ਚੁੱਕਿਆ ਸੀ ਤੇ ਉਹਨਾਂ ਨੂੰ ਉਹੋ ਜਿਹਾ ਰਿਵੋਲਟ ਦੁਬਾਰਾ ਨਹੀਂ ਚਾਹੀਦਾ ਸੀ। ਤੇ ਉਹਨਾਂ ਲਈ ਇਹ ਬਹੁਤ ਜ਼ਰੂਰੀ ਸੀ ਕਿ ਉਹ ਇੱਕ ਮੈਸਕਿਊਲਿਨ ਆਈਡੈਂਟਿਟੀ ਨੂੰ ਕ੍ਰੀਏਟ ਕਰਨ, ਐਸਟੈਬਲਿਸ਼ ਕਰਨ। ਤੇ ਜਿਹੜਾ ਇੱਕ ਚੱਲਦਾ ਆ ਰਿਹਾ ਸੀ ਕਿ ਇੱਥੇ ਇਸ ਇਲਾਕੇ ਵਿੱਚ ਕਾਫੀ ਜਿਹੜੇ ਮਰਦ ਸੀ ਉਹਨਾਂ ਨੂੰ ਲੜਨਾ ਪਿਆ ਸੀ ਆਪਣੀ ਜਿਹੜੀ ਪ੍ਰੋਪਰਟੀ ਸੀ, ਆਪਣੀ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਸਿਕਿਉਰ ਕਰਨ ਲਈ। ਤੇ ਉਹ ਇੱਕ ਤਰ੍ਹਾਂ ਨਾਲ ਜਿਵੇਂ ਉਹ ਪ੍ਰਿਵਿਲੇਜ ਹੋ ਗਈ ਜਦੋਂ ਬ੍ਰਿਟਿਸ਼ਰਸ ਨੇ ਆਪਣੀ ਆਰਮੀ ਬਣਾਉਣੀ ਸ਼ੁਰੂ ਕੀਤੀ ਤੇ ਉਹਨਾਂ ਨੇ ਇਹੀ ਗਰੁੱਪਸ ਤੋਂ ਰਿਕਰੂਟ ਕੀਤਾ ਕਹਿ ਕੇ ਕਿ ਇਹ ਲੜਨ ਵਾਲੇ ਨੇ। ਤੇ ਜੱਟ ਮੈਸਕੂਲਿਨਿਟੀ ਤੇ ਜਾਟ ਪੈਜ਼ੈਂਟਸ ਜਿਹੜੇ ਸੀਗੇ ਇਹਨਾਂ ਗਰੁੱਪਸ ਤੋਂ ਰਿਕਰੂਟ ਕਰਨਾ ਸ਼ੁਰੂ ਕੀਤਾ। ਤੇ ਇੱਕ ਮਾਰਸ਼ਲ ਤੇ ਨਾਨ ਮਾਰਸ਼ਲ ਦਾ ਡਿਸਟਿੰਕਸ਼ਨ ਤੇ ਆਇਆ ਹੀ, ਪਰ ਇੱਕ ਹੋਰ ਵੀ ਉਹ ਜਿਹੜਾ ਡਿਸਟਿੰਕਸ਼ਨ ਲੈ ਕੇ ਆਏ ਬ੍ਰਿਟਿਸ਼ਰਸ ਆਪਣੀ ਪਾਲਿਸੀ ਦੇ ਵਿੱਚ, ਉਹ ਸੀਗਾ ਐਗਰੀਕਲਚਰਲ ਤੇ ਨਾਨ ਐਗਰੀਕਲਚਰਲ ਕਾਸਟ ਗਰੁੱਪਸ। ਕਿ ਜਿਹੜੇ ਐਗਰੀਕਲਚਰਲ ਕਾਸਟ ਗਰੁੱਪਸ ਨੇ ਉਹੀ ਲੈਂਡ ਖਰੀਦ ਸਕਦੇ ਨੇ, ਉਹੀ ਵੇਚ ਸਕਦੇ ਨੇ, ਤੇ ਜਿਹੜੇ ਨਾਨ ਐਗਰੀਕਲਚਰਲ ਕਾਸਟ ਗਰੁੱਪਸ ਨੇ ਉਹ ਲੈਂਡ ਹੀ ਖਰੀਦ ਨਹੀਂ ਸਕਦੇ। ਤੇ ਇੱਕ ਹੁਣ ਤੁਸੀਂ ਵੇਖੋ, ਇੱਕ ਅਸੀਂ ਕੰਬਾਈਨ ਕਰਤੀ ਤਿੰਨ ਚਾਰ ਚੀਜ਼ਾਂ। ਇੱਕ ਜਿਹੜੇ ਲੜਨ ਵਾਲੇ ਗਰੁੱਪ ਨੇ ਉਹੀ ਲੈਂਡ ਓਨਰਸ ਨੇ ਤੇ ਉਹੀ ਜਿਹੜੇ ਨੇ ਵਾਰਿੰਗ ਟ੍ਰਾਈਬਸ ਫਿਜ਼ੀਕਲ ਸਟਰੈਂਥ ਵਾਲੇ ਮੰਨੇ ਜਾਂਦੇ ਸੀ। ਉਹੀ ਜਿਹੜੇ ਸੀ ਉਹਨਾਂ ਨੂੰ ਇੱਕ ਜਿਹੜੀ ਉਸ ਟਾਈਮ ਦੀ ਐਡਮਿਨਿਸਟ੍ਰੇਸ਼ਨ ਸੀ, ਉਸ ਟਾਈਮ ਦੀ ਸਰਕਾਰ ਸੀ, ਉਹਨਾਂ ਨੇ ਉਹਨਾਂ ਗਰੁੱਪਸ ਨੂੰ ਹੀ ਇੱਕ ਖੱਤਰੀਆ ਦਾ ਇੱਕ ਜਿਵੇਂ ਸਟੇਟਸ ਦਿੱਤਾ ਕਿ ਇਹ ਗਰੁੱਪਸ ਨੇ ਜਿਹੜੇ ਵਾਰੀਅਰਸ ਨੇ, ਜਿਹੜੇ ਖੱਤਰੀਆ ਨੇ। ਭਾਵੇਂ ਜਾਟ ਪੈਜ਼ੈਂਟਸ ਜਿਹੜੇ ਹਰਿਆਣਾ ਸੀ ਉਹਨਾਂ ਨੂੰ ਸ਼ੂਦਰ ਸੋਸ਼ਲੀ ਮੰਨਿਆ ਜਾਂਦਾ ਸੀ, ਪਰ ਐਡਮਿਨਿਸਟ੍ਰੇਟਿਵਲੀ ਉਹਨਾਂ ਨੂੰ ਖੱਤਰੀਆ ਮੰਨਿਆ ਗਿਆ। ਤੇ ਇਹ ਥੋੜੇ ਪੂਅਰ ਫਾਰਮਰ ਸੀ, ਸਮਾਲ ਫਾਰਮਰ ਸੀ ਜਾਂ ਫਿਰ ਲੈਂਡਲੈਸ ਲੇਬਰਰ ਸੀਗੇ। ਤੇ ਇਹਨਾਂ ਦੇ ਜਿਹੜਾ ਪਰਿਵਾਰ ਸੀਗਾ ਉਹਦੇ ਵਿੱਚ ਜਿਹੜਾ ਸਾਰਾ ਖੇਤ ਦਾ ਵੀ ਕੰਮ ਸੀ ਜਾਂ ਪਸ਼ੂਆਂ ਸੰਭਾਲਣ ਦਾ ਕੰਮ ਸੀ ਉਹ ਔਰਤਾਂ ਕਰਦੀਆਂ ਸੀ। ਤੇ ਉਹਨਾਂ ਨੂੰ ਕੋਈ ਰੈਕਗਨੀਸ਼ਨ ਨਹੀਂ ਸੀ, ਨਾ ਹੀ ਸਾਨੂੰ ਪਤਾ ਹੈ ਕਿ ਉਹਨਾਂ ਦੀ ਜਿਹੜੀ ਮੈਂਟਲ ਸਟੇਟ ਸੀਗੀ ਜਾਂ ਉਹਨਾਂ ਦੀ ਜਿਹੜੀ ਸਾਈਕੋਲੋਜੀਕਲ ਸਟੇਟ ਸੀਗੀ ਉਹ ਕੀ ਸੀ। ਜਿਹੜਾ ਵੀ ਪ੍ਰੇਮ ਚੌਧਰੀ ਜੀ ਨੇ ਜੋ ਵੀ ਐਨਾਲਾਈਜ਼ ਕੀਤਾ ਉਹ ਜ਼ਿਆਦਾਤਰ ਹੈਗਾ ਉਹ ਬੰਦੇ ਬਾਰੇ ਜਿਹਨੂੰ ਰਿਕਰੂਟ ਕੀਤਾ ਗਿਆ ਆਰਮੀ ਦੇ ਵਿੱਚ, ਬ੍ਰਿਟਿਸ਼ ਆਰਮੀ ਦੇ ਵਿੱਚ। ਤੇ ਇੱਕ ਹੁਣ ਤੁਸੀਂ ਵੇਖੋ ਕਿ ਇੱਕ ਕਾਸਟ ਦੇ ਨਾਲ ਮਰਦਾਨਗੀ ਦਾ ਰਿਲੇਸ਼ਨਸ਼ਿਪ ਕ੍ਰੀਏਟ ਕੀਤਾ ਗਿਆ ਹੈ ਐਡਮਿਨਿਸਟ੍ਰੇਟਿਵਲੀ। ਇੱਕ ਕਲੈਕਟਿਵ ਆਈਡੈਂਟਿਟੀ ਕ੍ਰੀਏਟ ਹੋ ਗਈ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕਿ ਤੁਹਾਡਾ ਕਾਸਟ ਆਈਡੈਂਟਿਟੀ ਤੇ ਮਰਦਾਨਗੀ, ਫਿਜ਼ੀਕਲ ਸਟਰੈਂਥ ਤੇ ਨਾਲ ਜਿਹੜਾ ਆਕਿਊਪੇਸ਼ਨ ਹੈ, ਜਿਹੜਾ ਆਰਥਿਕ ਤੌਰ ਤੇ ਜਿਸ ਤਰ੍ਹਾਂ ਦੀ ਸਟੇਟ ਸੀਗੀ ਹਰਿਆਣਾ ਦੀ ਜਾਂ ਪੰਜਾਬ ਦੀ, ਉਹ ਸਾਰੇ ਕਨੈਕਟ ਹੋ ਗਏ ਕਿ ਇਹ ਕਿਸ ਤਰ੍ਹਾਂ ਦੀ ਜਿਹੜੀ ਆਈਡੈਂਟਿਟੀ ਹੈ, ਮੈਸਕੂਲਿਨ ਆਈਡੈਂਟਿਟੀ ਜਾਂ ਮਰਦਾਨਗੀ, ਉਹ ਕ੍ਰੀਏਟ ਹੋਈ। ਤੇ ਇਹਦੇ ਨਾਲ ਇਹ ਵੀ ਹੋਇਆ ਕਿ ਜਦੋਂ 1930s ਵਿੱਚ ਜਿਹੜੀਆਂ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਸੀ ਉਹ ਕਾਫੀ ਸਟਰੋਂਗ ਹੋਈ ਤੇ ਕਾਫੀ ਸਾਰੇ ਜਿਹੜੇ ਸੀਗੇ ਈਵਨ ਹਰਿਆਣਾ, ਪੰਜਾਬ ਦੇ ਕਾਫੀ ਸੋਲਜਰਸ ਨੇ ਇੰਡੀਅਨ ਨੈਸ਼ਨਲ ਆਰਮੀ ਜਿਹੜੀ ਸੀ ਉਹ ਜੁਆਇਨ ਕੀਤੀ, ਜਿਹੜੀ ਅੰਗਰੇਜ਼ਾਂ ਦੇ ਖਿਲਾਫ ਲੜਨ ਲਈ ਬਣੀ ਸੀ। ਇਹਦੇ ਬਾਰੇ ਵੀ ਕਾਫੀ ਡਾਕੂਮੈਂਟਸ ਪ੍ਰੇਮ ਚੌਧਰੀ ਜੀ ਨੂੰ ਮਿਲੇ ਨੇ ਕਿ ਕਿਸ ਤਰ੍ਹਾਂ ਬ੍ਰਿਟਿਸ਼ਰਸ ਕਹਿੰਦੇ ਪਏ ਨੇ ਕਿ ਉਹਨਾਂ ਨੇ ਜਿਹੜੇ ਨੇ ਉਹ ਲਾਇਲਟੀ ਜਿਹੜੀ ਉਹਨਾਂ ਨੇ ਕ੍ਰੀਏਟ ਕੀਤੀ ਸੀ ਇਹਨਾਂ ਗਰੁੱਪਸ ਦੇ ਵਿੱਚ, ਜਾਟ ਪੈਜ਼ੈਂਟਸ ਦੇ ਵਿੱਚ, ਜੱਟ ਫਾਰਮਰਸ ਦੇ ਵਿੱਚ, ਪੈਜ਼ੈਂਟਸ ਦੇ ਵਿੱਚ, ਉਹ ਜਿਹੜੀ ਸੀ ਉਹ ਹੁਣ ਕਮ ਹੋ ਗਈ ਹੈ। ਤੇ ਉਹ ਸਾਰਾ ਜਿਹੜੀ ਆਈਡੈਂਟਿਟੀ ਹੈ ਉਹ ਚਲੀ ਗਈ ਇੰਡੀਅਨ ਨੈਸ਼ਨਲ ਆਰਮੀ ਦੇ ਵਿੱਚ। ਜਿਹੜੇ ਕਿ ਤੁਸੀਂ ਇੰਡੀਅਨ ਨੈਸ਼ਨਲ ਆਰਮੀ ਦੇ ਵਿੱਚ ਹੋ ਤੇ ਤੁਸੀਂ ਇੱਕ ਤਰ੍ਹਾਂ ਦੇ ਰਾਸ਼ਟਰਵਾਦ ਦੇ ਨਾਲ ਜੁੜੇ ਹੋ ਤੇ ਉਹ ਵਾਰੀਅਰ ਸੀ, ਉਹ ਹੀਰੋ ਬਣ ਗਏ ਕਿ ਤੁਸੀਂ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਆ ਗਏ। ਜਿਹੜੇ ਵਾਰਿੰਗ ਟ੍ਰਾਈਬ ਸੀ, ਵਾਰਿੰਗ ਗਰੁੱਪ ਸੀ, ਉਹ ਹੁਣ ਬਣ ਗਏ ਇੰਡੀਅਨ ਨੈਸ਼ਨਲ ਆਰਮੀ ਦੀ ਆਈਡੈਂਟਿਟੀ ਕਿ ਇਹ ਜਿਹੜੀ ਮੈਸਕੂਲਿਨਿਟੀ ਹੈ ਉਹ ਉਸ ਤਰ੍ਹਾਂ ਨਾਲ ਕ੍ਰੀਏਟਡ ਹੈ, ਉਸ ਤਰ੍ਹਾਂ ਨਾਲ ਬਣਦੀ ਹੈ ਜੇ ਤੁਸੀਂ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕਰਦੇ ਪਏ ਹੋ। ਤੇ ਬਾਕੀ ਜਿਹੜੇ ਗਰੁੱਪਸ ਨੇ ਜਿਹੜੇ ਨਹੀਂ ਲੜਦੇ ਪਏ ਸੀ ਜਾਂ ਜਿਹੜੇ ਫਾਰਮਿੰਗ 'ਚ ਨਹੀਂ ਸੀਗੇ ਤੇ ਉਹ ਬਣ ਗਏ ਇਫੈਮੀਨੇਟ ਗਰੁੱਪਸ, ਉਹ ਬਣ ਗਏ ਇਫੈਮੀਨੇਟ ਕਾਸਟ, ਜਾਂ ਫਿਰ ਉਹਨਾਂ ਦੇ ਫਿਜ਼ੀਕਲ ਸਟਰੈਂਥ ਨਹੀਂ ਸੀ, ਉਹਨਾਂ ਦੇ ਜੋੜ ਨਹੀਂ ਸੀ। ਤੇ
ਹੁਣ ਤੁਸੀਂ ਵੇਖੋ ਕਿ ਹਰ ਲੈਵਲ ਤੇ ਆਈਡੈਂਟਿਟੀ ਕਿਸ ਤਰ੍ਹਾਂ ਫਿਰ ਟਰੈਵਲ ਕੀਤੀ ਹੈ ਕਿ ਇੱਕ ਤਰਫ ਤੁਹਾਡੀ ਫੈਮਿਲੀ ਹੈ, ਇੱਕ ਤਰਫ ਤੁਹਾਡਾ ਪਰਿਵਾਰ ਹੈ, ਇੱਕ ਤਰਫ ਆਰਥਿਕ ਫੈਕਟਰ ਨੇ ਕਿ ਤੁਹਾਡੀ ਫਾਰਮਿੰਗ ਵਗੈਰਾ ਕਨੈਕਟਡ ਹੈ ਇਸ ਮਰਦਾਨਗੀ ਦੀ ਆਈਡੈਂਟਿਟੀ ਦੇ ਨਾਲ, ਤੇ ਦੂਜਾ ਸਰਕਾਰ ਦੇ ਨਾਲ ਵੀ ਉਹ ਕਨੈਕਟਡ ਹੈ ਕਿ ਸਰਕਾਰ ਕਿਸ ਤਰ੍ਹਾਂ ਵੇਖਦੀ ਪਈ ਹੈ। ਤੇ ਜਦੋਂ ਉਹ ਬਦਲਾਵ ਆਉਣਾ ਸ਼ੁਰੂ ਹੋਇਆ, ਜਦੋਂ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦਾ ਪੂਰਾ ਚੱਲਿਆ, ਉਹਦੇ ਵਿੱਚ ਵੀ ਇਹੀ ਮਰਦਾਨਗੀ ਜਿਹੜੀ ਸੀਗੀ, ਇਹੀ ਜਿਹੜਾ ਨਾਰਥ ਇੰਡੀਆ ਵਿੱਚ ਜਿਹੜਾ ਕੰਸਟਰਕਟ ਸੀਗਾ ਮੈਸਕੂਲਿਨਿਟੀ ਦਾ, ਉਹ ਵੀ ਉੱਥੇ ਹੀ ਨੈਸ਼ਨਲਿਜ਼ਮ ਦਾ ਪਾਰਟ ਫਿਰ ਬਣਿਆ ਕਿ ਇਹੀ ਵਾਰਿੰਗ ਗਰੁੱਪਸ ਨੇ, ਵਾਰਿੰਗ ਕਾਸਟ ਨੇ ਜਿਹੜੇ ਇੰਡੀਅਨ ਨੈਸ਼ਨਲ ਆਰਮੀ ਦਾ ਪਾਰਟ ਨੇ। ਤੇ ਜੇ ਇਹਦੇ ਬਾਅਦ ਜਿਹੜਾ ਵਰਲਡ ਵਾਰਸ ਹੋਈਆਂ 1914 ਤੇ 1918 ਤੇ 1939 to 1945, ਇਹਦੇ ਵਿੱਚ ਵੀ ਕਾਫੀ ਇੰਡੀਅਨ ਸੋਲਜਰਸ ਗਏ ਤੇ ਕਾਫੀ ਜਿਹੜੀਆਂ ਔਰਤਾਂ ਸੀ ਉਹ ਪਿੱਛੇ ਰਹਿ ਗਈਆਂ। ਤੇ ਇੱਕ ਜਿਹੜਾ ਬ੍ਰਿਟਿਸ਼ ਹਕੂਮਤ ਦਾ ਇਹ ਵੀ ਸੀ ਕਿ ਉਹ ਜਿਹੜਾ ਤੁਹਾਨੂੰ ਪਤਾ ਹੋਏਗਾ ਇਸ ਇਲਾਕੇ 'ਚ ਇੱਕ ਚਾਦਰ ਚੜਾਉਣ ਦਾ ਜਿਹੜਾ ਹੁੰਦਾ ਹੈ ਕਸਟਮ, ਕਿ ਜਿਹੜੀ ਵਿਡੋ ਹੈ ਭਰਾ ਦੀ, ਉਹ ਜਿਹੜੇ ਦੂਜੇ ਭਰਾ ਨਾਲ, ਛੋਟੇ ਭਰਾ ਨਾਲ ਉਹਦਾ ਵਿਆਹ ਹੋ ਸਕਦਾ ਹੈ। ਤੇ ਉਹ ਬ੍ਰਿਟਿਸ਼ ਨੇ ਕਿਹਾ ਸੀ ਕਿ ਉਹ ਕਾਫੀ ਅਨਸਿਵਲਾਈਜ਼ਡ ਪ੍ਰੈਕਟਿਸ ਹੈ, ਕਿ ਉਹ ਜਿਹੜੀਆਂ ਉਹ ਸਾਡੇ ਜਿਹੜੇ ਇਸ ਸਿਵਲਾਈਜੇਸ਼ਨ ਦਾ ਪਾਰਟ ਨਹੀਂ ਹੋ ਸਕਦੀ। ਪਰ ਉਹਨਾਂ ਨੇ ਇਹ ਜਿਹੜੀ ਪ੍ਰੈਕਟਿਸ ਸੀਗੀ ਉਹ ਇਹਨਾਂ ਇਲਾਕਿਆਂ ਵਿੱਚ ਚੱਲਣ ਦਿੱਤੀ, ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਇੱਥੇ ਜਿਹੜੀ ਸੁਸਾਇਟੀ ਹੈ, ਜਿਹੜੀ ਪੰਜਾਬ ਹਰਿਆਣਾ ਦੀ ਜਿਹੜੀ ਸੁਸਾਇਟੀ ਹੈ ਜਿਹਦਾ ਤੋਂ ਉਹ ਆਪਣੇ ਸੋਲਜਰਸ ਰਿਕਰੂਟ ਕਰਦੇ ਸੀ, ਉਹ ਉਹਨਾਂ ਦੀ ਸੁਸਾਇਟੀ ਬਦਲੇ ਜਾਂ ਉਹਨਾਂ ਦਾ ਕੁਝ ਇਨਸਟੇਬਿਲਿਟੀ ਉੱਥੇ ਆਏ। ਤੇ ਉਹਦੇ ਨਾਲ ਕੀ ਹੋਇਆ ਕਿ ਉੱਥੇ ਜਿਹੜੀਆਂ ਔਰਤਾਂ ਸੀਗੀਆਂ ਜਿਹੜੀਆਂ ਵਿਡੋ ਹੋ ਜਾਂਦੀਆਂ ਸੀ, ਉਹਨਾਂ ਦੇ ਪੋਜੀਸ਼ਨ ਹੋਰ ਵੀ ਇਨਇਕੁਅਲ ਹੁੰਦਾ ਗਿਆ, ਉਹ ਹੋਰ ਵੀ ਅਸਮਾਨ ਹੁੰਦਾ ਗਿਆ। ਕਿ ਜਿਵੇਂ ਉਹਨਾਂ ਔਰਤਾਂ ਨਾਲ ਉਹ ਕਦੇ ਆਪਣਾ ਹੱਕ ਨਹੀਂ ਲੈ ਸਕਦੀਆਂ ਸੀ ਕਿ ਹੁਣ ਉਹ ਨਹੀਂ ਹੈ, ਉਹਨਾਂ ਦਾ ਹਸਬੈਂਡ ਨਹੀਂ ਹੈ ਤੇ ਉਹ ਆਪਣਾ ਹੱਕ ਲੈ ਕੇ ਆਪਣਾ ਕੁਝ ਕਰਨ, ਉਹਨਾਂ ਕੋਲ ਕੋਈ ਇਹੋ ਜਿਹਾ ਆਪਸ਼ਨ ਨਹੀਂ ਸੀਗਾ। ਤੇ ਉਸੇ ਘਰ 'ਚ ਉਹਨਾਂ ਦਾ ਵਿਆਹ ਹੁੰਦਾ ਸੀ ਤੇ ਉਹ ਐਕਸੈਪਟਡ, ਲੀਗਲੀ ਐਕਸੈਪਟਡ ਹੋਇਆ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਸਪੋਰਟ ਦੇ ਥਰੂ। ਉਹ ਨਹੀਂ ਕੁਐਸਚਨ ਕਰ, ਤੇ ਉਹ ਅਸਮਾਨਤਾ ਰਹੀ ਜਿਹੜੀ ਇੱਕ ਮੇਲ ਮੈਂਬਰ ਤੇ ਫੀਮੇਲ ਮੈਂਬਰ ਦੀ ਹੁੰਦੀ ਹੈ ਇੱਕ ਫੈਮਿਲੀ ਦੇ ਵਿੱਚ, ਉਹ ਕੰਟੀਨਿਊ ਹੋਈ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਦੌਰਾਨ, ਉਹਨਾਂ ਦੇ ਆਪਣੇ ਫਾਇਦੇ ਲਈ, ਉਹਨਾਂ ਦੇ ਆਪਣੀ ਆਰਮੀ ਲਈ, ਉਹਨਾਂ ਦੇ ਆਪਣੀ ਸਟਰੈਂਥ ਲਈ। ਤੇ ਉਹਨਾਂ ਨੇ ਫਿਰ ਸਾਰੇ ਸਟੀਰੀਓਟਾਈਪਸ ਚੱਲਣ ਦਿੱਤੇ, ਉਹਨਾਂ ਨੇ ਫਿਰ ਸਾਰੇ ਸਟੀਰੀਓਟਾਈਪਸ ਜਿਹੜੇ ਸੀ ਉਹ ਪ੍ਰਿਵਿਲੇਜ ਕੀਤੇ। ਤੇ ਉਹਦੇ ਬਾਅਦ ਜਦੋਂ 1947 ਦੇ ਵਿੱਚ ਜਦੋਂ ਆਜ਼ਾਦੀ ਹੋਈ, ਨਾਲ ਪਾਰਟੀਸ਼ਨ ਵੀ ਹੋਇਆ, ਤੇ ਕਾਫੀ ਜਿਹੜੀਆਂ ਔਰਤਾਂ ਸੀ ਉਹ ਜਿਹੜੇ ਪਾਕਿਸਤਾਨ 'ਚ ਸੀਗੀਆਂ, ਹਿੰਦੂ ਸਿੱਖ ਔਰਤਾਂ, ਤੇ ਉਹ ਉੱਥੇ ਰਹਿ ਗਈਆਂ ਜਾਂ ਫਿਰ ਐਬਡਕਟ ਕੀਤੀਆਂ ਗਈਆਂ ਜਾਂ ਕੁਝ ਆਪਣੀ ਮਰਜ਼ੀ ਨਾਲ ਵੀ ਰਹਿ ਗਈਆਂ। ਤੇ ਉਹਨਾਂ ਨੂੰ ਇੱਕ ਵਾਪਸ ਲਿਆ, ਉਹਦੇ ਬਾਅਦ ਪੂਰੇ ਤਕਰੀਬਨ 7-8 ਸਾਲ ਇੱਕ ਪੂਰਾ ਰਿਕਵਰੀ ਆਪਰੇਸ਼ਨ ਚੱਲਿਆ, ਰਿਕਵਰੀ ਆਫ ਵਿਮਨ, ਕਿ ਜਿਹੜੀਆਂ ਔਰਤਾਂ ਉੱਥੇ ਐਬਡਕਟ ਹੋ ਗਈਆਂ ਸੀ ਪਾਕਿਸਤਾਨ ਵਿੱਚ, ਤੇ ਦੋਨਾਂ ਕੰਟਰੀਜ਼ ਨੇ ਕੀਤਾ, ਪਾਕਿਸਤਾਨ ਨੇ ਵੀ ਕੀਤਾ। ਤੇ ਉਹ ਰਿਕਵਰੀ ਆਫ ਵਿਮਨ ਇਸ ਤਰ੍ਹਾਂ ਸੀ ਕਿ ਅਗੇਨ ਇੱਕ ਜਿਹੜਾ ਸਟੇਟ ਇੱਥੇ ਜਿਹੜੀ ਸੀਗੀ, ਜਿਹੜੇ ਇੰਡੀਆ ਦੀ ਸਟੇਟ ਸੀਗੀ, ਉਹਨਾਂ ਨੇ ਇੱਕ ਉਹੀ ਆਈਡੀਆ ਆਫ ਮਰਦਾਨਗੀ ਜਾਂ ਮੈਸਕੂਲਿਨਿਟੀ ਨੂੰ ਰੀਇਨਫੋਰਸ ਕੀਤਾ, ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਡਿਸਆਨਰ ਨਹੀਂ ਬਰਦਾਸ਼ਤ ਕਰਾਂਗੇ। ਤੇ ਡਿਸਆਨਰ ਦਾ ਮਤਲਬ ਇੱਥੇ ਕੀ ਸੀ ਕਿ ਉਹਨਾਂ ਦਾ ਜਿਹੜਾ ਉਹਨਾਂ ਮਰਦਾਂ ਦੀ ਜਿਹੜੀਆਂ ਔਰਤਾਂ ਨੇ ਉਹ ਪਿੱਛੇ ਰਹਿ ਗਈਆਂ ਨੇ। ਤੇ ਸਾਨੂੰ ਇਸ ਤੋਂ ਇਹੀ ਪਤਾ ਲੱਗਿਆ ਕਿ ਮਰਦ ਕਿਸ ਤਰ੍ਹਾਂ ਸੋਚਦੇ ਨੇ, ਕਿ ਉਹ ਕਮਿਊਨਿਟੀ ਦੀ ਜਿਹੜਾ ਓਨਰ ਸੀ ਜਾਂ ਫਿਰ ਸਟੇਟ ਦਾ ਜਿਹੜਾ ਓਨਰ ਸੀ ਜਾਂ ਫਿਰ ਨੈਸ਼ਨਲ ਓਨਰ ਜਿਹੜਾ ਸੀ, ਉਹਦੇ ਨਾਲ ਵਿਮਨ ਦਾ ਆਪਣਾ ਜਿਵੇਂ ਸਰੀਰ ਜੁੜਿਆ ਹੋਇਆ ਸੀ, ਕਿ ਉਹਦਾ ਓਨਰ ਉਹਦਾ ਆਪਣਾ ਨਹੀਂ ਹੈ, ਉਹ ਸਟੇਟ ਦਾ ਹੈ, ਉਹ ਕਮਿਊਨਿਟੀ ਦਾ ਹੈ, ਉਹ ਉਹਨਾਂ ਫੈਮਿਲੀਜ਼ ਦੇ ਮੇਲ ਮੈਂਬਰਸ ਦਾ ਹੈ, ਉਹ ਔਰਤਾਂ ਦਾ ਆਪਣਾ ਨਹੀਂ ਸੀ। ਤੇ ਇਹ ਪੂਰਾ ਰਿਕਵਰੀ ਆਪਰੇਸ਼ਨ ਜਿਹੜਾ ਚੱਲਿਆ ਹੈ ਤਕਰੀਬਨ 7-8 ਸਾਲ ਚੱਲਿਆ ਹੈ। ਤੇ ਉਹਦੇ ਬਾਅਦ ਇੱਕ ਇੰਡੀਆ ਵਿੱਚ ਫੂਡ ਕ੍ਰਾਈਸਿਸ ਆਏ, ਇੰਡੀਆ ਵਿੱਚ ਕਾਫੀ ਪ੍ਰੋਬਲਮਸ ਆਈਆਂ,
ਤੇ ਇੱਕ ਅੰਡਰਸਟੈਂਡਿੰਗ ਹੋ ਗਈ ਸੀ, ਸਮਝ ਬਣ ਗਈ ਸੀ ਕਿ ਮਤਲਬ ਐਗਰੀਕਲਚਰ ਜਿਹੜਾ ਹੈ, ਜਿਹੜਾ ਫੂਡ ਪ੍ਰੋਡਕਸ਼ਨ ਜਿਹੜੀ ਪ੍ਰੋਸੈਸ ਹੈ, ਉਹ ਪੂਰੀ ਕ੍ਰਾਈਸਿਸ ਵਿੱਚ ਹੈਗੀ ਹੈ ਤੇ ਕੁਝ ਕਰਨ ਦੀ ਲੋੜ ਹੈ। ਤੇ ਹੁਣ ਇਸ ਟਾਈਮ ਤੇ ਜਿਹੜੀ ਫੈਮਿਲੀਜ਼ ਸੀਗੀਆਂ, ਜਿਹੜਾ ਜਿਵੇਂ ਸਟੇਟ ਸੀਗੀਆਂ, ਪੰਜਾਬ, ਹਰਿਆਣਾ, ਨਾਰਥਰਨ ਇੰਡੀਆ ਬੇਸਿਕਲੀ, ਤੇ ਇਹਦੇ ਵਿੱਚ ਹੁਣ ਗ੍ਰੀਨ ਰੈਵੋਲੂਸ਼ਨ ਲੈ ਕੇ ਆਈ ਸਟੇਟ। ਤੇ ਉਹਦੇ ਨਾਲ ਕੀ ਹੋਇਆ, ਗ੍ਰੀਨ ਰੈਵੋਲੂਸ਼ਨ ਇੱਕ ਬੜੀ ਕੈਪੀਟਲ ਇੰਟੈਂਸਿਵ ਮਤਲਬ ਮਿਸ਼ਨ ਸੀਗਾ। ਤੇ ਉਹਦੇ ਨਾਲ ਇਹ ਹੋਇਆ ਕਿ ਜਿਹੜੇ ਸਮਾਲ ਫਾਰਮਰ ਸੀ, ਜਿਹੜੇ ਛੋਟੇ ਜਿਨ੍ਹਾਂ ਦੇ ਕੋਲ ਜ਼ਮੀਨਾਂ ਸੀਗੀਆਂ, ਉਹ ਉਹਨਾਂ ਨੂੰ ਨਹੀਂ ਸੀ ਨਾ ਉਪਜਾਊ ਬਣਾ ਸਕਦੇ ਜਿੰਨਾ ਗ੍ਰੀਨ ਰੈਵੋਲੂਸ਼ਨ ਚਾਹੀਦਾ ਸੀ। ਜਿਵੇਂ 3 ਏਕੜ ਦੀ ਜ਼ਮੀਨ ਤੁਸੀਂ ਕਿੰਨਾ ਫਰਟੀਲਾਈਜ਼ਰ, ਕਿੰਨਾ ਹਾਈ ਯੀਲਡਿੰਗ ਸੀਡ ਜਾਂ ਕਿੰਨਾ ਟਰੈਕਟਰ ਚਲਾ ਸਕਦੇ ਹੋ। ਤੇ ਜਿਹੜੇ ਬਿਗ ਫਾਰਮਰ ਸੀ ਉਹ ਹੀ ਫਿਰ ਸਸਟੇਨ ਕਰ ਪਾਏ। ਪ੍ਰੋਸਪੈਰਿਟੀ ਬਹੁਤ ਆਈ, ਇੱਕ ਯੂਫੋਰੀਆ ਵੀ ਆਇਆ ਉਹਦੇ ਨਾਲ। ਪਰ ਜਿਹੜੇ ਸਮਾਲ ਫਾਰਮਰ ਸੀਗੇ ਉਹਨਾਂ ਨੇ ਆਪਣੀ ਜ਼ਮੀਨ ਫਿਰ ਜਾਂ ਤੇ ਵੇਚਤੀ ਜਾਂ ਫਿਰ ਉਹ ਮਾਈਗ੍ਰੇਟ ਕਰ ਗਏ। ਤੇ ਅਗੇਨ ਪਿੱਛੇ ਔਰਤਾਂ ਪਿੱਛੇ ਰਹਿ ਗਈਆਂ। ਜਿਵੇਂ ਪਹਿਲਾਂ ਲੜਾਈ ਵਿੱਚ ਰਹਿ ਜਾਂਦੀਆਂ ਸੀ ਜਦੋਂ ਬ੍ਰਿਟਿਸ਼ ਸੀਗੇ, ਉਹਦੇ ਬਾਅਦ ਹੁਣ ਮਾਈਗ੍ਰੇਸ਼ਨ ਦੇ ਨਾਲ ਜਿਹੜੇ ਸੀ ਉਹ ਔਰਤਾਂ ਪਿੱਛੇ ਰਹਿ ਜਾਂਦੀਆਂ ਸੀ ਤੇ ਉਹੀ ਸੰਭਾਲਦੀਆਂ ਸੀ ਸਾਰਾ ਘਰ-ਬਾਰ। ਤੇ ਪਰ ਜਿਹੜੇ ਬਿਗ ਫਾਰਮਰ ਸੀ ਉਹ ਕਾਫੀ ਪ੍ਰੋਸਪਰ ਕੀਤੇ, ਉਹਨਾਂ ਦੀ ਫੈਮਲੀਜ਼ ਕਾਫੀ ਪ੍ਰੋਸਪਰ ਕੀਤੀਆਂ। ਉਹ ਯੂਫੋਰੀਆ ਰਿਹਾ ਕਾਫੀ ਦੇਰ ਤੱਕ, ਪਰ ਅਗੇਨ ਇੱਕ ਉਹੀ ਮੈਸਕੂਲਿਨ ਆਈਡੈਂਟਿਟੀ ਜਿਹੜੀ ਸੀ, ਕਿਉਂਕਿ ਜ਼ਿਆਦਾਤਰ ਜਾਟ ਫਾਰਮਰਸ ਤੇ ਫਾਰਮਰਸ ਦਾ ਗ੍ਰੀਨ ਰੈਵੋਲੂਸ਼ਨ ਦਾ, ਤੇ ਉਹਦੇ ਨਾਲ ਇੱਕ ਅਗੇਨ ਇੱਕ ਆਈਡੈਂਟਿਟੀ ਜਿਹੜੀ ਮੈਸਕੂਲਿਨ ਆਈਡੈਂਟਿਟੀ ਉਹ ਰੀਇਨਫੋਰਸ ਹੁੰਦੀ ਗਈ ਕਿ ਹਾਂ ਇੱਕ ਪੁਰਸ਼ ਪ੍ਰਧਾਨ ਜਿਹੜਾ ਇੱਕ ਆਰਥਿਕ ਸਮਾਜ ਹੈ ਉਹ ਕ੍ਰੀਏਟ ਹੁੰਦਾ ਗਿਆ, ਉਹ ਬਣਦਾ ਗਿਆ, ਐਸਟੈਬਲਿਸ਼ ਹੁੰਦਾ ਗਿਆ। ਤੇ ਇਹਦੇ ਬਾਅਦ ਜਦੋਂ ਗ੍ਰੀਨ ਰੈਵੋਲੂਸ਼ਨ ਦਾ ਯੂਫੋਰੀਆ ਖਤਮ ਹੋ ਗਿਆ 1980s ਦੇ ਵਿੱਚ, ਤੇ ਇੱਕ ਜਿਹੜੇ ਫਾਰਮਿੰਗ ਸੀਗੀ ਉਹ ਉਹਨਾਂ ਉਪਜਾਊ ਨਹੀਂ ਸੀਗੀ, ਉਹ ਉਹਨਾਂ ਰਿਟਰਨਸ ਨਹੀਂ ਦਿੰਦੀ ਪਈ ਸੀ। ਤੇ ਕਾਫੀ ਸਾਰੇ ਲੋਕ ਫਾਰਮਿੰਗ ਛੋੜਨਾ ਚਾਹੁੰਦੇ ਸੀ, ਕਾਫੀ ਸਾਰੇ ਲੋਕ ਉਹ ਤੋਂ ਬਾਹਰ ਆਉਣਾ ਚਾਹੁੰਦੇ ਸੀ। ਜਿਹੜੇ ਜਾ ਸਕਦੇ ਸੀ ਉਹ ਬਾਹਰ ਗਏ, ਉਹ ਮਾਈਗ੍ਰੇਟ ਹੋਏ ਆਊਟ ਆਫ ਕੰਟਰੀ ਜਾਂ ਆਊਟ ਆਫ ਸਟੇਟ ਵੀ। ਤੇ ਇੱਕ ਮਾਈਗ੍ਰੈਂਟ ਆਈਡੈਂਟਿਟੀ, ਡਾਇਸਪੋਰਿਕ ਜਿਹੜੀ ਆਈਡੈਂਟਿਟੀ ਹੈ ਉਹ ਆਲਰੇਡੀ ਪੰਜਾਬ ਵਿੱਚ ਹੈ। ਕਾਫੀ ਲੋਕ ਜਿਹੜੇ ਨੇ ਉਹਨਾਂ ਦੇ ਰਿਸ਼ਤੇਦਾਰ ਅਮਰੀਕਾ ਵਿੱਚ ਨੇ, US ਵਿੱਚ ਨੇ, ਯੂਰਪ ਵਿੱਚ ਸੈਟਲ ਨੇ। ਤੇ ਉਹ ਉਸ ਟਾਈਮ ਦਾ ਜਿਹੜਾ ਮਾਈਗ੍ਰੇਸ਼ਨ ਹੈ ਉਹ ਉਦੋਂ ਕ੍ਰੀਏਟ ਹੋਇਆ ਕਿ ਇੱਥੇ ਹੁਣ ਅਸੀਂ ਕਿਵੇਂ ਜਰਾਂਗੇ, ਕਿਵੇਂ ਸਸਟੇਨ ਕਰਾਂਗੇ। ਨਹੀਂ ਹੁੰਦਾ ਇੱਥੇ, ਕਿਉਂਕਿ ਕੋਈ ਇੰਡਸਟਰੀ ਨਹੀਂ ਆਈ, ਤੁਹਾਡੀ ਕੋਈ ਸਿਰਫ ਸਮਾਲ ਸਕੇਲ ਇੰਡਸਟਰੀ ਸੀਗੀ ਜਾਂ ਫਿਰ ਇੰਡੀਪੈਂਡੈਂਟ ਬਿਜ਼ਨਸ ਟ੍ਰੇਡਰਸ ਵਗੈਰਾ ਸੀ। ਜਿਸ ਤਰ੍ਹਾਂ ਹਰਿਆਣਾ ਵਿੱਚ ਇੰਡਸਟਰੀ ਆਈ ਜਾਂ ਵੈਸਟਰਨ ਯੂਪੀ ਵਿੱਚ ਆਈ, ਉਸ ਤਰ੍ਹਾਂ ਨਹੀਂ ਆਈ। ਤੇ ਇੱਕ ਮਾਈਗ੍ਰੈਂਟ ਦਾ ਆਪਸ਼ਨ ਰਹਿ ਗਿਆ। ਤੇ ਦੂਜਾ ਜਿਵੇਂ ਪ੍ਰੋਫੈਸਰ ਰਾਧਿਕਾ ਚੋਪੜਾ ਜੀ ਦਾ ਕੰਮ ਹੈ, ਉਹ ਵੀ ਸੋਸ਼ਲੋਜੀ ਦੀ ਬਹੁਤ ਮੰਨੀ ਹੋਈ ਪ੍ਰੋਫੈਸਰ ਨੇ। ਤੇ ਉਹਨਾਂ ਨੇ ਕਿਹਾ ਕਿ ਉਸ ਟਾਈਮ ਜਿਹੜਾ ਸੀਗਾ, ਉਹ ਜਿਹੜੇ ਮੇਲ ਮੈਂਬਰ ਸੀਗੇ ਉਹਨਾਂ ਦੇ ਕੋਲ 2 ਹੀ ਆਪਸ਼ਨ ਸੀਗੇ। ਇੱਕ ਜਾਂ ਤੇ ਉਹ ਮਿਲੀਟੈਂਸੀ ਦੇ ਵਿੱਚ ਐਬਜ਼ੌਰਬ ਹੋ ਗਏ, ਜਾਂ ਫਿਰ ਮਿਲੀਟੈਂਸੀ ਦੇ ਵਿੱਚ ਐਬਜ਼ੌਰਬ ਹੋ ਸਕਣ ਦਾ ਇੱਕ ਡਰ ਸੀ, ਜਾਂ ਫਿਰ ਸਟੇਟ ਜਿਹੜੀ ਸੀ ਉਹ ਮਿਲੀਟੈਂਟ ਮੰਨ ਕੇ ਉਹਨਾਂ ਨੂੰ ਮਾਰ ਦਿੰਦੀ ਸੀ। ਤੇ ਆਪਣੇ ਫੈਮਿਲੀ ਦੇ ਮੇਲ ਮੈਂਬਰ ਨੂੰ ਬਚਾਉਣ ਲਈ ਕਾਫੀ ਪਰਿਵਾਰਾਂ ਨੇ ਆਪਣੇ ਜਿਹੜੇ ਅਨਮੈਰਿਡ ਜਿਹੜੇ ਯੰਗ ਮੇਲ ਯੂਥ ਸੀਗੇ ਉਹਨਾਂ ਨੂੰ ਬਾਹਰ ਭੇਜਿਆ, ਮੈਰਿਜ ਦੇ ਥਰੂ ਜਾਂ ਐਜੂਕੇਸ਼ਨ ਦੇ ਥਰੂ ਜਾਂ ਕੁਝ ਵੀ ਕਰਕੇ। ਤੇ ਇੱਕ ਹੋਰ ਇੱਥੇ ਜਿਹੜੀ ਮੈਸਕੂਲਿਨ ਸਪੇਸ ਸੀਗੀ ਇਹਨਾਂ ਬੰਦਿਆਂ ਕੋਲ, ਉਹ ਫਿਰ ਦੂਜੀ ਕੰਟਰੀਜ਼ ਜਾ ਕੇ ਉਹਨਾਂ ਨੂੰ ਨਹੀਂ ਮਿਲੀ, ਕਿਉਂਕਿ ਉਹ ਉੱਥੇ ਜਾ ਕੇ ਕਿਸੇ ਹੋਰ ਦੇ ਸਹਾਰੇ ਸੀਗੇ। ਤੇ ਇਹਦੇ ਉੱਤੇ ਵੀ ਅਸੀਂ ਬਾਅਦ ਚ ਗੱਲ ਕਰ ਸਕਦੇ ਹਾਂ ਕਿ ਡਾਇਸਪੋਰਾ ਵਿੱਚ ਮੈਸਕੂਲਿਨਿਟੀ ਦੀ ਜਾਂ ਆਈਡੈਂਟਿਟੀ ਦੀ ਕੀ ਹੈ ਬਣਤਰ। ਬਟ ਇੱਕ ਇੱਥੇ ਫਿਰ ਦੁਬਾਰਾ ਤੋਂ ਇੱਕ ਜਿਹੜਾ ਸੀਗਾ, ਉਹ ਜਿਹੜਾ ਔਰਤਾਂ ਪਿੱਛੇ ਰਹਿ ਗਈਆਂ, ਪਰਿਵਾਰ ਪਿੱਛੇ ਰਹਿ ਗਏ, ਮੇਲ ਮੈਂਬਰ ਨੂੰ ਬਾਹਰ ਭੇਜਿਆ ਗਿਆ ਉਹਨਾਂ ਨੂੰ ਬਚਾਉਣ ਲਈ। ਤੇ ਇੱਕ ਇਹਦੇ ਨਾਲ ਇੱਕ ਜਿਹੜੀ ਕੰਟੀਨਿਊਡ ਐਗਰੀਕਲਚਰ ਦੇ ਨਾਲ ਜਿਹੜੀ ਕਾਸਟ ਦੇ ਨਾਲ ਜਿਹੜੀ ਮੈਸਕੂਲਿਨ ਆਈਡੈਂਟਿਟੀ ਉਹ ਕੰਟੀਨਿਊ ਹੁੰਦੀ ਗਈ। 1990s ਦੇ ਵਿੱਚ ਵੀ ਤੁਸੀਂ ਵੇਖੋਗੇ ਇਹ ਜਿਹੜੀ ਬਹੁਤ ਸਟਰੋਂਗ ਜਿਹੜੀ ਅੰਡਰਸਟੈਂਡਿੰਗ ਹੈ ਕਿ ਐਸਪੀਰੇਸ਼ਨਲ ਮੈਸਕੂਲਿਨ ਆਈਡੈਂਟਿਟੀ ਕਿ ਕਿਸ ਤਰ੍ਹਾਂ ਦੀ ਮੈਸਕੂਲਿਨ ਆਈਡੈਂਟਿਟੀ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਮਰਦਾਨਗੀ ਤੁਸੀਂ ਐਸਪਾਇਰ ਕਰਦੇ ਹੋ,
ਉਹ ਤੁਸੀਂ ਵੇਖ ਸਕਦੇ ਹੋ, ਜਿਵੇਂ ਕੁਝ ਗਾਣਿਆਂ ਵਿੱਚ ਕੁਝ ਮੈਨੂੰ ਇੱਕ ਗਾਣਾ ਯਾਦ ਹੈ, ਇੱਕ ਗੁਰਦਾਸ ਮਾਨ ਦਾ ਗਾਣਾ ਸੀ, ਆਪਣਾ ਪੰਜਾਬ ਹੋਵੇ, ਤੇ ਉਹਦੇ ਵਿੱਚ ਉਹ ਆਰਮੀ ਯੂਨੀਫਾਰਮ ਚ ਹੁੰਦਾ ਹੈ ਤੇ ਉਹ ਵਾਪਸ ਆਉਂਦਾ ਹੈ ਆਪਣੇ ਪਿੰਡ, ਤੇ ਉਹਨੂੰ ਕਾਫੀ ਮਾਣ ਤੇ ਸਤਿਕਾਰ ਦਿੱਤਾ ਜਾਂਦਾ ਹੈ, ਤੇ ਉਹ ਜਿਹੜੀ ਉਹ ਕਹਿੰਦਾ, ਉਹ ਆਈਡੈਂਟੀਟੀ ਜਿਹੜੀ ਹੈ ਉਹ ਆਰਮੀ ਨਾਲ ਰਿਲੇਟਡ ਹੈ, ਉਹ ਜੱਟ ਆਈਡੈਂਟੀਟੀ ਨਾਲ ਰਿਲੇਟਡ ਹੈ, ਤੇ ਉਹ ਖੇਤੀ ਨਾਲ ਰਿਲੇਟਡ ਹੈ। ਉਹਦਾ ਆਈਡੀਅਲ ਹੈ ਉਹ ਕੰਟੀਨਿਊ ਹੁੰਦਾ ਗਿਆ, ਮਾਨਕ ਜਿਹੜਾ ਕੰਟੀਨਿਊ ਹੁੰਦਾ ਗਿਆ ਹੈ। ਤੇ ਹੁਣ ਜਿਹੜਾ 1990s ਦੇ ਬਾਅਦ ਜਿਹੜੇ ਚੇਂਜਸ ਆਏ ਨੇ, ਜਿਹੜੇ ਹੁਣ ਤੁਸੀਂ ਵੇਖੋ ਤੇ ਉਹ ਇੱਕ ਜਿਹੜਾ ਯੂਥ ਸੀ ਉਹਦੇ ਕੋਲ ਆਪਸ਼ਨਸ ਨਹੀਂ ਸੀ, ਮੇਲ ਯੂਥ ਦੇ ਕੋਲ ਜਦੋਂ ਆਪਸ਼ਨ ਨਹੀਂ ਸੀ, ਤਾਂ ਖੇਤੀ ਦਾ ਵੀ ਆਪਸ਼ਨ ਨਹੀਂ ਹੈ, ਤੇ ਹੁਣ ਆਰਮੀ ਵਰਗੇ ਇੰਸਟੀਟਿਊਸ਼ਨਸ ਦਾ ਵੀ ਉਹਨਾਂ ਆਪਸ਼ਨ ਨਹੀਂ ਹੈ। ਤੇ ਹੁਣ ਯੂਥ ਦਾ, ਮੇਲ ਯੂਥ ਦਾ ਜਾਂ ਮੈਸਕੂਲਿਨਿਟੀ ਦਾ ਕਿਸ ਤਰ੍ਹਾਂ, ਕੀ ਡਾਇਰੈਕਸ਼ਨ ਹੈ ਜਾਂ ਕਿਸ ਤਰ੍ਹਾਂ ਉਹ ਬਣਦੀ ਪਈ ਹੈ, ਤੇ ਇਹਦੇ ਵਿੱਚ ਹੁਣ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਇੱਕ ਡਰੱਗਸ ਦਾ ਬਹੁਤ ਵੱਡਾ ਰੋਲ ਹੈ, ਕਿਸ ਤਰ੍ਹਾਂ ਉਹ ਇੱਕ ਲੈਕ ਆਉਂਦਾ ਹੈ, ਉਹ ਉਸ ਲੈਕ ਆਫ ਅਨਐਮਪਲੋਇਮੈਂਟ ਦੇ ਵਿੱਚ ਜਾਂ ਲੈਕ ਆਫ ਸੋਸ਼ਲ ਸਟੈਂਡਿੰਗ ਦੇ ਵਿੱਚ, ਤੇ ਉਹ ਇੱਕ ਤਾਂ ਡਰੱਗਸ ਦਾ ਪ੍ਰੋਬਲਮ ਬਹੁਤ ਸ਼ੁਰੂ ਹੋਇਆ। ਡਰੱਗਸ ਦਾ ਇਹ ਹੈ ਕਿ ਕਾਫੀ ਵਾਰ ਜਿਹੜਾ ਤੁਸੀਂ ਪੜ੍ਹੋਗੇ ਇਹ ਡਰੱਗ ਰੂਟ ਤੇ ਪੈਂਦਾ ਹੈ ਪੰਜਾਬ, ਅਫਗਾਨਿਸਤਾਨ, ਪਾਕਿਸਤਾਨ ਦੇ, ਪਰ ਅਸਲ ਗੱਲ ਇਹ ਵੀ ਹੈ ਕਿ ਡਰੱਗਸ ਇੱਥੇ ਵੀ ਬਣਦੇ ਨੇ, ਤੇ ਪੰਜਾਬ ਹਰਿਆਣਾ ਦਾ ਜਿਹੜਾ ਆਰਥਿਕ ਜਿਹੜੀ ਮਾਡਲ ਹੈ ਉਹ ਆਪ ਵੀ ਡਰੱਗ ਪ੍ਰੋਡਕਸ਼ਨ ਦੇ ਨਾਲ ਕਨੈਕਟ ਹੋ ਗਈ ਹੈ, ਤੇ ਇੱਕ ਜਦੋਂ ਆਰਥਿਕ ਜਿਹੜਾ ਬੁਨਿਆਦ ਹੈ ਉਹ ਬਣ ਜਾਂਦੀ ਹੈ ਕਿਸੇ ਆਈਡੈਂਟੀਟੀ ਦੀ, ਤੇ ਉਹ ਬਾਰ-ਬਾਰ ਰੀਇਨਫੋਰਸ ਹੁੰਦੀ ਹੈ, ਬਾਰ-ਬਾਰ ਐਸਟੈਬਲਿਸ਼ ਹੁੰਦੀ ਹੈ। ਤੇ ਇਹਦੇ ਨਾਲ ਹੁਣ ਤੁਸੀਂ ਵੇਖੋ ਕਿਸ ਤਰ੍ਹਾਂ ਦੇ ਗਾਣੇ ਆਉਂਦੇ ਨੇ, ਕਿਉਂਕਿ ਉਹ ਡਰੱਗਸ ਹੀ ਨਹੀਂ, ਉਹਦੇ ਨਾਲ ਹੁਣ ਵੈਪਨਸ ਵੀ ਨੇ, ਉਹਦੇ ਨਾਲ ਹੁਣ ਇੱਕ ਤਰ੍ਹਾਂ ਦਾ ਵਾਇਲੈਂਸ, ਇੱਕ ਤਰ੍ਹਾਂ ਦੀ ਹਿੰਸਾ ਵੀ ਹੈ, ਜੋ ਬਹੁਤ ਜ਼ਿਆਦਾ ਅਸੀਂ ਵੇਖ ਸਕਦੇ ਹਾਂ, ਜਿਸ ਤਰ੍ਹਾਂ ਨੌਨ ਫਿਲਮ ਮਿਊਜ਼ਿਕ ਵਿੱਚ ਬਹੁਤ ਜ਼ਿਆਦਾ ਆਉਂਦੇ, ਜਿਵੇਂ ਇੱਕ ਗਾਣਾ ਹੈ ਤੁਹਾਨੂੰ ਸਾਰਿਆਂ ਨੇ ਸੁਣਿਆ ਹੋਣਾ, ਮੂਸਾ ਸਿੱਧੂ ਵਾਲੇ ਦਾ ਗਾਣਾ ਹੈ ਡਾਕਟਰ, ਤੇ ਉਹ ਕਹਿੰਦੇ ਕਿ ਨਾ ਮੇਰੇ ਕੋਲ ਡਿਗਰੀ ਹੈ, ਨਾ ਮੈਂ ਕੋਈ ਅਫਸਰ ਹਾਂ, ਪਰ ਮੈਂ ਸਾਰੀ ਸਮਾਜਿਕ ਕੁਰੀਤੀਆਂ ਦਾ ਜਿਹੜਾ ਹੈ, ਮੈਂ ਸਾਰੇ ਵਹਿਮਾਂ ਦਾ, ਹਿੰਸਾ ਨਾਲ, ਫਿਜ਼ੀਕਲ ਅਗਰੈਸ਼ਨ ਨਾਲ ਮੈਂ ਠੀਕ ਕਰ ਸਕਦਾ। ਤੇ ਤੁਸੀਂ ਵੇਖੋ ਕਿ ਇੱਕ ਯੂਥ ਸੀ ਜਿਹੜਾ ਆਪਣਾ ਪੰਜਾਬ ਹੋਵੇ, ਜਾਂ ਫਿਰ ਜਿਹੜਾ ਗੁਰਦਾਸ ਮਾਨ ਦੇ ਜਿਹੜੇ ਗਾਣਿਆਂ 'ਚ ਪਤਾ ਲੱਗ ਰਿਹਾ ਕਿ ਇੱਕ ਇੰਸਟੀਟਿਊਸ਼ਨਸ ਦੇ ਵਿੱਚ ਇੱਕ ਫੇਥ ਸੀ, ਇੱਕ ਇੰਸਟੀਟਿਊਸ਼ਨਸ ਦੇ ਨਾਲ ਇੱਕ ਲਾਇਲਟੀ ਸੀ, ਜਿਹਦੇ ਨਾਲ ਇੱਕ ਮੈਸਕੂਲਿਨ ਆਈਡੈਂਟਿਟੀ, ਇੱਕ ਮਰਦਾਨਗੀ ਦੀ ਆਈਡੈਂਟਿਟੀ ਜੁੜੀ ਹੋਈ ਸੀ, ਕਿਉਂਕਿ ਉਹੀ ਬ੍ਰੈਡ ਅਰਨਰ ਸੀ ਫੈਮਿਲੀ ਦਾ, ਮੇਲ ਮੈਂਬਰ ਹੀ, ਤੇ ਉਹ ਹੁਣ ਖਤਮ ਹੋ ਗਈ। ਜਿਹੜੀ ਵੀ ਇਕਨੋਮਿਕ ਚੇਂਜਸ ਇੰਡੀਆ 'ਚ ਆਏ ਨੇ ਉਹਦੇ ਨਾਲ ਉਹ ਖਤਮ ਹੁੰਦੀ ਜਾ ਰਹੀ ਹੈ, ਤੇ ਉਹਦੇ ਨਾਲ ਜਿਹੜੀਆਂ ਨੇ ਹੁਣ ਜਿਹੜੇ ਗਾਣੇ ਆਉਂਦੇ ਨੇ, ਜਿਵੇਂ ਸਿੱਧੂ ਮੂਸੇਵਾਲਾ ਦਾ ਸੌਂਗ ਹੈ, ਉਹ ਕਹਿੰਦੇ ਕਿ ਕੋਈ ਇੰਸਟੀਟਿਊਸ਼ਨ ਨਹੀਂ ਹੈ ਉਹਦੇ ਕੋਲ, ਕੋਈ ਇਹੋ ਜਿਹੀ ਕੋਈ ਫੇਥ ਵਾਲੀ ਕੋਈ ਚੀਜ਼ ਨਹੀਂ ਹੈ, ਤੇ ਉਹ ਆਪ ਹੀ ਇੰਡੀਵਿਜੂਅਲ ਜਿਹੜਾ ਹੈ, ਉਹ ਆਪ ਹੀ ਅਕੇਲਾ ਜਿਹੜਾ ਹੈ ਉਹ ਸਮਾਜ ਨਾਲ ਲੜਦਾ ਪਿਆ ਹੈ, ਉਹ ਆਪ ਹੀ ਆਪਣੀ ਜਿਹੜੀ ਸੋਸ਼ਲ ਸਟੇਟਸ ਬਣਾਉਂਦਾ ਪਿਆ ਹੈ, ਤੇ ਉਹ ਇੱਕ ਤਾਂ ਇਹ ਹੈ। ਦੂਜੇ ਪਾਸੇ ਇਹ ਵੀ ਹੈ ਕਿ ਜਿਹੜੀਆਂ ਔਰਤਾਂ ਵਿਖਾਈਆਂ ਜਾਂਦੀਆਂ ਨੇ ਕਿ ਜਿਹੜਾ ਗਾਣਾ ਗਾਉਂਦੀਆਂ ਪਈਆਂ ਨੇ, ਜਾਂ ਜਿਹੜਾ ਸੌਂਗ ਜਿਹੜਾ ਵੀ ਉਹ ਬਣਾਉਂਦੀਆਂ ਨੇ, ਜਿਵੇਂ ਇੱਕ ਗਾਣਾ ਹੈ ਕਿ ਉਹ ਗਾਣਾ ਇਸ ਤਰ੍ਹਾਂ ਹੈ ਕਿ ਉਹ ਕੁੜੀ ਕਹਿੰਦੀ ਹੈ ਕਿ ਮੇਰੇ ਜਿਹੜੇ ਪੇਰੈਂਟਸ ਨੇ ਉਹ ਤੇਰੀ ਡਿਗਰੀ ਮੰਨਦੇ ਨੇ, ਪਰ ਤੇਰੇ ਤਾਂ 8 ਪਰਚੇ ਚੱਲਦੇ ਨੇ, ਤੇਰੇ ਤਾਂ 8 FIR ਲੱਗੇ ਹੋਏ ਨੇ, ਤੇ ਉਹ ਸੌਂਗ ਤੁਸੀਂ ਵੇਖੋ ਤੇ ਉਹਦੇ ਵਿੱਚ ਵਾਇਲੈਂਸ ਇੰਨਾ ਨੋਰਮਲ, ਦੇ ਵਿੱਚ ਹਿੰਸਾ ਇੰਨੀ ਨੋਰਮਲ ਹੈ ਕਿ ਉਹ ਕੁੜੀ ਐਂਡ ਵਿੱਚ ਬੰਦੂਕ ਚਲਾਉਂਦੀ ਹੈ ਤੇ ਗੋਲੀ ਮਾਰਦੀ ਹੈ, ਤੇ ਦੋਨੋਂ ਮੁੰਡਾ ਕੁੜੀ ਚਲੇ ਜਾਂਦੇ ਨੇ, ਤੇ ਇਹ ਜਿਹੜਾ ਮਾਨਕ ਹੈ ਜਿਹੜਾ ਐਸਟੈਬਲਿਸ਼ ਹੋ ਰਿਹਾ, ਇੱਕ ਬਲਾਈਂਡ ਵਾਇਲੈਂਸ ਦੀ ਤਰ੍ਹਾਂ ਹੋ ਰਿਹਾ ਹੈ, ਇੱਕ ਬਲਾਈਂਡ, ਜਿਵੇਂ ਕੋਈ ਇਸ ਅਗਰੈਸ਼ਨ ਦਾ ਕੋਈ ਵੀ ਡਾਇਰੈਕਸ਼ਨ ਨਹੀਂ ਹੈ, ਕੋਈ ਵੀ ਇਹਦਾ ਕੋਈ ਇੰਸਟੀਟਿਊਸ਼ਨ ਨਹੀਂ ਹੈ, ਜਿਵੇਂ ਆਰਮੀ ਵਿੱਚ ਇੱਕ ਅਗਰੈਸ਼ਨ ਦਾ ਇੰਸਟੀਟਿਊਸ਼ਨ, ਇਸ ਵਾਇਲੈਂਸ ਦਾ ਕੋਈ ਡਾਇਰੈਕਸ਼ਨ ਨਹੀਂ ਹੈ। ਤੇ ਹੁਣ ਅਸੀਂ ਕੀ ਸਮਝੀਏ ਇਹਦੇ ਤੋਂ ਕਿ ਮਤਲਬ
ਮੈਸਕੂਲਿਨਿਟੀ ਕਿਸ ਤਰ੍ਹਾਂ ਕ੍ਰੀਏਟ ਹੋ ਰਹੀ ਹੈ, ਮਰਦਾਨਗੀ ਕਿਸ ਤਰ੍ਹਾਂ ਇੱਥੇ ਅਸੀਂ ਸਮਝੀਏ ਕਿ ਉਹ ਵਾਇਲੈਂਸ ਜਿਹੜਾ ਹੈ ਉਹ ਵੈਪਨਸ ਨਾਲ ਰਿਲੇਟਡ ਹੈ, ਉਹ ਡਰੱਗਸ ਨਾਲ ਰਿਲੇਟਡ ਹੈ, ਉਹ ਜਿਹੜਾ ਹੈ ਉਹ ਇੱਕ ਕਾਸਟ ਆਈਡੈਂਟੀਟੀ ਦੇ ਨਾਲ ਵੀ ਰਿਲੇਟਡ ਹੈ, ਖੇਤੀ ਦੇ ਨਾਲ ਰਿਲੇਟਡ ਸੀ, ਲੇਕਿਨ ਖੇਤੀ ਆਪ ਹੀ ਜਿਹੜੀ ਹੈ ਉਹਦੀ ਜੋ ਇੰਪੋਰਟੈਂਸ ਹੈ ਉਹ ਬਹੁਤ ਘਟ ਗਈ ਹੈ, ਤੇ ਕੋਈ ਇੰਡਸਟਰੀ ਨਹੀਂ ਹੈ ਜਿਹੜਾ ਯੂਥ ਨੂੰ ਐਬਜ਼ੌਰਬ ਕਰ ਸਕੇ। ਤੇ ਇੱਕ ਜਿਵੇਂ ਇੱਕ ਮੈਸਕੂਲਿਨਿਟੀ ਜਿਹੜੀ ਐਕਸਪੈਕਟੇਸ਼ਨ ਹੈ ਕਿ ਬੰਦਾ ਹੀ ਸਭ ਕੁਝ ਕਰੇਗਾ, ਉਹਨੂੰ ਸਟਰੋਂਗ ਹੋਣਾ ਪਏਗਾ, ਉਹ ਰੋ ਨਹੀਂ ਸਕਦਾ, ਉਹ ਇਮੋਸ਼ਨਲ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਉਹਦਾ ਜਿਹੜਾ ਭਾਰ ਹੈ ਉਹ ਸਾਰਾ ਮਰਦਾਂ ਤੇ ਹੈ, ਕਿਉਂਕਿ ਉਹ ਹਿਸਟੋਰੀਕਲੀ ਏਦਾਂ ਹੀ ਚੱਲਦਾ ਆਇਆ ਹੈ। ਬਹੁਤ ਸਾਰੇ ਫੈਕਟਰ ਜਿਹੜੇ ਅਸੀਂ ਡਿਸਕਸ ਕੀਤੇ ਉਹਦੇ ਨਾਲ, ਕਿ ਤੁਸੀਂ ਇੰਡੀਪੈਂਡੈਂਸ ਮੂਵਮੈਂਟ ਦੇਖ ਲਓ, ਤੁਸੀਂ ਆਪਣਾ ਗ੍ਰੀਨ ਰੈਵੋਲੂਸ਼ਨ ਦੇਖ ਲਓ, ਤੁਸੀਂ ਮਿਲੀਟੈਂਸੀ ਦਾ ਦੌਰ ਦੇਖ ਲਓ, ਤੁਸੀਂ ਉਹਦੇ ਬਾਅਦ ਆਨਰ ਦੀ ਇੰਪੋਰਟੈਂਸ ਦੇਖ ਲਓ, ਤੇ ਸਾਰਾ ਜਿਹੜਾ ਇੱਕ ਪ੍ਰਿਵਿਲੇਜ ਸਟੇਟਸ ਤੇ ਦਿੱਤਾ ਹੀ ਮੇਲਸ ਨੂੰ, ਪਰ ਉਸ ਪ੍ਰਿਵਿਲੇਜ ਦੇ ਨਾਲ ਉਹਨਾਂ ਦੀ ਜਿਹੜੀ ਇੱਕ ਪਰਸਨਲ ਆਈਡੈਂਟੀਟੀ ਹੈ ਉਹ ਬਿਲਕੁਲ ਇੱਕ ਰੋਲ ਪਲੇਇੰਗ ਦੇ ਵਿੱਚ ਜਿਹੜੀ ਫਿਕਸ ਹੋ ਗਈ ਹੈ, ਇੱਕ ਦਾਇਰਾ ਸਿਮਟਿਆ ਹੋਇਆ ਹੈ ਕਿ ਉਹਨਾਂ ਨੂੰ ਇਹ ਰੋਲ ਪਲੇ ਕਰਨਾ ਪਏਗਾ। ਤੇ ਉਹ ਪਾਵਰ ਵੀ ਹੈ, ਪਰ ਉਹ ਪਾਵਰ ਉਹਨਾਂ ਦੇ ਉੱਤੇ ਵੀ ਇੱਕ ਤਰ੍ਹਾਂ ਦੀ ਕੋਅਰਸਿਵ ਪਾਵਰ, ਇੱਕ ਤਰ੍ਹਾਂ ਉਹਨਾਂ ਨੂੰ ਰੋਕਦੀ ਹੈ ਆਪਣੇ ਆਪ ਨੂੰ ਪੂਰੀ ਤਰ੍ਹਾਂ ਐਕਸਪ੍ਰੈਸ ਕਰਨ 'ਚ, ਆਪਣੇ ਆਪ ਨੂੰ ਪੂਰੀ ਤਰ੍ਹਾਂ ਐਕਸਪਲੋਰ ਕਰਨ 'ਚ। ਤੇ ਉਹ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਜਿਹੜੀ ਮੈਸਕੂਲਿਨਿਟੀ ਹੈ ਇਹ ਸਿਰਫ टॉक्सिक नहीं है, मतलब टॉक्सिक मैस्कुलिनिटी एक बहुत कॉन्सेप्ट चला है, पर एक तरह से एक पूरे समाज में टॉक्सिक है, समाज में जो है वो पूरे बुनियाद में जो तोड़ती पई है, एक क्राइसिस जिहा सिचुएशन है। ਤੇ ਇੱਥੇ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਹੁਣ ਸੋਸ਼ਲ ਮੀਡੀਆ 'ਚ ਵੀ ਵੇਖਿਓ ਤੇ ਕਿਸ ਤਰ੍ਹਾਂ ਜਿਹੜੇ ਲਿਖੇ ਜਾਂਦੇ ਨੇ ਸ਼ਬਦ ਉਹ ਕਿੰਨੇ ਹਿੰਸਕ ਨੇ, ਉਹਦੇ ਵਿੱਚ ਕੀ ਭਾਸ਼ਾ ਯੂਜ਼ ਹੁੰਦੀ ਹੈ, ਤੇ ਏਦਾਂ ਲੱਗਦਾ ਜਿਵੇਂ ਕੋਈ ਵਾਕਈ ਉਹ ਕਰਦਾ ਪਿਆ ਹੈ, ਜਿਵੇਂ ਵਾਕਈ ਕੋਈ ਹਿੰਸਾ ਜੋ ਹੈ ਉਹ ਤੁਹਾਡੇ ਨਾਲ ਕਰਦਾ ਪਿਆ ਹੈ। ਤੇ ਇਸ ਹੁਣ ਅਸੀਂ ਇਹਦੇ ਅੱਗੇ ਕਿਸ ਤਰ੍ਹਾਂ ਜਾਈਏ? ਜਿਵੇਂ ਮੈਂ ਇੱਥੇ ਇੱਕ ਸਵਾਲ ਨਾਲ ਖਤਮ ਕਰਨਾ ਚਾਹਾਂਗੀ ਕਿ ਹੁਣ ਅਸੀਂ ਕੀ ਵਿਜ਼ਨ ਰੱਖੀਏ ਆਪਣੀ ਸੋਸਾਇਟੀ ਦਾ, ਕਿਉਂਕਿ ਜੇ ਸਾਡਾ ਵਿਜ਼ਨ ਨਹੀਂ ਹੋਏਗਾ, ਜੇ ਸਾਡੀ ਆਪਣੀ ਪੋਲਿਟਿਕਸ ਨਹੀਂ ਹੋਏਗੀ, ਤਾਂ ਪੋਲਿਟਿਕਸ ਸਾਨੂੰ ਚੁਣੇਗੀ, ਤੇ ਜਿਹੜੇ ਪਾਵਰਸ ਆਲਰੇਡੀ ਐਗਜ਼ਿਸਟ ਕਰਦੀਆਂ ਨੇ ਉਹ ਸਾਨੂੰ ਹੀ ਉਸੇ ਦਾਇਰੇ 'ਚ ਸਮੇਟਣਗੀਆਂ। ਤੇ ਹੁਣ ਅਸੀਂ ਕੀ ਵਿਜ਼ਨ ਕਰੀਏ, ਅਸੀਂ ਕੀ ਵਿਜ਼ਨ ਬਣਾਈਏ ਕਿ ਸਾਡੀ ਸੋਸਾਇਟੀ ਹੁਣ ਅੱਛੀ ਡਾਇਰੈਕਸ਼ਨ 'ਚ ਜਾਏ, ਕਿ ਤਰ੍ਹਾਂ ਪਾਵਰ ਨਾ ਐਗਜ਼ਰਟ ਹੋ ਆਇਡੈਂਟੀਟੀ ਕ੍ਰੀਏਸ਼ਨ ਵਿੱਚ। ਥੈਂਕ ਯੂ ਸੁਮਨ। ਥੈਂਕ ਯੂ ਇਵਲੀਨ ਤੁਹਾਡੀ ਗੱਲਬਾਤ ਦੇ ਲਈ। ਆਪਣੇ ਵੱਲੋਂ ਕੁਝ ਕੁ ਚੀਜ਼ਾਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੂੰਗੀ। ਇੱਕ ਤਾਂ ਇਵਲੀਨ ਜਿਵੇਂ ਤੁਸੀਂ ਸਾਰੀ ਇਹਦੀ ਜਿਹੜੀ ਹਿਸਟੋਰੀਕਲ ਬੈਕਗਰਾਉਂਡ ਵੀ ਟਰੇਸ ਕੀਤੀ ਹੈ ਕਿ ਅਸੀਂ ਮਰਦਾਨਗੀ ਦੇ ਮਸਲੇ ਨੂੰ ਜੇ ਅਸੀਂ ਸਮਝਦੇ ਹਾਂ ਤਾਂ ਜੇ ਅਸੀਂ ਪੰਜਾਬ ਦੀ ਤੇ ਇਤਿਹਾਸ ਦੇ ਪੱਖ ਤੋਂ ਦੇਖਦੇ ਹਾਂ ਤਾਂ ਅਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹਾਂ। ਉਹਦੇ 'ਚ ਮੇਰਾ ਇੱਕ ਸਵਾਲ ਇਹ ਬਣਦਾ ਕਿ ਜਦੋਂ ਅਸੀਂ ਅੱਜ ਦਾ ਸਮਾਂ ਦੇਖਦੇ ਹਾਂ ਜਿਹਦੇ ਵਿੱਚ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਇਹ ਚੀਜ਼ ਵੀ ਹੋਈ ਹੈ ਕਿ ਲੈਂਡ ਦੇ ਨਾਲ ਸਾਡਾ ਸਿੱਧਾ ਰਿਲੇਸ਼ਨ ਵੀ ਖਤਮ ਹੋਇਆ ਹੈਗਾ, ਕਿਉਂਕਿ ਬਹੁਤ ਸਾਰੇ ਜਿਹੜੇ ਛੋਟੇ ਕਿਸਾਨ ਨੇ ਉਹ ਖੇਤੀ ਤੋਂ ਬਾਹਰ ਹੋ ਗਏ ਤਾਂ ਉਹਨਾਂ ਦਾ ਲੈਂਡ ਦੇ ਨਾਲ ਉਸ ਤਰੀਕੇ ਦਾ ਰਿਲੇਸ਼ਨ ਨਹੀਂ ਹੈਗਾ। ਹੁਣ ਜਦੋਂ ਅਸੀਂ ਇਤਿਹਾਸਿਕ ਤੌਰ ਤੇ ਦੇਖਦੇ ਹਾਂ ਕਿ ਇੱਕ ਤੁਹਾਡੀ ਜਿਹੜਾ ਸੈਂਸ ਆਫ ਮੈਸਕੂਲਿਨਿਟੀ ਕਿਤੇ ਨਾ ਕਿਤੇ ਜ਼ਮੀਨ ਨਾਲ ਉਹ ਸਾਰੀ ਚੀਜ਼ ਦੇ ਨਾਲ ਜੁੜੀ ਹੋਈ ਹੈਗੀ। ਹੁਣ ਜਦੋਂ ਉਹ ਚੀਜ਼ ਤੋਂ ਹੀ ਤੁਸੀਂ ਬਾਹਰ ਹੋ ਗਏ ਤਾਂ ਉੱਥੇ ਅਸੀਂ ਜਿਹੜਾ ਮਰਦਾਨਗੀ ਦਾ ਕਨਸੈਪਟ ਹੈਗਾ ਉਹਨੂੰ ਕਿਵੇਂ ਸਮਝਾਂਗੇ? ਠੀਕ ਹੈ। ਦੂਸਰਾ ਜਿਹੜਾ ਤੁਸੀਂ ਸੋਸ਼ਲ ਮੀਡੀਆ ਬਾਰੇ ਵੀ ਗੱਲ ਕੀਤੀ ਆ, ਉਹਦੇ 'ਚ ਕਿਸ ਤਰੀਕੇ ਦੀ ਜਿਹੜੀ ਮਰਦਾਨਗੀ ਦੀ ਜਿਹੜੀ ਇੱਕ ਪੋਰਟਰੇਲ ਕੀਤੀ ਜਾਂਦੀ ਹੈਗੀ ਆ ਤੇ ਉਹ ਗਾਣਿਆਂ ਦੇ ਥਰੂ ਕਿਵੇਂ ਪ੍ਰੈਜ਼ੈਂਟ ਕੀਤੀ ਜਾਂਦੀ ਹੈ। ਤੇ ਜਦੋਂ ਅਸਲ ਦੇ ਵਿੱਚ ਅਸੀਂ ਦੇਖਦੇ ਹੈਗੇ ਪੰਜਾਬ ਦੀ ਸਿਚੁਏਸ਼ਨ ਜਿਹਦੇ 'ਚ ਡਰੱਗ ਕਲਚਰ ਭਾਰੂ ਹੋਇਆ, ਜਿਹਦੇ 'ਚ ਫਾਰਮਰ ਸੁਸਾਈਡਸ ਹੈਗੀਆਂ ਨੇ, ਜਿਹਦੇ ਵਿੱਚ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ, ਤਾਂ ਉੱਥੇ ਅਸੀਂ ਜਿਹੜਾ ਇਹ ਕਨਸੈਪਟ ਹੈਗਾ ਇਹਨੂੰ ਕਿਵੇਂ ਸਮਝਦੇ ਹੈਗੇ? ਤੇ ਅਗਲਾ ਕੁਐਸਚਨ ਫਿਰ ਮੈਂ ਉਸ ਤੋਂ ਬਾਅਦ ਲਵਾਂਗੀ, ਤੁਸੀਂ ਪਹਿਲਾਂ ਇਹਦੇ ਤੇ ਮੇਰੇ ਖਿਆਲ ਗੱਲ ਰੱਖ ਲਓ। ਇੱਕ ਜਿਹੜਾ ਸੀ ਮੈਂ 2-3 ਗਾਣੇ ਮੈਂਸ਼ਨ ਕੀਤੇ ਸੀ ਤੇ ਮੈਨੂੰ ਜਿੰਨਾ ਸਮਝ ਆਇਆ, ਕਿਉਂਕਿ ਇਹ ਵੀ ਹੁਣ ਚੇਂਜਿੰਗ ਸਿਚੁਏਸ਼ਨ ਹੈ, ਚੇਂਜਿੰਗ ਆਈਡੈਂਟੀਟੀ ਹੈ ਕਿ ਹੁਣ ਜੇ ਕਿਸਾਨ ਨਾਲ ਜਾਂ ਫਿਰ ਜ਼ਮੀਨ ਨਾਲ ਮੈਸਕੂਲਿਨ ਆਈਡੈਂਟੀਟੀ ਜਾਂ ਮਰਦਾਨਗੀ ਨਹੀਂ ਜੁੜੀ ਹੋਈ ਹੈ ਤੇ ਫਿਰ ਕੀ?
ਤੇ ਉਹਦੇ ਨਾਲ ਕੁਝ ਇੱਕ ਤਰ੍ਹਾਂ ਨਾਲ ਤੁਸੀਂ ਵੇਖੋਗੇ ਚੇਂਜ ਤੇ ਆ ਰਿਹਾ ਹੈ ਕਿ ਜਿਵੇਂ ਮਰਦ ਵੀ ਨੇ ਉਹ ਵੀ ਖੜੇ ਹੁੰਦੇ ਨੇ ਆਪਣੀ ਵਾਈਫਸ ਲਈ, ਆਪਣੇ ਫੀਮੇਲ ਪਾਰਟਨਰਸ ਲਈ ਕਿ ਨਹੀਂ ਬਰਾਬਰ ਕਰਨਾ ਹੈ। ਪਰ ਦੂਜਾ ਇਹ ਵੀ ਹੈ ਕਿ ਹੁਣ ਕਿੱਥੇ ਜਾਈਏ, ਮਤਲਬ ਇੱਕ ਉਹ ਕ੍ਰਾਈਸਿਸ ਹੈ। ਇਹਦਾ ਸਿੱਧੇ ਜਵਾਬ ਦੇਣਾ ਵੀ ਥੋੜਾ ਮੁਸ਼ਕਿਲ ਹੈ ਕਿ ਜੇ ਜ਼ਮੀਨ ਨਾਲ ਅਸੀਂ ਕਨੈਕਟਡ ਨਹੀਂ ਆ, ਜੇ ਤੁਸੀਂ ਡਾਇਰੈਕਟਲੀ ਕਿਸੇ ਫਿਜ਼ੀਕਲ ਚੀਜ਼ ਨਾਲ ਤੁਹਾਡੀ ਆਈਡੈਂਟੀਟੀ ਉਸ ਤਰ੍ਹਾਂ ਨਹੀਂ ਬਣਦੀ ਪਈ, ਜਾਂ ਵਿਲੇਜ ਨਾਲ ਜਾਂ ਫਿਰ ਕਿਸੇ ਪਾਰਟਿਕੂਲਰ ਰੂਰਲ ਆਈਡੈਂਟੀਟੀ ਤੋਂ ਨਹੀਂ ਆ ਰਹੀ ਹੈ, ਤੇ ਫਿਰ ਕੀ? ਤੇ ਇੱਕ ਤੇ ਇਹ ਹੈ ਕਿ ਇੱਕ ਐਬਸਟਰੈਕਟ ਆਈਡੀਆ ਜਿਹੜਾ ਰਾਸ਼ਟਰਵਾਦ ਦਾ, ਉਹ ਬਹੁਤ ਇਨਫਲੂਐਂਸ ਕਰਦਾ ਹੈ। ਤੇ ਉਹਦੇ ਵਿੱਚ ਵੀ ਤੁਸੀਂ ਸੋਸ਼ਲ ਮੀਡੀਆ ਦਾ ਇਨਫਲੂਐਂਸ ਵੇਖੋ ਕਿ ਉਹ ਇੱਕ ਜਿਵੇਂ ਤੁਸੀਂ ਕਹੋ ਕਿ ਇੱਕ ਭਾਰਤ ਨੂੰ ਜਿਵੇਂ ਭਾਰਤ ਮਾਤਾ ਕਹਿੰਦੇ ਨੇ, ਤੇ ਉਹ ਇੱਕ ਜਿਹੜੀ ਆਈਡੈਂਟੀਟੀ ਹੈ ਉਹਨੂੰ ਪ੍ਰੋਟੈਕਟ ਕਰਨ ਦੇ ਵਿੱਚ, ਬਟ ਉਹ ਹੁਣ ਲੈਂਡ ਨਹੀਂ ਹੈ, ਉਹ ਹੁਣ ਐਬਸਟਰੈਕਟ ਆਈਡੀਆ ਹੈ। ਤੇ ਉਹਦੇ ਨਾਲ ਇੱਕ ਕਨੈਕਸ਼ਨ ਜਿਹੜਾ ਹੈ ਮੈਸਕੁਲਿਨਿਟੀ ਦਾ ਉਹ ਨਜ਼ਰ ਆਉਂਦਾ ਹੈ। ਤੇ ਦੂਜਾ ਇਹ ਹੈ ਕਿ ਉਹ ਜਿਹੜਾ ਪ੍ਰੋਟੈਕਸ਼ਨ ਤੇ ਜਿਹੜਾ ਪ੍ਰੋਟੈਕਸ਼ਨ ਆਫ ਆਨਰ ਆਫ ਵਿਮਨ ਆਫ ਫੈਮਿਲੀ ਵਾਲਾ ਹੈ, ਉਹ ਵੀ ਆਸਪੈਕਟ ਬਹੁਤ ਐਵੀਡੈਂਟ ਹੈ। ਤੇ ਉਹ ਗਾਣਿਆਂ ਵਿੱਚ ਵੀ ਨਜ਼ਰ ਆਉਂਦਾ ਹੈ, ਜਿਵੇਂ ਜਿਹੜਾ ਕੁੜੀ ਦਾ ਉਹ ਮੈਂ ਸੌਂਗ ਤੁਹਾਨੂੰ ਦੱਸਦੀ ਪਈ ਸੀਗੇ, ਕਹਿੰਦੇ ਹੈ ਕਿ ਜਿਵੇਂ ਮੇਰੇ ਪੇਰੈਂਟਸ ਤੇਰੀ ਡਿਗਰੀ ਪੁੱਛਦੇ ਨੇ ਪਰ ਤੇਰੇ ਤਾਂ ਪਰਚੇ ਚੱਲਦੇ ਨੇ, FIR ਚੱਲਦੇ ਨੇ। ਤੇ ਇਹ ਜਿਹੜੀ ਹਿੰਸਾ ਹੈ ਇਹ ਆਮ ਹੋ ਗਈ ਹੈ। ਤੁਸੀਂ ਥੋੜਾ ਵੀ ਪਹਿਲੇ ਵੇਖੋ ਕਿ ਇਹ ਹਿੰਸਾ ਕੀ ਹੈ, ਹਿੰਸਾ ਆਮ ਸੀਗੀ, ਕਿ ਇਹ ਭਾਸ਼ਾ ਆਮ ਸੀਗੀ ਕਿ ਤੁਸੀਂ ਕਿਸੇ ਨੂੰ ਵੀ ਰੇਪ ਥ੍ਰੈਟ ਦੇ ਰਹੇ ਹੋ, ਤੁਸੀਂ ਕਿਸੇ ਨੂੰ ਵੀ ਚੱਕ ਸਕਦੇ ਹੋ, ਕਿਸੇ ਨੂੰ ਵੀ ਗੋਲੀ ਮਾਰ ਸਕਦੇ ਹੋ, ਜਾਂ ਫਿਰ ਇੱਕ ਬੰਦੂਕ ਜਿਹੜੀ ਹੈ ਉਹ ਵੀਡੀਓਜ਼ 'ਚ ਆਮ ਹੋ ਗਈ ਕਿ ਉਹ ਆਮ ਹੀ ਲੈ ਕੇ ਤੁਰਦੇ ਪਏ ਨੇ, ਆਮ ਹੀ ਗੋਲੀ ਮਾਰ ਦਿੰਦੇ, ਜਿਵੇਂ ਗੋਲੀ ਮਾਰਨ ਦਾ ਕੋਈ ਉਹਦੇ 'ਚ ਕੋਈ ਮਤਲਬ ਹਰਜ ਨਹੀਂ। ਤੇ ਇਹਦੇ ਵਿੱਚ ਮੇਰਾ ਮਤਲਬ ਅੰਡਰਸਟੈਂਡਿੰਗ ਹੈ ਕਿ ਇੱਕ ਜੇ ਤੁਸੀਂ ਜਿਹੜਾ ਗੈਂਗਰੇਪ ਹੋਇਆ ਹੈ ਹਾਥਰਸ ਵਿੱਚ, ਤੇ ਜਿਸ ਤਰ੍ਹਾਂ ਅਸੀਂ ਡੈਥ ਨੂੰ ਅੰਡਰਸਟੈਂਡ ਕਰਦੇ ਹਾਂ ਹੁਣ, ਇਹਦੇ ਵਿੱਚ ਡੈਥ ਦੀ ਇਨਸਲਟ ਹੈ। ਜਿਸ ਤਰ੍ਹਾਂ ਵੈਪਨਸ ਨੂੰ ਲੈ ਕੇ ਘੁੰਮਦੇ ਨੇ, ਜਿਸ ਤਰ੍ਹਾਂ ਵੈਪਨਸ ਦੀ ਐਨੀ ਡਿਸਪਲੇ ਹੁੰਦਾ ਹੈ, ਇੱਕ ਡੈਥ ਦੀ ਇਨਸਲਟ ਹੈ, ਇੱਕ ਲਾਈਫ ਦੀ ਇਨਸਲਟ ਹੈ। ਤੇ ਉਹ ਬਹੁਤ ਆਮ ਹੋ ਗਿਆ, ਉਹ ਹਿੰਸਾ ਹੀ ਬਹੁਤ ਆਮ ਹੋ ਗਈ ਹੈ। ਉਹ ਸਿਰਫ ਸਟੇਟ ਦੇ ਵਿੱਚ ਨਹੀਂ, ਸਟੇਟ ਦਾ ਦਾਇਰਾ ਨਹੀਂ ਹੁਣ, ਉਹ ਸਿਰਫ ਪੁਲਿਸ ਨਹੀਂ ਕਰਦੀ, ਉਹ ਸਿਰਫ ਆਰਮੀ ਨਹੀਂ ਕਰਦੀ, ਕੋਈ ਮੇਜਰਡ ਅਗਰੈਸ਼ਨ ਨਹੀਂ ਹੈ। ਤੇ ਇਹ ਉੱਥੋਂ ਇਹਦੇ ਵਿੱਚ ਹੀ ਜਿਵੇਂ ਮਤਲਬ ਜਦੋਂ ਆਪਾਂ ਇੱਥੋਂ ਆਪਣੀ ਗੱਲਬਾਤ ਸ਼ੁਰੂ ਕੀਤੀ ਸੀਗੀ ਕਿ ਅਸੀਂ ਜਿਹੜਾ ਬਣਤਰ ਦੀ ਗੱਲ ਕਰਦੇ ਹਾਂ, ਜਾਂ ਇਹ ਹੈਗਾ ਕਿ ਇਹ ਵੀ ਇੱਕ ਸੋਸ਼ਲ ਕੰਸਟਰਕਸ਼ਨ ਹੈਗੀ ਹੈ, ਜਿਹੜੀ ਕਿ ਮੈਨੂੰ ਲੱਗਦਾ ਬਹੁਤ ਸ਼ੁਰੂ ਤੋਂ ਆਪਣੇ ਪਰਿਵਾਰਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਿਸ ਤਰੀਕੇ ਦੇ ਨਾਲ ਆਪਾਂ ਮੁੰਡੇ ਕੁੜੀ ਨੂੰ ਵੱਡਾ ਕਰਦੇ ਹੈਗੇ, ਤੇ ਉਹ ਜਿਹੜੀ ਜੇ ਹੁਣ ਆਪਾਂ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਵੀ ਇਹਨੂੰ ਦੇਖਦੇ ਹੈਗੇ, ਤਾਂ ਜਿਹੜਾ ਜਿਵੇਂ ਦਾ ਮਤਲਬ ਆਪਣੇ ਰੇਪ ਕਲਚਰ ਹੈਗਾ, ਜਿਸ ਤਰੀਕੇ ਦੇ ਨਾਲ ਕਿੰਨੇ ਸ਼ੌਕਿੰਗ ਫੈਕਟਸ ਜਿਹੜੇ ਨੇ ਹੁਣ ਸਾਡੇ ਸਾਹਮਣੇ ਆ ਰਹੇ ਨੇ ਕਿ UP ਦੇ ਵਿੱਚ ਜਿਹੜਾ ਹੁਣ ਇੰਸੀਡੈਂਟ ਹੋਇਆ ਹੈਗਾ, ਉੱਥੇ ਜਿੱਥੇ ਹਰੇਕ 10 ਮਿੰਟ ਦੇ ਬਾਅਦ ਇੱਕ ਦਲਿਤ ਔਰਤ ਦਾ ਰੇਪ ਹੁੰਦਾ ਹੈਗਾ। ਇਹ ਜਿਹੜਾ ਮੈਸਕੁਲਿਨਿਟੀ ਦਾ ਜਿਹੜਾ, ਜਾਂ ਆਪਾਂ ਇਹ ਕਹਿ ਲਈਏ ਕਿ ਅਗਰੈਸਿਵ ਮੈਸਕੁਲਿਨਿਟੀ ਦਾ ਜਿਹੜਾ ਆਈਡੀਆ ਹੈਗਾ, ਇਹਦੇ ਨਾਲ ਕਿਸ ਤਰੀਕੇ ਦੇ ਨਾਲ ਜੁੜਿਆ ਹੋਇਆ ਹੈਗਾ, ਤੇ ਇਹਨੂੰ ਅਸੀਂ ਸੈਕਸ਼ੂਅਲ ਜਿਹੜਾ ਆਈਡੀਆ ਜਾਂ ਸੈਕਸ਼ੂਅਲ ਰਿਪਰੈਸ਼ਨ ਹੈਗੀ ਉਹਦੇ ਨਾਲ ਜੋੜ ਕੇ ਕਿਸ ਤਰੀਕੇ ਦੇ ਨਾਲ ਸਮਝ ਸਕਦੇ ਹੈਗੇ। ਤੇ ਇੱਕ ਜਦੋਂ ਅਸੀਂ ਫੈਮਿਲੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪਰਿਵਾਰ ਦੀ ਗੱਲ ਕਰਦੇ, ਤੁਸੀਂ ਮੈਰਿਜ ਦਾ ਵੇਖ ਲਓ, ਜਿਵੇਂ 2-3 ਇੱਥੇ ਇਨਸੀਡੈਂਟਸ ਅਸੀਂ ਲੈ ਸਕਦੇ, ਜਿਵੇਂ ਆਨਰ ਕਿਲਿੰਗ ਹੈ, ਜਾਂ ਫਿਰ ਐਂਡੋਗੈਮੀ ਕਾਸਟ ਮੈਰਿਜ ਜਿਹੜੀ ਹੁੰਦੀ ਹੈ, ਤੇ ਜਾਂ ਫਿਰ ਜਿਹੜਾ ਤੁਸੀਂ ਵੇਖ ਲਓ ਕਿ ਰੇਪ ਕਿਸ ਤਰ੍ਹਾਂ ਹੁੰਦੇ ਨੇ। ਤੇ ਇਹਨਾਂ ਤਿੰਨਾਂ ਵਿੱਚ ਜਿਹੜਾ ਤੁਹਾਡਾ ਐਂਡੋਗੈਮੀ ਕਾਸਟ ਮੈਰਿਜ ਹੈ, ਉਹ ਇੱਕ ਨੋਰਮ ਨੂੰ ਰੀਇਨਫੋਰਸ ਕਰਦੀ ਪਈ, ਤੇ ਉਹ ਕਿੰਨੀ ਸਟਰੋਂਗ ਹੈ। ਮਤਲਬ ਤੁਸੀਂ ਇਹ ਵੇਖੋ ਕਿ ਜਿਹੜੀ ਔਰਤ ਹੈ ਉਹ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰ ਸਕਦੀ, ਉਹ ਆਪਣੀ ਮਰਜ਼ੀ ਨਾਲ ਆਪਣਾ ਪਾਰਟਨਰ ਨਹੀਂ ਚੁਣ ਸਕਦੀ। ਜੇ ਉਹ ਕਰਦੀ ਹੈ ਤੇ ਉਹਦੀ ਆਨਰ ਕਿਲਿੰਗ ਹੁੰਦੀ ਹੈ। ਤੇ ਤੁਸੀਂ ਇਹ ਵੇਖੋ ਕਿ ਇੱਥੇ ਜਿਹੜਾ ਹੈ ਵਾਇਲੈਂਸ ਜਿਹੜਾ ਹੈ ਉਹ ਤੇ ਸਟਰਕਚਰ ਨੂੰ ਹੀ ਰੀਇਨਫੋਰਸ ਕਰਦਾ ਪਿਆ। ਤੇ ਇੱਥੇ ਜਿਹੜਾ ਅਸੀਂ ਰੇਪ ਜਾਂ ਸੈਕਸ਼ੂਅਲ ਵਾਇਲੈਂਸ ਵੇਖੀਏ, ਤੇ ਉਹ ਤੇ ਸਟਰਕਚਰ ਦਾ ਪਾਰਟ
ਉਹ ਐਕਸੈਪਸ਼ਨ ਨਹੀਂ ਹੈ। ਜਿਵੇਂ ਇਹਨੂੰ ਪੋਰਟਰੇ ਕੀਤਾ ਜਾਂਦਾ ਹੈ ਕਿ ਦਰਿੰਦਗੀ ਹੈ, ਇਹ ਜਿਹੜੀ ਹੈ ਉਹ ਬੀਸਟੀਅਲ ਐਕਟ ਹੈ ਜਾਂ ਫਿਰ ਜਾਨਵਰ ਵਰਗਾ ਹੈ। ਜਾਨਵਰ ਰੇਪ ਨਹੀਂ ਕਰਦੇ, ਦੇ ਡੋਂਟ ਰੇਪ ਫॉर ਫਨ। ਇਹ ਹਿਊਮਨ ਹੈ, ਵੈਰੀ ਮਚ ਵਿਦਿਨ ਸੋਸਾਇਟੀ ਹੈ, ਵੈਰੀ ਮਚ ਵਿਦਿਨ ਸਾਡੇ ਇਨਇਕੁਅਲ ਜਿਹੜੀ ਅਸਮਾਨਤਾ ਜਿਹੜੀ ਸਟਰਕਚਰ ਨੇ ਉਹਦੇ ਵਿੱਚ ਨੇ। ਤੇ ਇਹ ਜਿਹੜਾ ਇਹਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਕਿ ਰੇਪ ਜਿਹੜਾ ਹੈ ਉਹ ਨੋਰਮ ਹੈ, ਉਹ ਉਹੀ ਸਟਰਕਚਰ ਬਣਾਉਂਦਾ ਹੈ, ਉਹਨੂੰ ਅਸੀਂ ਐਕਸੈਪਸ਼ਨ ਦੇ ਤੌਰ ਤੇ ਨਹੀਂ ਵੇਖ ਸਕਦੇ। ਉਹੀ ਜਿਹੜੀ ਅਸਮਾਨਤਾ ਹੈ ਉਹਨੂੰ ਕੰਟੀਨਿਊ ਰੱਖਦਾ ਹੈ, ਕਿਉਂਕਿ ਜਦੋਂ ਵੀ ਕਿਤੇ ਵੀ ਇਨਇਕੁਆਲਿਟੀ ਦੇ ਨਾਲ, ਜਿਵੇਂ ਉਹੀ ਮੈਂ ਕਹਿੰਦੀ ਵੀ ਸੀ ਕਿ ਜਿਵੇਂ ਸਮਾਜਿਕ ਬਦਲਾਵ ਹੈ ਉਹ ਤੇ ਆ ਰਿਹਾ ਹੈ, ਜੇ ਅਸਮਾਨਤਾ ਉਹ ਤੇ ਕੱਟ ਹੋ ਜਾਏਗੀ ਜੇ ਤੁਸੀਂ ਸਮਾਨ ਨੂੰ ਓਨਾ ਹੀ ਗਰੋ ਕਰਨ ਦਿਓ ਜਿਸ ਤਰ੍ਹਾਂ ਉਹ ਗਰੋ ਕਰਦਾ ਪਿਆ। ਪਰ ਜਿਹੜੀ ਹਿੰਸਾ ਹੈ ਉਹ ਚੀਜ਼ਾਂ ਨੂੰ ਉੱਥੇ ਹੀ ਰੱਖਦੀ ਹੈ, ਉਹ ਸਟਰਕਚਰ ਨੂੰ ਓਨਾ ਹੀ ਸਟਰੋਂਗ ਰੱਖਦੀ ਹੈ, ਓਨਾ ਹੀ ਫਿਕਸਡ ਰੱਖਦੀ ਹੈ। ਤੇ ਐਂਡੋਗੈਮੀ ਜਿਹੜੀ ਪ੍ਰੈਕਟਿਸ ਹੈ, ਉਹ ਜਿਹੜੇ ਸਾਰੇ ਰਿਲੇਸ਼ਨਸ਼ਿਪਸ ਨੇ ਔਰਤ ਦੇ ਨਾਲ ਰਿਲੇਟਡ, ਉਹਨੂੰ ਰੀਇਨਫੋਰਸ ਕਰਦੇ ਨੇ। ਉਹ ਭਲੇ ਉਹਦਾ ਭਰਾ ਹੋਵੇ, ਉਹ ਹਸਬੈਂਡ ਹੋਵੇ, ਫਾਦਰ ਹੋਵੇ, ਉਹ ਇੱਕੋ ਚੀਜ਼ ਰੀਇਨਫੋਰਸ ਕਰਦੇ ਨੇ ਕਿ ਯੂ ਵਿਲ ਨਾਟ ਚੂਜ਼ ਯੋਰ ਪਾਰਟਨਰ, ਬਿਕੋਜ਼ ਇੱਕ ਇੰਪਿਓਰਿਟੀ ਦੇ ਨਾਲ ਉਹਨੂੰ ਵੇਖਿਆ ਜਾਂਦਾ। ਤੇ ਫਿਰ ਰੇਪ ਨੂੰ ਤੇ ਕਾਸਟ ਵਾਇਲੈਂਸ ਨੂੰ ਉਸ ਕੈਟੇਗਰੀ 'ਚ ਰੱਖਾਂਗੇ ਕਿ ਉਹ ਜਿਹੜਾ ਉਹ ਸਟਰਕਚਰ ਦਾ ਪਾਰਟ ਹੈ, ਉਹਨੂੰ ਉਸੇ ਨਾਲ ਇੱਕ ਬਹੁਤ ਬੇਸਿਕ ਲੈਵਲ ਦੇ ਰਿਫਾਰਮਸ ਦੇ ਨਾਲ ਉਹਨੂੰ ਸੁਲਝਾਉਣਾ ਪਏਗਾ। ਜਿਵੇਂ ਤੁਸੀਂ ਕਹੋ ਕਿ ਪ੍ਰੋਗਰਾਮਸ ਚੱਲਣੇ ਚਾਹੀਦੇ ਨੇ ਸਕੂਲ 'ਚ, ਸਿਰਫ ਜੈਂਡਰ ਸੈਂਸਿਟਿਵਿਟੀ ਦੇ ਨਹੀਂ। ਜਿਵੇਂ ਤੁਸੀਂ ਕਿਸ ਤਰ੍ਹਾਂ ਦੇ ਮਰਦ ਬਣੋ, ਆਈਡੀਅਲ ਕੀ ਹੈ ਤੁਹਾਡਾ, ਜਿਹੜਾ ਪੈਰਾਮੀਟਰਸ ਕੀ ਨੇ ਮਰਦ ਬਣਨ, ਸਿਰਫ ਔਰਤ ਬਣਨ ਨਹੀਂ ਕਿ ਔਰਤ ਬਣਨ ਦੇ ਪੈਰਾਮੀਟਰਸ ਤੇ ਦਿੱਤੇ ਹੀ ਜਾਂਦੇ ਨੇ, they are handed out to you every day, every hour, every moment। बट क्या मर्द बनने के भी कोई पैरामीटर्स हैं जो क्लियरली स्पेसिफाइड है? तो उस तरह से मैं इसको इस तरह देखूंगी जो मानक है वो अनसेड है पर वो बहुत स्ट्रॉन्ग है। ठीक गल कीती है तुसी। अच्छा एवलीन, एक क्वेश्चन साडे कोले आया हैगा कि ਜਿਹੜੀਆਂ ਮਿਲਟਰੀ ਵਰਗੀਆਂ ਇੰਸਟੀਟਿਊਸ਼ਨਸ ਹੈਗੀਆਂ ਨੇ, ਕੀ ਇਹ ਪੋਟੈਂਸ਼ੀਅਲ ਸੋਲੂਸ਼ਨ ਹੈਗੇ ਨੇ ਕਿ ਜਿਸ ਤਰੀਕੇ ਦੀ ਮੈਸਕੂਲਿਨ ਆਇਡੈਂਟੀਟੀ ਫਾਰਮ ਹੁੰਦੀ ਹੈ ਉਹਨੂੰ ਡਿਸਮੈਂਟਲ ਕਰਨ ਦੇ ਵਿੱਚ? अब ਇਹਦੇ ਚ ਨਾ ਦੋ ਤਿੰਨ ਚੀਜ਼ਾਂ ਨੇ। ਇੱਕ, ਮੈਂ ਆਪ ਆਰਮੀ ਬੈਕਗ੍ਰਾਉਂਡ ਤੋਂ ਹਾਂ ਤੇ ਮੈਂ ਮੇਰੀ ਐਜ਼ ਅ ਚਾਈਲਡ ਜੋ ਪੋਜੀਸ਼ਨ ਸੀ ਉਹ ਮੇਰੀ ਮਦਰ ਦੀ ਨਹੀਂ ਸੀ ਐਜ਼ ਅ ਵਾਈਫ, ਤੇ ਐਜ਼ ਅ ਡਾਟਰ ਮੈਨੂੰ ਬਹੁਤ ਫਰੀडम ਮਿਲੀ। ਮਤਲਬ ਮੈਨੂੰ ਇੰਨੀ ਸਿਕਿਉਰਿਟੀ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਇਲਾਕੇ 'ਚ ਕੈਂਟੋਨਮੈਂਟ ਦੇ ਬਾਹਰ ਨਹੀਂ ਸੀ ਕਿ ਮੈਂ ਕੁਝ ਵੀ ਕਰ ਸਕਦੀ ਸੀ। ਮੈਂ ਕਾਫੀ ਕੁਝ ਸਪੋਰਟਸ ਵਿੱਚ ਜਾ ਸਕਦੀ ਸੀ, ਬਹੁਤ ਕੁਝ ਕਰ ਸਕਦੀ ਸੀ। ਪਰ ਵਾਈਫ ਦੀ ਜਿਹੜੀ ਪੋਜੀਸ਼ਨ ਹੁੰਦੀ ਹੈ ਉਹ ਬਹੁਤ ਅਲੱਗ ਹੁੰਦੀ ਹੈ। ਤੇ ਉਹ ਜਿਹੜੀ ਵਾਈਫ ਦੀ ਵੀ ਜਿਹੜੀ ਪੋਜੀਸ਼ਨ, ਜਿਹੜੇ ਆਫਿਸਰ ਦੀ ਪੋਜੀਸ਼ਨ ਹੈ ਜਾਂ ਉਹਦੇ ਵਾਈਫ ਦੀ ਪੋਜੀਸ਼ਨ ਹੈ, ਉਹ ਵੀ ਬ੍ਰਿਟਿਸ਼ਰ ਦੇ ਟਾਈਮ ਤੋਂ ਹੀ ਚੱਲਦੀ ਆ ਰਹੀ ਹੈ ਤੇ ਉਹ ਨਹੀਂ ਬਦਲਣਾ ਚਾਹੁੰਦੇ। ਜਿਵੇਂ ਇੱਕ ਮੈਂ ਐਗਜ਼ਾਮਪਲ ਦਵਾਂਗੀ, 2018 ਵਿੱਚ ਜਿਹੜਾ ਐਡਲਟਰੀ ਲਾਅ ਸੀ ਉਹ ਐਜ਼ ਅ ਕ੍ਰਿਮੀਨਲ ਆਫੈਂਸ ਸਟਰਕ ਡਾਊਨ ਹੋਇਆ, ਸੁਪਰੀਮ ਕੋਰਟ ਨੇ ਕੀਤਾ। ਤੇ ਐਡਲਟਰੀ ਜਿਹੜੀ ਹੈ ਉਹਦੀ ਜੇ ਤੁਸੀਂ ਲੈਂਗੁਏਜ ਵੇਖੋ ਤੇ ਉਹ ਕਹਿੰਦਾ ਹੈ ਕਿ ਸਟੀਲਿੰਗ ਦਾ ਫੈਲੋ ਆਫਿਸਰਸ ਵਾਈਫਸ ਅਫੈਕਸ਼ਨ, ਕਿ ਜਿਵੇਂ ਕੋਈ ਚੀਜ਼ ਹੈ ਜਿਹੜੀ ਦੂਜੇ ਬੰਦੇ ਨੇ ਚੁਰਾ ਲਈ ਹੈ ਤੇ ਉਹ ਕ੍ਰਿਮੀਨਲ ਆਫੈਂਸ ਹੈ। ਤੇ ਉਹ ਕ੍ਰਿਮੀਨਲ ਆਫੈਂਸ ਕਿਉਂ ਹੈ? ਮਤਲਬ ਕਿ ਕੋਈ ਆਪਣੀ ਮਰਜ਼ੀ ਨਾਲ ਕਿਸੇ ਦੇ ਨਾਲ ਜਾਂਦਾ ਹੈ, ਭਲੇ ਉਹ ਮੈਰਿਡ ਹੋ ਨਾ ਹੋ, ਤੇ ਕ੍ਰਿਮੀਨਲ ਆਫੈਂਸ ਕਿਉਂ ਕਿਹਾ ਗਿਆ? ਇਹ ਵਿਕਟੋਰੀਅਨ ਲਾਅ ਹੈ, ਇਹ ਬ੍ਰਿਟਿਸ਼ ਲਾਅ ਸੀ ਤੇ ਉਹ 2018 ਤੱਕ ਚੱਲਦਾ ਰਿਹਾ। ਤੇ ਹੁਣ ਤੁਸੀਂ ਵੇਖੋ ਕਿ ਮੇਰੀ ਜਿਹੜੀ ਐਕਸਪੀਰੀਅੰਸ ਸੀਗਾ ਆਰਮੀ ਦਾ, ਮੈਨੂੰ ਬਹੁਤ ਫਰੀडम ਮਿਲੀ ਹੈ, ਪਰ ਮੇਰੀ ਮਦਰ ਨੂੰ ਉਹ ਪੋਜੀਸ਼ਨ ਨਹੀਂ ਸੀ, ਉਹ ਉਹਨਾਂ ਦੀ ਪੋਜੀਸ਼ਨ ਨਹੀਂ ਸੀਗੀ, ਐਟਲੀਸਟ 2018 ਤੱਕ ਤੇ ਨਹੀਂ ਸੀ। ਤੇ ਉਹਦੇ ਬਾਅਦ ਵੀ ਜਦੋਂ ਇਹ ਲਾਅ ਸਟਰਕ ਡਾਊਨ ਹੋਇਆ ਹੈ ਤੇ ਆਰਮੀ ਨੇ ਕਿਹਾ ਕਿ ਇਸ ਲਾਅ ਨੂੰ ਅਸੀਂ ਸਟਰਕ ਡਾਊਨ ਤੁਸੀਂ ਨਾ ਕਰੋ, ਸਾਡਾ ਜਿਹੜਾ ਡਿਸਿਪਲਿਨ ਹੈ, ਸਾਡੀ ਜਿਹੜੀ ਯੂਨਿਟੀ ਹੈ ਉਹ ਖਰਾਬ ਹੋ ਜਾਏਗੀ। ਤੇ ਤੁਸੀਂ ਹੁਣ ਸੋਚੋ ਕਿ ਇਹ ਖਰਾਬ ਕਿਉਂ ਹੋ ਜਾਏਗੀ? मतलब how does the discipline of an institution get affected by keeping the woman betrothed to or married to one person only? ਇੱਥੇ ਹੁਣ honor, sexual purity, endogamy ਸਾਰੇ ਫੈਕਟਰਸ ਆ ਜਾਂਦੇ ਨੇ, ਸਾਰੇ ਰੀਇਨਫੋਰਸ ਹੁੰਦੇ ਨੇ। ਤੇ ਇੱਕ
दो तीन सौ ये चीज़ां बड़ी इंटरेस्टिंग ने कि एक ही इंस्टीट्यूशन में हर इंस्टीट्यूशन में बहुत कॉन्ट्रडिक्शंस होते हैं, तो बहुत सारी ਜਿਹੜੀ ਚੀਜ਼ਾਂ ਨੇ ਉਹ ਅਲੱਗ-ਅਲੱਗ ਡਾਇਰੈਕਸ਼ਨਸ ਤੋਂ ਉਹਨੂੰ ਪੁੱਲ ਕਰਦੀਆਂ ਨੇ। ਵਾਪਸ ਜਾਣਾ ਹੁਣ ਸੰਭਵ ਨਹੀਂ ਹੈ ਕਿ ਤੁਸੀਂ ਉਹੀ ਪੋਜੀਸ਼ਨ 'ਚ ਜਾਓ ਜਿਵੇਂ ਔਰਤਾਂ ਨੇ, ਉਹ ਮਤਲਬ ਘਰੇ ਬੈਠਣਗੀਆਂ, ਉਹ ਨੌਕਰੀ ਨਹੀਂ ਕਰਨਗੀਆਂ। ਉਹ ਬਾਹਰ ਆਉਂਦੀਆਂ ਪਈਆਂ ਨੇ, ਉਹ ਨੌਕਰੀ ਕਰਦੀਆਂ ਪਈਆਂ ਨੇ, ਉਹ ਸਵਾਲ ਪੁੱਛਦੀਆਂ ਪਈਆਂ ਨੇ। ਉਹ এনवायरमेंट ਉਹਦੇ ਲਈ ਵੀ ਕੰਡਿਊਸਿਵ ਹੈ। ਮਤਲਬ ਜਿੰਨਾ ਮੈਨੂੰ ਸਮਝ ਆਇਆ ਹੈ, ਜਿੰਨਾ ਮੇਰਾ ਪਰਸਨਲ ਐਕਸਪੀਰੀਅੰਸ ਜਿੰਨਾ ਵੀ ਰਿਹਾ ਹੈ, ਕਿ ਕਿਉਂਕਿ ਹਮ ਪੰਜਾਬ ਦੇ ਨਾਲ ਉਹਨਾਂ ਅਸੀਂ ਨਹੀਂ ਉੱਥੇ ਰਹੇ, ਅਸੀਂ ਦੂਜੇ ਇਲਾਕੇ 'ਚ ਘੁੰਮਦੇ ਰਹੇ ਨੇ, ਤੇ ਮੈਂ ਇੰਨਾ ਕੁਝ ਸਿੱਖਿਆ ਹੈ ਕਿ ਮੈਂ ਹੁਣ ਸਵਾਲ ਪੁੱਛਦੀ ਰਹਿੰਦੀ ਹਾਂ, ਕਿਉਂਕਿ ਹਰ ਚੀਜ਼ ਦੇ ਲਈ ਮੇਰੇ ਲਈ ਸਵਾਲ ਹੈ ਕਿ ਇਹ ਕਿਉਂ ਹੈ, ਏਦਾਂ ਕਿਉਂ ਹੈ, ਮੈਂ ਇਹ ਕਿਉਂ ਨਹੀਂ ਕਰ ਸਕਦੀ, ਉਹ ਕਿਉਂ ਨਹੀਂ ਕਰ ਸਕਦੀ। ਤੇ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਇੱਕ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ। ਇੰਸਟੀਟਿਊਸ਼ਨ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ। ਉਹ ਜਿਵੇਂ ਐਸਟੈਬਲਿਸ਼ਡ ਜਿਹੜੇ ਸਟਰਕਚਰਸ ਹੁੰਦੇ ਨੇ ਉਹਨੂੰ ਚੇਂਜ ਕਰਨ 'ਚ ਟਾਈਮ ਲੱਗਦਾ ਹੈ, ਪਰ ਉਹ ਆ ਰਿਹਾ ਹੈ, ਕਿਉਂਕਿ ਜਿਵੇਂ ਆਫਿਸਰਸ ਲੈਵਲ ਤੇ ਵੀ ਔਰਤਾਂ ਆਉਂਦੀਆਂ ਪਈਆਂ ਨੇ, ਉਹਨਾਂ ਦੀ ਪ੍ਰਮੋਸ਼ਨਸ ਦੇ ਵਿੱਚ ਹੁਣ ਕੋਈ ਬੈਰੀਅਰ ਨਹੀਂ ਹੈ, ਉਹ ਕਾਫੀ ਰੈਂਕ ਪਿਕਅਪ ਕਰ ਸਕਦੀਆਂ ਨੇ। ਤੁਸੀਂ ਫਾਈਟਿੰਗ ਫੋਰਸਿਸ ਵੇਖ ਲਓ, ਜਿਵੇਂ 에ਅਰਫੋਰਸ ਫਾਈਟਰ ਪਾਇਲਟਸ ਬਣਦੀਆਂ ਪਈਆਂ ਨੇ, ਤੇ ਹੁਣ there is no going back. So in that sense, I think we are heading in a positive direction. ਮੇਰੇ ਦਿਮਾਗ 'ਚ ਇਹ ਸਵਾਲ ਆ ਰਿਹਾ ਸੀਗਾ ਕਿ ਜਦੋਂ ਦਿੱਲੀ ਵਾਲਾ ਜਿਹੜਾ ਰੇਪ ਕੇਸ ਹੋਇਆ ਸੀਗਾ 2012 ਦੇ ਵਿੱਚ, ਤੇ ਉਹ ਸਾਰੇ ਕੇਸ ਨੂੰ ਲੈ ਕੇ ਇੱਕ ਡਾਕੂਮੈਂਟਰੀ ਬਣਾਈ ਗਈ ਸੀਗੀ, ਇੰਡੀਆਜ਼ ਡਾਟਰ। ਤੇ ਉਹਦੇ ਵਿੱਚ ਜਦੋਂ ਆਪਾਂ ਉਹ ਡਾਕੂਮੈਂਟਰੀ ਦੇਖਦੇ ਹਾਂ ਤਾਂ ਜਿਹੜੇ ਉਹਦੇ ਕਲਪ੍ਰਿਟ ਹੈਗੇ ਨੇ, ਉਹ ਸਾਰਾ ਬਲੇਮ ਜਿਹੜਾ ਹੈਗਾ ਇਵੈਂਚੁਅਲੀ ਉਹ ਉਸ ਕੁੜੀ ਤੇ ਉੱਪਰ ਹੀ ਪਾ ਰਹੇ ਨੇ ਕਿ ਉਹ ਕੱਲੀ ਰਾਤ ਨੂੰ ਘੁੰਮ ਰਹੀ ਹੈ, ਉਹਨੂੰ ਕੀ ਹੱਕ ਹੈ ਜਾਣ ਦਾ। ਤੇ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਸਿਰਫ ਉਹ ਕਲਪ੍ਰਿਟ ਨਹੀਂ ਜਿਹੜੇ ਜਿਨ੍ਹਾਂ ਨੂੰ ਅਸੀਂ ਇਹ ਕਹਿ ਦਿੰਦੇ ਕਿ ਹਾਂ ਇੱਕ ਖਾਸ ਬੈਕਗਰਾਉਂਡ ਤੋਂ ਆਉਂਦੇ ਨੇ ਤਾਂ ਕਰਕੇ ਇਹ ਸਾਰੀ ਚੀਜ਼ ਹੈਗੀ, ਪਰ ਜਿਹੜਾ ਵਕੀਲ ਉਹਨਾਂ ਦਾ ਕੇਸ ਲੜ ਰਿਹਾ ਉਹ ਵੀ ਉਹੀ ਸੇਮ ਚੀਜ਼ ਕਹਿ ਰਿਹਾ ਹੈਗਾ। ਉਹਦੇ 'ਚ ਜਿਹੜੀ ਸੈਂਸ ਆਫ ਮੈਸਕੁਲਿਨਿਟੀ ਹੈ ਉਹ ਆਪਣੀ ਪਾਵਰ ਪੋਜੀਸ਼ਨ ਨੂੰ ਰੱਖਣ ਦੇ ਲਈ ਕਿੰਨਾ ਕੁ ਰੋਲ ਪਲੇ ਕਰਦੀ ਹੈਗੀ ਹੈ। ਕਿ ਤੁਸੀਂ ਜਿਵੇਂ ਜਿੱਥੋਂ ਮੈਂ ਆਪਣੀ ਗੱਲ ਸ਼ੁਰੂ ਕੀਤੀ ਸੀ, ਜਦੋਂ ਆਪਾਂ ਕਿ ਜਦੋਂ ਅਸੀਂ ਮੈਸਕੁਲਿਨਿਟੀ ਦੀ ਬਣਤਰ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਅਗਰੈਸ਼ਨ ਤੇ ਕੰਟਰੋਲ ਬਹੁਤ ਜ਼ਰੂਰੀ ਚੀਜ਼ਾਂ ਨੇ। ਤਾਂ ਇਹ ਕੰਟਰੋਲ ਜਿਹੜਾ ਹੈਗਾ ਇਹ ਕਿੰਨਾ ਕੁ ਇਹਦੇ 'ਚ ਰੋਲ ਪਲੇ ਕਰਦਾ, ਇਹਦੇ ਬਾਰੇ ਥੋੜੀ ਗੱਲ ਕਰੋਗੇ? ਜਿਹੜਾ ਮੈਂ ਪਹਿਲਾਂ ਇੱਕ ਗੱਲ ਕੀਤੀ ਸੀ, ਜਿਹੜਾ ਪਬਲਿਕ ਸਪੇਸ ਜਾਂ ਫਿਰ ਜਿਹੜੀ ਕਲੈਕਟਿਵ ਆਈਡੈਂਟੀਟੀ ਆਫ ਮੈਸਕੁਲਿਨਿਟੀ ਹੈ, ਉਹ ਰਿਲੇਸ਼ਨਸ਼ਿਪ ਜਿਹੜਾ ਵਿਮਨ ਨਾਲ ਬਣਾਉਂਦੀ ਹੈ, ਉਹ ਐਸੇ ਹੀ ਕੰਟਰੋਲ ਦਾ ਹੈ, ਉਹ ਐਸੇ ਹੀ ਜਿਹੜਾ ਹੈ ਉਹ ਮਤਲਬ ਇੱਕ ਆਰਡਰ ਐਸਟੈਬਲਿਸ਼ ਕਰਨ ਦਾ ਹੈ ਕਿ ਜਿਹੜਾ ਵੂਮਨ ਹੈ ਉਹਦੇ ਨਾਲ ਜੇ ਕੁਝ ਹੁੰਦਾ ਹੈ ਤੇ ਉਹਦੀ ਗਲਤੀ ਹੈ, ਤੇ ਉਹਦੇ ਕੱਪੜੇ ਖਰਾਬ ਨੇ, ਜਾਂ ਉਹ ਗਲਤ ਟਾਈਮ ਤੇ ਬਾਹਰ ਆਈ ਹੈ, ਜਾਂ ਫਿਰ ਉਹਦੀ ਮਿਸਟੇਕ ਹੈ, ਸ਼ੀ ਇਜ਼ ਐਟ ਦ ਰੋਂਗ ਪਲੇਸ ਐਟ ਦ ਰੋਂਗ ਟਾਈਮ। ਤੇ ਇਹ ਹੁਣ ਇਹ ਜਿਹੜਾ ਕੰਟਰੋਲ ਹੈ, ਇਹ ਤੁਸੀਂ ਵੇਖੋ ਕਿ ਮੇਰੀ ਅੰਡਰਸਟੈਂਡਿੰਗ ਹੈ ਕਿ ਇਹ ਜਿਹੜੇ ਤੁਸੀਂ ਮੈਨ ਦੀ ਜਿਹੜੀ ਆਮ ਜਿਹੜੀ ਵਿਮਨ ਨਾਲ ਰਿਲੇਸ਼ਨਸ਼ਿਪ ਹੈ ਜਾਂ ਇੰਟੀਮੇਸੀ ਹੈ, ਉਹਦੇ ਬਾਰੇ ਜੇ ਤੁਸੀਂ ਅੰਡਰਸਟੈਂਡ ਕਰੋ ਤੇ ਤੁਹਾਨੂੰ ਸਮਝ ਆਉਂਦਾ ਹੈ ਕਿ ਉਹ ਵਾਇਲੈਂਟ ਇਨਸੀਡੈਂਟਸ ਦੇ ਵਿੱਚ ਉਹ ਕਿਸ ਤਰ੍ਹਾਂ ਇੱਕਦਮ ਮਤਲਬ ਜਿਵੇਂ ਤੁਸੀਂ ਕਹਿ ਲਓ ਕਿ ਐਕਸਪਲੋਡ ਹੁੰਦਾ ਹੈ, ਕਿ ਇਹ ਜਿਹੜੇ ਮਰਦ ਨੇ ਇਹ ਕਿਸ ਤਰ੍ਹਾਂ ਨਾਰਮਲੀ ਔਰਤਾਂ ਨੂੰ ਵੇਖਦੇ ਨੇ, ਕਿਸ ਤਰ੍ਹਾਂ ਨਾਰਮਲੀ ਔਰਤਾਂ ਨੂੰ ਸਮਝਦੇ ਨੇ, ਤੇ ਉਸ ਇੰਟੀਮੇਸੀ ਵਿੱਚ ਆਲਰੇਡੀ ਕੰਟਰੋਲ ਹੀ ਹੈ। ਉਹ ਜਿਹੜਾ ਬੰਦਾ ਹੈ ਉਹ ਆਪਣੀ ਵਾਈਫ ਨਾਲ ਵੀ ਉਦਾਂ ਹੀ ਟਰੀਟ ਕਰਦਾ ਹੈ, ਤੇ ਉਹ ਬਹੁਤ ਮੁਸ਼ਕਿਲ ਹੈ ਕਿ ਉਹ ਜਿਹੜਾ ਬਾਹਰ ਦੀ ਜਿਹੜੀ ਔਰਤ ਹੈ, ਜਿਹੜੀ ਆਪਣੇ ਹੱਕ ਦੇ ਨਾਲ ਬਾਹਰ ਆਉਂਦੀ ਪਈ ਹੈ, ਉਹਨੂੰ ਕਿਸ ਤਰ੍ਹਾਂ ਵੇਖੇ, ਉਹਨੂੰ ਕਿਸ ਤਰ੍ਹਾਂ ਟਰੀਟ ਕਰੇ। ਤੇ ਇੱਕ ਇੱਥੇ ਮੇਰੇ ਖਿਆਲ ਇੱਕ ਇਹ ਸਮਝਣ ਦੀ ਲੋੜ ਹੈ ਕਿ ਵੂਮਨ ਨੂੰ ਐਜ਼ ਏ ਥ੍ਰੈਟ ਸਮਝਿਆ ਜਾਂਦਾ ਹੈ, ਕਿ ਉਹ ਆਪਣੀ ਸੈਕਸ਼ੁਅਲਿਟੀ, ਉਹ ਆਪਣੀ ਜਿਹੜੀ ਆਈਡੈਂਟਿਟੀ ਹੈ ਉਹਨੂੰ ਕਿਸ ਤਰ੍ਹਾਂ ਉਹ ਸਮਝਦੀ ਹੈ ਕਿ ਉਹਨੂੰ ਹੱਕ ਹੀ ਨਹੀਂ ਹੈ ਆਪਣੀ ਸੈਕਸ਼ੁਅਲਿਟੀ ਤੇ ਆਪਣੀ ਐਕਸਪ੍ਰੈਸ਼ਨ ਨੂੰ ਕਿਸੇ ਵੀ ਤਰ੍ਹਾਂ ਮਤਲਬ ਐਕਸਪ੍ਰੈਸ ਕਰਨ ਦਾ ਜਾਂ ਕੰਟਰੋਲ ਕਰਨ ਦਾ। ਤੇ ਉਹ ਜਿਹੜਾ ਹੈ ਉਹ ਸਾਡੀ ਸੋਸਾਇਟੀ ਦਾ ਨੋਰਮ ਸੀ, ਤੇ ਉਹ ਹੁਣ ਇਸ ਜਿਹੜੇ ਇਨਸੀਡੈਂਟਸ ਨੇ ਉਹਦੇ ਵਿੱਚ ਉਹ ਰੀਇਨਫੋਰਸ ਹੁੰਦਾ ਹੈ ਕਿ ਉਹ ਔਰਤ ਨੂੰ ਉਹ ਹੱਕ ਨਹੀਂ ਮਿਲ ਸਕਦਾ। ਪਰ ਇੱਕ ਮੇਰੇ ਖਿਆਲ ਇਹ ਵੀ ਹੈ ਕਿ
ਔਰਤ ਉਹ ਹੱਕ ਲੈ ਰਹੀ ਹੈ, ਉਹ ਜਗ੍ਹਾ ਨੂੰ ਐਕਸਪਲੋਰ ਕਰਦੀ ਪਈ ਜੋ ਉਹਨੂੰ ਨਹੀਂ ਦਿੱਤੀ ਗਈ, ਟ੍ਰੈਡੀਸ਼ਨਲੀ ਨਹੀਂ ਦਿੱਤੀ ਗਈ, ਸਮਾਜ ਦੇ ਵਿੱਚ ਨਹੀਂ ਦਿੱਤੀ ਗਈ, ਤੇ ਉਹ ਹਿੰਸਾ ਉਹਦੇ ਨਾਲ ਵੀ ਵਧਦੀ ਹੈ। ਬਟ ਇੱਥੇ ਉਹੀ ਜਿਹੜਾ ਤੁਹਾਡਾ ਸਵਾਲ ਜੇ ਮੈਂ ਲੈ ਕੇ ਆਵਾਂ, ਤੇ ਅਸੀਂ ਪ੍ਰੋਟੈਕਸ਼ਨ ਨੂੰ ਹੀ ਤਾਂ ਪਿਆਰ ਸਮਝਦੇ ਨੇ। ਤੁਸੀਂ ਕਬੀਰ ਸਿੰਘ ਦੀ ਫਿਲਮ ਦੇਖ ਲਓ, ਤੁਸੀਂ ਕਿੰਨੀ ਸਾਰੀ ਫਿਲਮਸ ਨੇ। ਸਾਡਾ ਜਿਹੜਾ ਹੈਜੀਮੋਨਿਕ ਨੋਸ਼ਨ ਆਫ ਇੰਟੀਮੇਸੀ ਹੈ ਉਹ ਆਲਰੇਡੀ ਪ੍ਰੋਟੈਕਸ਼ਨ ਹੀ ਹੈ। ਜਦ ਤੱਕ ਅਸੀਂ ਉਹ ਨਹੀਂ ਬਦਲਾਂਗੇ, ਸਾਨੂੰ ਸਿੰਸੀਅਰਲੀ ਆਪਣੇ ਹੀ ਜਿਹੜੇ ਐਟੀਟਿਊਡਸ ਨੇ ਉਹਨਾਂ ਤੇ ਰਿਫਲੈਕਟ ਕਰਨਾ ਪਏਗਾ ਕਿ ਅਸੀਂ ਰਿਜੈਕਟ ਕਰੀਏ ਕੰਟਰੋਲ, ਔਰ ਅਸੀਂ ਰਿਜੈਕਟ ਕਰੀਏ ਸਾਡਾ ਪੈਟਰੋਨਾਈਜ਼ਿੰਗ ਜਿਹੜਾ ਐਟੀਟਿਊਡ ਹੈ ਕਿ ਤੈਨੂੰ ਨਹੀਂ ਪਤਾ ਕਿ ਮੈਂ ਤੈਨੂੰ ਦੱਸਾਂਗਾ ਕਿ ਕੀ ਕਰਨਾ ਚਾਹੀਦਾ ਹੈ ਜ਼ਿੰਦਗੀ 'ਚ। ਤੇ ਜਿਹੜਾ ਇੱਕ ਫਾਦਰ ਫਿਗਰ ਹਮੇਸ਼ਾ ਜਿਹੜਾ ਕ੍ਰੀਏਟ ਰਹਿੰਦਾ ਹੈ ਲਾਈਫ 'ਚ, ਉਹਦੇ ਨਾਲ ਉਹਨੂੰ ਬਾਹਰ ਨਿਕਲਣਾ ਪਏਗਾ। ਇੱਕ ਜਿਹੜਾ ਉਹ ਹੁੰਦਾ ਵੀ ਪਿਆ ਤੇ ਉਹ ਹੋਰ ਵੀ ਕਰਨਾ ਪਏਗਾ, ਮਗਰ ਜਿਹੜੀ ਆਪਣੀ ਸਭ ਤੋਂ ਨਿੱਜੀ ਜਿਹੜੀ ਫੀਲਿੰਗਸ ਨੇ ਉਹ ਕਿਤਨੀ ਜ਼ਿਆਦਾ ਸਾਡੇ ਮੀਡੀਆ, ਸਾਡੇ ਸਮਾਜ, ਸਾਡੇ ਸਟੇਟ ਤੋਂ ਕਿੰਨਾ ਜ਼ਿਆਦਾ ਇਨਫਲੂਐਂਸ ਨੇ, ਇਹਦੇ ਉੱਤੇ ਸਿੰਸੀਅਰਲੀ ਰਿਫਲੈਕਟ ਕਰਨ ਦੀ ਲੋੜ ਹੈ। ਤੇ ਇੱਥੇ ਮੈਨੂੰ ਲੱਗਦਾ ਕਿ ਜਿਵੇਂ ਪ੍ਰੋਟੈਕਸ਼ਨ ਨੂੰ ਇੱਕ ਬਹੁਤ ਕ੍ਰਿਟੀਕਲੀ ਸਾਨੂੰ ਐਨਾਲਾਈਜ਼ ਕਰਨਾ ਪਏਗਾ ਕਿ ਅਸੀਂ ਉਹਨੂੰ ਪਿਆਰ ਨਾ ਸਮਝੀਏ। ਮਤਲਬ ਇਹ ਗੱਲ ਬਿਲਕੁਲ ਠੀਕ ਹੈ। ਮੈਨੂੰ ਲੱਗਦਾ ਇਹਦੇ ਤੇ ਆਪਾਂ ਅਲੱਗ ਤੋਂ ਟਾਕ ਇੱਕ ਰੱਖ ਸਕਦੇ ਹੈਗੇ ਆ, ਕਿਉਂਕਿ ਇਹ ਬਹੁਤ ਜ਼ਰੂਰੀ ਮਸਲਾ ਹੈਗਾ ਜਿਹਦੇ ਤੇ ਲੰਬੀ ਗੱਲਬਾਤ ਕਰਨ ਦੀ ਲੋੜ ਹੈਗੀ ਹੈ। ਅੱਛਾ, ਇਹਦੇ 'ਚ ਇੱਕ ਮੈਂ ਲਾਸਟ ਸਵਾਲ ਆਪਣਾ ਤੁਹਾਡੇ ਕੋਲੇ ਰੱਖੂੰਗੀ, ਉਹ ਇਹ ਹੈਗਾ ਕਿ ਜਿਵੇਂ ਮੈਂ ਕੰਟਰੋਲ ਦੀ ਵੀ ਗੱਲ ਕੀਤੀ ਹੈ, ਜਾਂ ਜਿਵੇਂ ਤੁਸੀਂ ਆਪਾਂ ਇਹ ਗੱਲ ਕੀਤੀ ਹੈ ਕਿ ਤੁਸੀਂ ਕੰਟਰੋਲ ਦੇ ਥਰੂ ਆਪਣੀ ਇੱਕ ਪਾਵਰ ਪੋਜੀਸ਼ਨ ਜਿਹੜੀ ਹੈਗੀ ਉਹ ਰੱਖਦੇ ਹੋ, ਤੇ ਤੁਸੀਂ ਦੱਸਦੇ ਹੋ ਕਿ ਆਪੋਜ਼ਿਟ ਜੈਂਡਰ ਨੇ ਕੀ ਕਰਨਾ, ਉਸ ਸੈਂਸ 'ਚ ਤੁਸੀਂ ਉਹ ਜਿਹੜਾ ਆਪਣੀ ਮੈਸਕੂਲਿਨਿਟੀ ਨੂੰ ਪਰਫਾਰਮ ਕਰਦੇ ਹੈਗੇ। ਪਰ ਉਹਦੇ 'ਚ ਇੱਕ ਕਿਉਂਕਿ ਉਹ ਇੱਕ ਬਣਤਰ ਹੈਗੀ ਹੈ ਜਿਹੜੀ ਸਮਾਜ ਨੇ ਉਹਨਾਂ ਨੂੰ ਦਿੱਤੀ ਹੈਗੀ ਹੈ, ਉਹਦੇ ਵਿੱਚ ਬਣਤਰ ਦੇ ਕਰਕੇ ਉਹਦੇ 'ਚ ਇੱਕ ਰੋਲ ਪਲੇਇੰਗ ਹੈਗੀ ਹੈ। ਤਾਂ ਇਹ ਕਿਸ ਤਰੀਕੇ ਦੇ ਨਾਲ ਪੋਸੀਬਲ ਹੋਵੇ ਕਿ ਜਿਹੜਾ ਉਹ ਰੋਲ ਪਲੇ ਕਰ ਰਹੇ ਨੇ, ਜਾਂ ਜਿਹੜਾ ਉਹਨਾਂ ਨੂੰ ਲੱਗਦਾ ਕਿ ਅਸੀਂ ਅਸਲ 'ਚ ਇਹ ਹੈਗੇ ਆ ਪਰ ਅਸਲ 'ਚ ਉਹ ਹੈ ਨਹੀਂ ਗੇ, ਮਤਲਬ ਉਹ ਤਾਂ ਰੋਲ ਪਲੇਇੰਗ ਹੋ ਰਹੀ ਹੈਗੀ, ਉਹ ਰੋਲ ਪਲੇਇੰਗ 'ਚੋਂ ਕਿਸ ਤਰੀਕੇ ਦੇ ਨਾਲ ਬਾਹਰ ਆਇਆ ਜਾਵੇ, ਤਾਂ ਕਿ ਜਿਹੜਾ ਅਸੀਂ ਜੇ ਅਸੀਂ ਲਿੰਗਕ ਸਮਾਨਤਾ ਦੀ ਗੱਲ ਕਰਦੇ ਹਾਂ ਜਾਂ ਸਮਾਜ ਦੇ ਵਿੱਚ ਔਰਤ ਤੇ ਮਰਦ ਦੇ ਖੂਬਸੂਰਤ ਰਿਸ਼ਤੇ ਫਾਰਮ ਕਰਨ ਦੀ ਗੱਲ ਕਰਦੇ ਹਾਂ, ਤਾਂ ਉਸ ਡਾਇਰੈਕਸ਼ਨ 'ਚ ਅਸੀਂ ਕਿਸ ਤਰੀਕੇ ਦੇ ਨਾਲ ਮੂਵ ਕਰੀਏ। ਕਿ ਮੇਰੇ ਕੋਲ ਲੱਗਦਾ ਹੈ ਕਿ ਇਹਦੇ ਵਿੱਚ ਨਾ ਸਾਨੂੰ ਥੋੜੇ ਬੇਸਿਕ ਰਿਫਾਰਮਸ ਚਾਹੀਦੇ ਨੇ, ਕਿ ਜਿਵੇਂ ਤੁਸੀਂ ਸਕੂਲ ਲੈਵਲ ਤੇ ਤੁਸੀਂ ਇੱਕ ਪ੍ਰੋਗਰਾਮ ਕਰੋ, ਜਿਵੇਂ ਬੀਇੰਗ ਅ ਮੈਨ। ਇਹ ਪ੍ਰੋਗਰਾਮ ਸ਼ਿਕਾਗੋ ਤੇ ਦੂਜੇ ਸਟੇਟਸ ਵਿੱਚ ਕੀਤੇ ਗਏ ਨੇ ਸਕੂਲਸ ਦੇ ਵਿੱਚ, ਕਿ ਮਤਲਬ ਕੀ ਹੈ, ਵਾਟ ਡਜ਼ ਇਟ ਮੀਨ ਟੂ ਬੀ ਅ ਮੈਨ। ਇਹ ਸਵਾਲ ਓਪਨ ਕੀਤਾ ਜਾਵੇ ਤੇ ਉਹਨਾਂ ਦੇ ਨਾਲ ਕੁੜੀਆਂ ਵੀ ਬੈਠਣ, ਸੁਣਨ ਕਿ ਇਹਦਾ ਮਤਲਬ ਕੀ ਹੈ, ਕਿ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ। ਇੱਕ ਆਈਡੀਅਲ ਨੂੰ ਚੇਂਜ ਕਰਨ ਦੀ ਲੋੜ ਹੈ ਜਾਂ ਆਈਡੀਅਲ ਬਣਾਉਣ ਦੀ ਲੋੜ ਹੈ, ਤੇ ਇੱਕ ਤਾਂ ਉਹ ਹੈ। ਤੇ ਦੂਜਾ ਇਹ ਹੈ ਕਿ ਜਿਹੜੇ ਸਾਰੇ ਮਤਲਬ ਇੱਕ ਸਾਰੇ ਜਿਹੜੇ ਸਾਡੇ ਇੰਸਟੀਟਿਊਟਸ ਨੇ ਉਹ ਕਾਫੀ ਸਾਇੰਸ ਓਰੀਐਂਟਡ ਨੇ, ਤੇ ਪਹਿਲਾਂ ਹੁੰਦਾ ਸੀ ਕਿ ਸਾਇੰਸ ਦੇ ਨਾਲ ਸੋਸ਼ਲ ਸਾਇੰਸਿਸ ਵੀ ਕਾਫੀ ਪੜ੍ਹਾਇਆ ਜਾਂਦਾ ਸੀ, ਕਿ ਤੁਹਾਨੂੰ ਪਤਾ ਸੀ ਸੁਸਾਇਟੀ ਦੇ ਵਿੱਚ ਕਿਹੜੀ ਇਨਇਕੁਆਲਿਟੀਜ਼ ਨੇ। ਤੇ ਹੁਣ ਉਹ ਨਹੀਂ ਹੈ, ਉਹ ਜਿਹੜਾ ਐਜੂਕੇਸ਼ਨਲ ਜਿਹੜਾ ਪੈਡਾਗੋਜੀ ਹੈ ਉਹਦੇ ਵਿੱਚ ਇਹ ਸਿਸਟਮ ਹੁਣ ਤੇ ਥੋੜਾ ਬਹੁਤ ਫਿਰ ਵੀ ਆ ਰਿਹਾ ਹੈ, ਬਟ ਵਿੱਚ ਜਿਵੇਂ ਤੁਸੀਂ ਕਹਿ ਲਓ ਕਿ 1990s ਤੇ 2010 ਤੱਕ ਉਹ ਨਹੀਂ ਸੀ, ਉਹ ਸਿਸਟਮ ਬਿਲਕੁਲ ਹੀ ਨਹੀਂ ਸੀ। ਜਿਹੜੇ ਸਾਇੰਸਿਸ ਪੜ੍ਹਦੇ ਸੀ ਉਹ ਸਾਇੰਸਿਸ ਹੀ ਪੜ੍ਹਦੇ ਸੀ, ਤੇ ਐਜ਼ ਅ ਰਿਜ਼ਲਟ ਜਿਹੜੇ ਤੁਹਾਡੀ ਸੋਸ਼ਲ ਇਨਇਕੁਆਲਿਟੀਜ਼ ਸੀਗੀਆਂ ਉਹ ਤੇ ਉੱਥੇ ਹੀ ਸੀਗੀਆਂ। ਟੈਕਨੋਲੋਜੀਕਲੀ ਭਲੇ ਅਸੀਂ ਅੱਗੇ ਜਾਂਦੇ ਪਏ ਸੀ। ਜਿਵੇਂ ਇੱਕ ਮੇਰਾ ਖਿਆਲ, ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਿਵੇਂ ਔਰਤਾਂ ਲਈ ਕਿਹਾ ਜਾਂਦਾ ਕਿ ਇਨ ਵਿਟਰੋ ਫਰਟੀਲਾਈਜੇਸ਼ਨ ਬਹੁਤ ਵਧੀਆ, ਕਿ ਉਹ ਜਿਹੜੀਆਂ ਨੇ ਲੇਟ ਮੈਰਿਜ ਕਰ ਸਕਦੀਆਂ ਨੇ, ਪਰਿਵਾਰ ਬਣਾ ਸਕਦੀਆਂ ਨੇ, ਦੇ ਕੈਨ ਹੈਵ ਅ ਚਾਈਲਡ ਲੇਟ ਇਨ ਲਾਈਫ। ਪਰ ਇੰਡੀਆ 'ਚ ਵੇਖਿਆ ਗਿਆ ਕਿ ਜਿਹੜੇ ਕਪਲਸ ਨੇ ਉਹ ਪੈਸੇ ਦੇ ਕੇ ਬਾਹਰ ਜਾਂਦੇ ਨੇ ਲਿੰਗ ਪਤਾ ਕਰਨ ਲਈ, ਜੈਂਡਰ ਪਤਾ ਕਰਨ, ਕਿ ਹੁਣ ਜਿਹੜਾ ਜੇ ਮੁੰਡਾ ਹੈ ਤਾਂ ਹੀ ਜੰਮਣਾ, ਨਹੀਂ ਤਾਂ ਨਹੀਂ ਜੰਮਣਾ। ਤੇ ਜਿਹੜਾ ਸੋਸ਼ਲ ਸਾਇੰਸਿਸ ਦੇ ਨਾਲ ਮਤਲਬ ਇੱਕ ਜਿਹੜਾ ਆਉਂਦਾ ਹੈ ਕਿ ਇਹ ਇਨਇਕੁਆਲਿਟੀ, ਉਹ ਅਵੇਅਰਨੈਸ ਜਿਹੜੀ ਹੈ ਉਹ ਕ੍ਰੀਏਟ ਕਰਨੀ ਪਈ, ਉਹ ਨਹੀਂ ਸੀਗੀ। ਤੇ ਜਿਹੜੇ ਇਹ ਸਾਰੇ ਪੜ੍ਹੇ ਲਿਖੇ ਲੋਕ ਨੇ, ਤੁਸੀਂ ਬਾਹਰ ਜਾ ਰਹੇ ਹੋ
ਇੰਨੇ ਪੈਸੇ ਖਰਚ ਕੇ, ਤਾਂ ਤੁਸੀਂ ਅਨਐਜੂਕੇਟਡ ਤਾਂ ਨਹੀਂ ਹੋ। ਪਰ ਜਿਹੜੀ ਤੁਹਾਡੀ ਐਜੂਕੇਸ਼ਨ ਹੈ, ਕੀ ਉਹ ਸਮਾਜ ਦੇ ਲਈ ਯੂਜ਼ਫੁਲ ਹੈ? ਇਹ ਸਵਾਲ ਅੱਜ ਜ਼ਰੂਰੀ ਹੈ ਪੁੱਛਣਾ ਕਿ ਜੇ ਤੁਹਾਡੀ ਐਜੂਕੇਸ਼ਨ ਅੱਜ ਸਮਾਜ ਦੇ ਲਈ ਕੀ, ਸਮਾਜ ਦੇ ਵਿੱਚ ਕੀ ਰੋਲ ਹੈ। ਤੇ ਮੈਨੂੰ ਲੱਗਦਾ ਕਿ ਉਸ ਲੈਵਲ ਤੇ ਜਿਹੜਾ ਲੌਂਗ ਟਰਮ ਇੰਟਰਵੈਂਸ਼ਨ ਹੈ ਉਹ ਜ਼ਰੂਰੀ ਹੈ। ਇੱਕ ਤਾਂ ਜਿਹੜਾ ਐਕਟਿਵਿਜ਼ਮ ਹੈ ਉਹ ਤੇ ਜ਼ਰੂਰੀ ਹੀ ਹੈ, ਮਤਲਬ ਜੋ ਰਿਸਪੌਂਸ ਆਉਣਾ ਚਾਹੀਦਾ ਕਿਸੇ ਵੀ ਇੰਸੀਡੈਂਟ ਤੋਂ ਬਾਅਦ, ਉਹ ਤੇ ਬਹੁਤ ਜ਼ਰੂਰੀ ਹੈ। ਪਰ ਇੱਕ ਲੌਂਗ ਟਰਮ ਐਜੂਕੇਸ਼ਨਲ ਪੈਡਾਗੋਜਿਕ ਪ੍ਰੋਗਰਾਮ ਬਹੁਤ ਜ਼ਰੂਰੀ ਹੈ। ਇਵਲੀਨ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਤੇ ਹਾਲਾਂਕਿ ਇਹਦੇ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਸਵਾਲ ਨੇ ਤੇ ਅਸੀਂ ਇਹ ਗੱਲਬਾਤ ਹੋਰ ਲੰਬੀ ਖਿੱਚ ਸਕਦੇ ਹੈਗੇ, ਪਰ ਫਿਲਹਾਲ ਅੱਜ ਦੇ ਲਈ ਅਸੀਂ ਆਪਣੀ ਗੱਲਬਾਤ ਇੱਥੇ ਖਤਮ ਕਰਦੇ ਹਾਂ। ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੁਵਿਧਾ ਦੇ ਪਲੇਟਫਾਰਮ ਦੇ ਨਾਲ ਤੁਸੀਂ ਜੁੜੇ ਰਹੋਗੇ ਤੇ ਅਸੀਂ ਲਿੰਗਕ ਸਮਾਨਤਾ ਦੇ ਮਸਲਿਆਂ ਤੇ ਹੋਰ ਗੱਲਬਾਤ ਕਰਨ ਦੇ ਲਈ ਤੁਸੀਂ ਅੱਗੇ ਵੀ ਸਾਡੇ ਨਾਲ ਜੁੜੋਗੇ। ਤੇ ਸਾਡੇ ਨਾਲ ਜੁੜੇ ਹੋਏ ਸਾਰੇ ਆਡੀਅנס ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਅਸੀਂ ਆਪਣੇ ਇਸੇ ਲੜੀ ਦੇ ਤਹਿਤ ਅੱਗੇ ਆਪਣੀ ਗੱਲਬਾਤ ਜਿਹੜੀ ਹੈ ਉਹ ਕੰਟੀਨਿਊ ਰੱਖਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। शुक्रिया इवलिन। थैंक यू सुमन, थैंक यू। सुविधा को भी बहुत थैंक यू।